ਧੰਨ ਵਾਹਿਗੁਰੂ। ਧੰਨ ਵਾਹਿਗੁਰੂ। कबीर गंगा तीर जो कर कर पीवह निर्मल नीर। बिन हर भगत न मुक्त हुए। ऐं कह रमे कबीर। कबीर मन निर्मल भया जैसा गंगा नीर। पाछे लगो हर फिरे कहत कबीर कबीर। आओ रल के कुछ समा गुरबाणी कीर्तन करिए। फिर इस हफ्ते का लास्ट ਐਤਵਾਰ ਦਾ प्रोग्राम है। कल तो फिर प्रोग्राम शुरू हो जाएंगे। सो देश विदेश विच जिहड़े वीर भरा सुनते हैं, कई मैं वेख्या रातां नूं जाग के भी प्रोग्राम सुन लेंदे ते कई अलार्म ला के सौंदे आ भी सवेरे उठांगे। शौक की गल हुंदी है, पसंद की गल होती, मन खड़े की गल होती। जिथे किते खड़ गया मन लग गया फिर हुंदा ही है। फिर हर चीज प्यारी लगन लग पैंदी। जरूरी नहीं बंदा फबदा होवे, नहीं फबदा फिर भी सोहना लगन लग जाता, क्योंकि तुसी पसंद कर लिया ना। बच्चा तुहाडा है, फिर ਉਹਦਾ रोना पसंद नहीं भला, रोना भी पसंद है, ਉਹਦਾ हसना भी पसंद है, ਉਹਦਾ रोना भी। ਉਹ ਤਿਆਰ ਹੋਇਆ भी पसंद है ਤੇ ਉਹ ਲਿਬੜਿਆ भी पसंद है, क्योंकि ਤੁਸੀਂ पसंद कर लिया। फिर सारा कुछ ही वधिया लगता। अपने बंदे कई बारी ना कोई फोटो फाटो पै जाए नेट ते, वेखो बई पैंदी तक ले ये तेरे लिए पैंदी है, तू पसंद कर लिया ना। गल तो यह है कि तू पसंद कर लिया। जरूरी नहीं कि सारे पसंद कर, जरूरी नहीं कि सारे ही इतना सोचते हो। जिहड़ी चीज तेनू वधिया लगदी है, जरूरी नहीं वो दूजियां नू भी वधिया लगदी होवे। सो असल प्रवानगी की गल है ना। जब तुसीं प्रवान ही कर लिया, फिर हसना रोना गलत ठीक सब परवान। फिर हुंदा भी जदों प्यार विच फिर बंदा बाकी दियां चीजां वेखणियां छड्ड दिंदा, ऑटोमैटिक इदां गल है। सो चलो आपां गल बाकी दी बाद च करदे आ। सारा प्रोग्राम हौली हौली ध्यान नाल सुणीए, समझिए, समझ वाले पासे तुरीए। पता नहीं असी सिखां ने बाणी पढ़ी नहीं, ते जां फिर लगदा यह है भी जे पढ़ी है ते पुजारी दा जाल ही एडा दिमाग ते पिया भी समझ नहीं लगी। नहीं ते बाणी नूं जदों आपां समझदे आ ना, पंचम पातशाह दा शब्द गाउंदे आ, जी तीरथ हमरा हर को नाम तीरथ हमरा हर को नाम तीरथ हमरा
गुर उपदेसिया तप गया, गुर उपदेसिया तप गया, उपदेसिया उपदेसिया जी तीर्थ हमरा हर को तीर्थ हमरा हर को
छुटे जंगारा नाम ले जब नेड़ ना आवे नाम ले दरगाह सुख पावे नाम ले प्रभु कहे शबा नाम हमारी साची राह गुरु उपदे कहे ओ एहसान हर कीरत मन नाम आधार नानक उदरे नानक उदरे नाम पुनः जा अवर करम लोके पतिया अवर करम लोके पतिया
ਵਾਹਿ 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 ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਗੱਜ ਕੇ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਭਗਤ ਕਰੰਤੇ ਜੋ ਜਨ ਤੁਮਰੀ ਭਗਤ ਕਰੰਤੇ ਇਨਕੇ ਕਾਜ ਸਵਾਰਤਾ। ਜੋ ਜਨ ਤੁਮਰੀ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਤੁਮਰੀ ਭਗਤ ਤਿਨ ਕੇ ਕਾਜ ਸਵਾਰਤਾ। ਜੋ ਜਨ ਗੱਜ ਕੇ ਕਾਜ ਸਵਾਰਤਾ। ਕਾਜ ਸਵਾਰਤਾ ਜੀ ਤਿਨ ਕੇ ਕਾਜ ਸਵਾਰਤਾ। ਕਾਜ ਸਵਾਰਤਾ ਕਾਜ ਸਵਾਰਤਾ ਜੀ ਤਿਨ ਕੇ ਕਾਜ ਸਵਾਰਤਾ। ਤਿਨ ਕੇ ਕਾਜ ਸਵਾਰਤਾ। ਗੱਜ ਕੇ ਬਈ ਗੱਜ ਕੇ ਕਾਜ ਸਵਾਰਤਾ ਤਿਨ ਕੇ ਕਾਜ ਸਵਾਰਤਾ। ਤਿਨ ਕੇ ਕਾਜ ਸਵਾਰਤਾ ਤਿਨ ਕੇ ਕਾਜ ਸਵਾਰਤਾ। ਕਾਜ ਸਵਾਰਤਾ ਕਾਜ ਸਵਾਰਤਾ ਕਾਜ ਸਵਾਰਤਾ ਕਾਜ ਸਵਾਰਤਾ ਤਿਨ ਕੇ ਕਾਜ ਸਵਾਰਤਾ। ਤਿਨ ਕੇ ਕਾਜ ਸਵਾਰਤਾ ਕਾਜ ਸਵਾਰਤਾ। ਕਾਜ ਸਵਾਰਤਾ ਇਨਕੇ ਕਾਜ ਸਵਾਰਤਾ। ਕਾਜ ਸਵਾਰਤਾ ਇਨਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਤੁਮਰੀ ਭਗਤ ਕਰੰਤੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਇਨਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ ਕਰੰਤੇ ਇਨਕੇ ਕਾਜ ਸਵਾਰਤਾ। ਆਓ ਜੀ ਸਾਰੇ ਰਲ ਮਿਲ ਕੇ ਸਭ ਤੋਂ ਪਹਿਲਾਂ ਪੜੀਏ। ਜਿਸ ਨੇ ਨਾਲ ਆਉਣਾ ਆਵੇ, ਜਿਹਨੇ ਨਾਲ ਨਹੀਂ ਆਉਣਾ ਨਾ। ਸਾਡੀ ਸੋਚ ਸਪਸ਼ਟ ਹੈ। ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਅਤੇ ਗੁਰੂਆਂ ਨੂੰ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ।
ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਚਾਈ ਚਾਈ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾਮ ਹੈ ਨਾ ਜਾਇਓ ਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ। ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹਨ ਉਹਨਾਂ ਨੂੰ ਜੀ ਆਇਆਂ। ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਉਸ ਨੂੰ ਵੀ ਪੂਰਨ ਆਜ਼ਾਦੀ ਹੈ। ਅਸੀਂ ਮੰਨਦੇ ਹਾਂ 10 ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਕੇ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਿਕ ਹਾਂ ਪੁਜਾਰੀ ਵਾਲੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਪੂਜਣਾ ਹੈ। ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ। ਸੋ ਆਓ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਆ ਇੱਕ ਟੀਮ ਦੇ ਰੂਪ ਵਿੱਚ ਚੱਲੀਏ, ਇਕੱਠੇ ਹੋ ਕੇ ਤੁਰੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਓ ਰਲ ਮਿਲ ਕੇ ਆਪਾਂ ਸਾਰੇ YouTube ਚੈਨਲ ਦੇ ਉੱਤੇ, Facebook ਦੇ ਉੱਤੇ, ਭਾਵੇਂ ਜਥੇਦਾਰ ਸਾਹਿਬ ਜੀ ਦਾ ਹੁਕਮ ਹੈ ਵੀ ਸ਼ੇਅਰ ਨਾ ਕਰੋ, ਪਰ ਜਿਹਨੂੰ ਫਿਰ ਵੀ ਠੀਕ ਲੱਗਦਾ, ਜਿਹੜਾ ਵੇਖਦਾ ਹੁੰਦਾ ਉਹ ਸ਼ੇਅਰ ਕਰ ਦਿਆ ਕਰੇ, ਜਿਹਨੂੰ ਚੰਗਾ ਲੱਗਦਾ, ਜਿਹਦੀਆਂ ਲੱਤਾਂ ਭਾਰ ਚੱਲਦੀਆਂ। ਹੋ ਸਕਦਾ ਅਗਲੇ ਫੇਸਬੁੱਕਾਂ ਵੀ ਚੈੱਕ ਕਰਨ, ਇਕੱਲੇ ਇਕੱਲੇ ਬੰਦੇ ਨਹੀਂ ਵੇਖੀਏ ਭਲਾ ਵੀ ਕਿੱਧਰ ਨੂੰ ਕੀ ਸੁਣਦਾ, ਕਿਉਂਕਿ ਫੇਸਬੁੱਕ ਵੇਖ ਲਓ ਤਾਂ ਪਤਾ ਲੱਗ ਜਾਂਦਾ ਬੰਦਾ ਕਿੱਦਾਂ ਦਾ, ਕਿਹਨੂੰ ਸੁਣਦਾ ਕੀ ਨਹੀਂ ਕਰਦਾ। ਅੱਜ ਕੱਲ ਤੇ ਲੋਕੀ ਲੜਦੇ ਵੀ ਸਟੇਟਸ ਪਾ ਕੇ ਨੇ। ਸਵੇਰੇ ਉੱਠ ਕੇ ਵੇਖ ਲਓ ਵੀ ਸਟੇਟਸ ਕਿੱਦਾਂ ਦਾ, ਉੱਥੋਂ ਪਤਾ ਲੱਗ ਜਾਂਦਾ ਬੰਦੇ ਦਾ ਮੂਡ ਕਿੱਦਾਂ ਦਾ ਹੋਣਾ। ਮਤਲਬ ਜੇ ਸਟੇਟਸ ਪਾਇਆ ਕੋਈ ਸ਼ੇਰੋ ਸ਼ਾਇਰੀ ਚੱਲ ਰਹੀ ਹੈ ਵੀ ਕੋਈ ਇੱਥੇ ਕਦਰ ਨਹੀਂ, ਇਹਦਾ ਮਤਲਬ ਹੈ ਵੀ ਇਹ ਬੰਦਾ ਦੁਖੀ ਹੈ। ਤੇ ਜੇ ਸ਼ੇਰੋ ਸ਼ਾਇਰੀ ਕੋਈ ਉਦਾਂ ਦੀ ਪਾਈ ਹੋਵੇ ਇਹਦਾ ਮਤਲਬ ਵੀ ਅੱਜ ਕਹਿਰ ਹੈ। ਤੱਤੀਆਂ ਠੰਡੀਆਂ ਹਵਾਵਾਂ ਦਾ ਪਤਾ ਸਟੇਟਸ ਤੋਂ ਹੀ ਲੱਗ ਜਾਂਦਾ ਕਿ ਨਹੀਂ। ਸੋ YouTube ਦੇ ਉੱਤੇ ਵੀ ਚੱਲ ਰਿਹਾ ਪ੍ਰੋਗਰਾਮ, ਦਮਦਮਾ TV ਮਾਲਵਾ 24 ਘੰਟੇ ਚੱਲਦਾ ਰਹਿੰਦਾ ਹੈ। ਫਾਸਟਵੇ ਦੇ ਉੱਤੇ 130 ਨੰਬਰ ਚੈਨਲ ਹੈ, ਜਿਹੜਾ ਸਾਰਾ ਮਾਲਵਾ ਲੋਕਲ ਆਪਣਾ ਸਾਰਾ ਇੱਧਰ ਦਮਦਮਾ ਸਾਹਿਬ ਵੱਲ, ਡੱਬਵਾਲੀ ਵੱਲ, ਇੱਧਰ ਮਲੋਟ, ਅਬੋਰ, ਬਠਿੰਡੇ ਵੱਲ, ਸਾਰਾ ਮਾਨਸਾ, ਭਲਾਡਾ, ਇਹ 130 ਨੰਬਰ ਤੇ ਚੱਲਦਾ ਹੈ ਫਾਸਟਵੇ ਤੇ। ਪਹਿਲਾਂ 132 ਤੇ ਚੱਲਦਾ ਸੀ, ਹੁਣ ਚੱਲਦਾ 130 ਨੰਬਰ ਤੇ ਦਮਦਮਾ TV। ਬੜਾ ਜ਼ੋਰ ਲਾਇਆ ਵੀ ਬੰਦ ਕਰਾਉਣ ਤੇ, ਇਹਦੇ 'ਚ ਕੋਈ ਸ਼ੱਕ ਨਹੀਂ, ਪ੍ਰੈਸ਼ਰ ਬੜਾ ਰਿਹਾ, ਪਰ ਚਲੋ ਬੰਦਿਆਂ ਨੇ ਖੜੇ ਰਹੇ, ਚਲਾਈ ਰੱਖਿਆ। ਸੋ ਜਿਹੜੇ ਘਰਾਂ 'ਚ TV ਤੇ ਵੇਖਦੇ ਆ ਉਹ ਵੀ ਜਿਹੜੇ ਜਿੱਦਾਂ ਵੀ ਵੇਖ ਰਹੇ ਹੋ, ਕਿਸੇ ਨਾ ਕਿਸੇ ਤਰੀਕੇ ਦੁਆਰਾ ਸੁਣੀਏ। ਬਾਕੀ ਸਾਡੇ ਲਈ ਆਪਾਂ ਅੱਗੇ ਬਹੁਤ ਵਾਰ ਗੱਲ ਕੀਤੀ ਹੈ, ਗੱਲਾਂ ਸੁਣ ਕੇ ਲੜਨ ਨਹੀਂ ਤੁਰ ਪੈਣਾ ਹੁੰਦਾ, ਗੱਲਾਂ ਸੁਣ ਕੇ ਆਪਣੇ ਆਪ ਨਾਲ ਲੜਨਾ ਹੁੰਦਾ ਹੈ। ਲੜਨਾ ਜ਼ਰੂਰ ਹੁੰਦਾ ਹੈ ਪਰ ਲੋਕਾਂ ਨਾਲ ਨਹੀਂ, ਆਪਣੇ ਆਪ ਨਾਲ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਵਾਏ। ਮਨ ਨਾਲ ਝਗੜਾ ਕਰੀਏ ਫਿਰ ਆਤਮ ਜਿਣਾ ਸਗਲ ਵਸ ਤਾਕੈ, ਆਪਣੇ ਆਪ ਨੂੰ ਜਿੱਤ ਕੇ ਵਿਖਾਈਏ। ਮੋਰਚਾ ਲਾਈਏ ਕਿਹਦੇ ਵਿਰੁੱਧ? ਬੋਲੋ, ਆਪਣੇ ਆਪ ਦੇ ਵਿਰੁੱਧ, ਤੇ ਜਿੱਤੀਏ ਵੀ ਆਪਣੇ ਆਪ ਤੋਂ। ਭੈੜੇ ਜਿਹੜੇ ਵਿਚਾਰ ਨੇ, ਭੈੜੀ ਸੋਚ ਹੈ, ਉਹ ਹਾਰੇ। ਜਿਹੜਾ ਘੋਲ ਹੁੰਦਾ ਰਹਿੰਦਾ ਚੰਗਿਆਈ ਬੁਰਾਈ ਦਾ ਅੰਦਰ, ਤੇ ਉਹ ਫਿਰ ਚੰਗਿਆਈ ਜਿੱਤੇ ਤੇ ਅੰਦਰ ਬੁਰਾਈ ਸਾਡੀ ਜਿਹੜੀ ਹੈ ਹਾਰ ਜਾਏ। ਆਪਣੀਆਂ ਭਾਵਨਾਵਾਂ ਤੇ ਕਾਬੂ ਪਾ ਲਈਏ। ਹੁਣ ਇੱਥੋਂ ਗੱਲ ਸ਼ੁਰੂ ਕਰ ਲੈਂਦੇ ਆ। ਵੇਖੋ, ਗੁਲਾਮ ਬੰਦਾ ਨਾ ਜੇਲ੍ਹ 'ਚ ਨਹੀਂ ਹੁੰਦਾ, ਆਪਣੀਆਂ ਭਾਵਨਾਵਾਂ ਦਾ ਵੀ ਗੁਲਾਮ ਹੁੰਦਾ। ਗੁਲਾਮੀ ਜੇਲ੍ਹਾਂ 'ਚ ਨਹੀਂ ਹੁੰਦੀ, ਜੇਲ੍ਹ ਵੀ ਕਈ ਵਾਰੀ ਜੇਲ੍ਹ ਨਹੀਂ ਹੁੰਦੀ,
ਕਈ ਵਾਰੀ ਜੇਲ੍ਹ ਹੈ ਨਹੀਂ ਪਰ ਭਾਵਨਾਵਾਂ ਦਾ ਗੁਲਾਮ ਹੈ। ਉੱਥੇ ਤੇ ਪਤਾ ਨਹੀਂ ਫਿਰ ਵੀ ਕੋਈ ਬੰਦਾ ਡੰਡਾ ਫੜ ਕੇ ਨਾ ਕੰਮ ਕਰਾਵੇ, ਪਰ ਭਾਵਨਾਵਾਂ ਜੇ ਭਾਰੂ ਹੋ ਜਾਣ, ਇੱਛਾਵਾਂ ਜਿਹੜੇ ਸਾਡੇ ਜਜ਼ਬਾਤ ਨੇ, ਜਜ਼ਬਾਤ ਕਹਿ ਲਈਏ, ਭਾਵਨਾਵਾਂ ਕਹੋ, ਜਜ਼ਬਾਤ ਕਹਿ ਲਓ, ਇਮੋਸ਼ਨ ਹਾਵੀ ਹੋ ਜਾਣ ਨਾ ਜੇ, ਤੇ ਕੈਦੀ ਕਰ ਲੈਂਦੇ ਨੇ। ਜੇਲਰ ਤੇ ਭਾਵੇਂ ਘੱਟ ਕੁੱਟੇ, ਇਹ ਛਿੱਤਰ ਬਹੁਤ ਪਵਾਉਂਦੇ ਨੇ। ਭਾਵਨਾਵਾਂ ਦਾ ਗੁਲਾਮ ਹੋ ਜਾਂਦਾ ਬੰਦਾ, ਆਪਣੀ ਇਹ ਜਜ਼ਬਾਤਾਂ ਦਾ ਗੁਲਾਮ ਹੋ ਜਾਂਦਾ ਹੈ, ਆਪਣੇ ਅੰਦਰ ਹੀ ਆਪਣੀਆਂ ਬਣਾਈਆਂ ਭਾਵਨਾਵਾਂ ਦਾ ਕੈਦੀ ਬਣ ਕੇ ਰਹਿ ਜਾਂਦਾ। ਜਿਵੇਂ ਮੱਕੜੀ ਕਈ ਵਾਰੀ ਆਪਣੇ ਬਣਾਏ ਜਾਲੇ 'ਚ ਫਸ ਜਾਂਦੀ ਹੈ। ਕਈ ਵਾਰੀ ਚੱਕਰ ਮਸ਼ਹੂਰ ਹੈ ਗੱਲ, ਬਾਕੀ ਵੈਸੇ ਪਤਾ ਨਹੀਂ, ਮਸ਼ਹੂਰ ਗੱਲ ਇਹ ਹੈ ਵੀ ਮੱਕੜੀ ਆਪਣੇ ਜਾਲੇ 'ਚ ਫਸ ਗਈ। ਇਸੇ ਤਰ੍ਹਾਂ ਜਿਹੜਾ ਅਸੀਂ ਭਾਵਨਾਵਾਂ ਵਧਾ ਲੈਂਦੇ ਹਾਂ, ਜਜ਼ਬਾਤਾਂ ਤੇ ਕਾਬੂ ਨਹੀਂ ਹੁੰਦਾ, ਉਹ ਫਿਰ ਜਜ਼ਬਾਤ ਏਡੇ ਹਾਵੀ ਹੋ ਜਾਂਦੇ ਨੇ ਕਈ ਗੱਲਾਂ ਦੇ ਕਿ ਉਹਦਾ ਤਾਣਾ ਬਾਣਾ ਇਦਾਂ ਦਾ ਬਣ ਜਾਂਦਾ ਹੈ ਕਿ ਅਸੀਂ ਉਹਦੇ ਗੁਲਾਮ ਹੋ ਜਾਂਦੇ ਹਾਂ ਭਾਵਨਾਵਾਂ ਦੇ। ਕੱਲ ਆਪਾਂ ਹੱਸਦੇ ਸੀ ਵੀ ਛੱਡਣੀ ਤੇ ਚਾਹ ਔਖੀ ਹੈ, ਤੇ ਅੱਜ ਮੈਂ ਇੱਕ ਵੀਰ ਦੀ ਪੋਸਟ ਪੜ੍ਹੀ, ਉਹਨੇ ਲਿਖਿਆ ਰਾਗਮਾਲਾ ਬਾਰੇ। ਪਤਾ ਕੀ ਲਿਖਿਆ ਸਿੱਖ ਰਹਿਤ ਮਰਿਆਦਾ 'ਚ, ਗੁਰੂ ਗ੍ਰੰਥ ਸਾਹਿਬ 'ਚ ਰਾਗਮਾਲਾ, ਉਹਦੇ ਬਾਰੇ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਵੀ ਸਥਾਨਕ ਰੀਤੀ ਮੁਤਾਬਕ ਪੜ੍ਹਨੀ ਹੈ ਪੜ੍ਹੀ ਜਾਵੇ, ਜਿਹਨੇ ਨਹੀਂ ਪੜ੍ਹਨੀ ਨਾ ਪੜ੍ਹੇ, ਸਥਾਨਕ ਰੀਤੀ ਮੁਤਾਬਕ ਕਰ ਲਓ। ਤੇ ਅੱਜ ਮੈਂ ਵੇਖਦਾ ਜੀ, ਕਹਿੰਦੇ ਚਾਹ ਵੀ ਕਹਿੰਦੇ ਦੇਖ ਲਓ ਸਥਾਨਕ ਰੀਤੀ ਦੇ ਹਿਸਾਬ ਨਾਲ ਹੀ ਚੱਲੀ ਜਾਂਦੀ। ਔਖਾ ਹੈ ਜਿਹੜਾ ਫੈਸਲਾ, ਔਖਾ ਹੈ। ਤਰੀਕਾ ਵੇਖੋ ਕਿਆ ਬਾਤ ਹੈ ਵੀ ਜੇ ਜਿਹੜਾ ਫੈਸਲਾ ਨਹੀਂ ਹੋ ਸਕਦਾ ਵੀ ਔਖਾ ਹੈ, ਫਿਰ ਐਂ ਕਹਿ ਦੋ ਵੀ ਜਿਵੇਂ ਠੀਕ ਲੱਗਦਾ ਕਰ ਲਓ, ਪਤਾ ਵੀ ਮੰਨੀ ਤੇ ਜਾਣੀ। ਰਾਗਮਾਲਾ ਨਾ ਕੱਢੀ ਜਾ ਸਕਦੀ ਸੀ ਨਾ ਰੱਖੀ ਜਾ ਰਹੀ ਸੀ, ਰੌਲਾ ਪੈ ਗਿਆ ਹੁਣ। ਉਦੋਂ ਫਿਰ ਉਹਨਾਂ ਨੇ ਕਹਿਤਾ ਵੀ ਸਥਾਨਕ ਰੀਤੀ ਦਾ ਹਿਸਾਬ ਜਿਹਾ ਲਾ ਲਿਓ। ਤੇ ਹੱਸਦਾ ਸੀ ਮੈਂ ਨੋਟ ਕਰਦਾ ਸੀ, ਕਹਿੰਦੇ ਜੇ ਚਾਹ ਦਾ ਦੇਖਣਾ ਵੇਖ ਲਓ ਸਥਾਨਕ ਰੀਤੀ ਮੁਤਾਬਕ ਦੇਖ ਲਿਓ, ਪੀਣੀ ਆ ਪੀ ਲਓ ਨਹੀਂ ਤੇ ਰਹਿਣ ਦੇ। ਚਲੋ ਛੱਡੋ ਗੱਲ, ਸੋਚਦੇ ਆਪਾਂ, ਹੱਸ ਲਈਦਾ ਬਈ ਭਾਵਨਾਵਾਂ ਜਿਹੜੀਆਂ ਨੇ ਨਾ ਕਈ ਵਾਰੀ ਇੰਨੀਆਂ ਇੱਛਾਵਾਂ ਹਾਵੀ ਹੋ ਜਾਂਦੀਆਂ ਕਿ ਬੰਦਾ ਗੁਲਾਮ ਹੋ ਜਾਂਦਾ ਹੈ। ਕਿੰਨੀਆਂ ਚੀਜ਼ਾਂ ਜਿਹੜੀਆਂ ਛੱਡਣੀਆਂ ਚਾਹੁੰਦੇ ਆ ਪਰ ਚਾਹ ਕੇ ਵੀ ਛੱਡੀਆਂ ਨਹੀਂ ਜਾਂਦੀਆਂ। ਗੱਲ ਚਾਹ ਦੀ ਨਹੀਂ, ਕਈ ਚਾਹਨਾ ਡਿਮਾਂਡ ਇਦਾਂ ਦੀਆਂ ਨੇ, ਇੱਛਾਵਾਂ ਇਦਾਂ ਦੀਆਂ ਨੇ, ਜੀ ਨਹੀਂ ਕਰਦਾ ਫਿਰ ਵੀ ਕਰਨੀਆਂ ਪੈ ਰਹੀਆਂ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ, ਆਪੇ ਫਸ ਗਏ, ਆਪੇ। ਮੈਂ ਸਿਗਰਟ ਮੰਗਦਾ, ਅਗਲਾ ਕਹਿੰਦਾ ਤੂੰ ਮੰਗਦਾ ਕਿ ਤੇਰਾ ਮਨ ਮੰਗਦਾ, ਤੂੰ ਮੰਗਦਾ ਕਿ ਤੇਰਾ ਮਨ, ਤੇਰਾ ਇੱਕ ਥੌਟ ਹੈ, ਤੇਰੇ ਅੰਦਰ ਇੱਕ ਇੱਛਾ ਹੈ। ਉਹ ਇੱਛਾ ਐਡੀ ਪ੍ਰਬਲ ਹੈ ਕਿ ਬੰਦਾ ਕੰਬਣ ਲੱਗ ਜਾਂਦਾ, ਨਹੀਂ ਮਿਲੀ ਮੈਂ ਕੰਬ ਰਿਹਾ। ਚਾਹ ਦੀ ਚਾਹ ਦੀ ਵੀ ਲਾ ਲਓ, ਚਲੋ ਸ਼ਰਾਬ ਦੀ ਲਾ ਲਓ, ਸ਼ਰਾਬ ਮੰਗ ਰਿਹਾ, ਸ਼ਰਾਬ ਉਹ ਮੰਗ ਰਿਹਾ, ਉਹਦਾ ਇੱਕ ਇਮੋਸ਼ਨ ਹੈ, ਉਹਦੀ ਇੱਕ ਭਾਵਨਾ ਹੈ, ਉਹਦਾ ਇੱਕ ਜਜ਼ਬਾਤ ਹੈ, ਇੰਨਾ ਹਾਵੀ ਕਰ ਲਿਆ ਉਹਨੇ ਆਪਣੇ ਆਪ ਤੇ ਵੀ ਕੰਬ ਰਿਹਾ। ਜੇ ਲਿਆਓਗੇ ਤੇ ਠੀਕ ਹੈ, ਨਹੀਂ ਤਾਂ ਮਰ ਜਾਣਾ। ਮਤਲਬ ਗੁਲਾਮ ਨਹੀਂ ਹੋ ਗਿਆ। ਕਿੰਨੇ ਗੁਲਾਮ ਕੀਤਾ ਉਹਨੂੰ? ਆਪ ਹੀ ਹੋ ਗਿਆ। ਕਿਹੜੀ ਗੁਲਾਮੀ, ਕਿਹੜੀ ਜੇਲ੍ਹ? ਇੰਨੀ ਹਾਵੀ ਕਰ ਲਈ ਚੀਜ਼, ਉਹ ਤੇ ਛੱਡ ਦਿਓ ਯਾਰ। ਬੰਦੇ ਕਈ ਫਾਸਟ ਫੂਡ ਦੇ ਗੁਲਾਮ ਹੋ ਗਏ। ਐ ਮੈਂ ਕਹਿੰਦੇ ਸੁਣੇ ਨੇ ਵੀ ਜੇ ਮੈਂ ਬਾਹਰ ਦਾ ਨਾ ਖਾਦਾ ਮਰ ਜਾ। ਆਪਣੇ ਬੰਦੇ ਪੰਜਾਬੀ ਏਦਾਂ ਗੁਲਾਮ ਹੋ ਗਏ। ਬਹੁਤੇ ਬੰਦਿਆਂ ਤੋਂ ਫੋਨ ਖੋਲੋ ਮਰ ਜਾਣਗੇ। ਫੋਨ ਖੋਲੋ, ਤੈਨੂੰ ਫੋਨ ਦੇਣਾ ਨਹੀਂ। ਉਹ ਮਰਨ ਤੱਕ ਇੰਨਾ ਨਸ਼ਾ ਹੈ ਫੋਨ ਦਾ, ਉਹਨੂੰ ਇਹ ਲੱਗਾ ਵੀ ਦੁਨੀਆ ਹੀ ਖਤਮ ਹੈ। ਫੋਨ ਖਤਮ ਹੈ ਮਤਲਬ ਦੁਨੀਆ ਖਤਮ ਹੈ। ਪਿੱਛੇ ਜੇ PUBG ਬੰਦ ਹੋਇਆ ਨਾ, ਹੋ ਗਈ ਇੱਥੇ ਗੇਮ ਬੰਦ। ਕਾਜੀ ਸਾਹਿਬ ਬੰਦ ਹੈ? ਤੁਹਾਡੇ ਵੱਲੋਂ ਪਹਿਲਾਂ ਹੀ ਬੰਦ ਹੈ। ਅੱਛਾ, ਉਹ ਬੰਦ ਕਰਤੀ ਉਹਨਾਂ ਨੇ ਗੇਮ ਵੀ, ਕਹਿੰਦੇ PUBG ਇੱਥੇ ਬੰਦ ਹੋ ਗਈ।
कई गेमां गूमां बंद करतीਆਂ ਉਹਨਾਂ ਨੇ। ਹੁਣ ਬੰਦੇ ਗੁਲਾਮ ਹੋ ਗਏ ਉਹਨਾਂ ਚੀਜ਼ਾਂ ਦੇ। ਕਹੀ ਜਾਓ, ਸਮਝਾਈ ਜਾਓ, ਕਿਸੇ ਦੀ ਨਹੀਂ ਸੁਣਦੇ, ਦਿਮਾਗ 'ਚ ਬੈਠ ਗਏ। ਫੋਨ ਗਿਆ ਤੇ ਮਤਲਬ ਅਗਲਾ ਕਹਿੰਦਾ ਦੁਨੀਆ, ਮਤਲਬ ਇੱਕ ਬੰਦਾ ਇੰਨੀਆਂ ਗੇਮਾਂ ਖੇਡੀ ਜਾਂਦਾ, ਗੇਮ ਖੇਡੀ ਗਿਆ, ਫਿਰ ਨੈਟ ਬੰਦ ਹੋ ਗਿਆ। ਇੱਕ ਨੌਜਵਾਨ ਮੁੰਡਾ 4 ਸਾਲ ਦਾ ਵੇਖੀ ਜਾਂਦਾ, ਨੈਟ ਬੰਦ ਹੋ ਗਿਆ। ਫਰੈਂਡ ਫੇਸਬੁੱਕਾਂ ਤੇ ਨੇ, ਗੱਲਾਂ ਫੇਸਬੁੱਕਾਂ ਤੇ ਨੇ, ਚੈਟਿੰਗ ਹੋ ਰਹੀ ਹੈ। ਪੁਰਾਣੇ ਵੇਲੇ 'ਚ ਚਾਟੇ ਲੱਗ ਜਾਂਦਾ ਸੀ ਬੰਦਾ, ਇਹ ਚੈਟਿੰਗ ਤੇ ਲੱਗ ਜਾਂਦਾ। ਅਗਲਾ ਕਹਿੰਦਾ ਫਲਾਣੇ ਨੇ ਫਲਾਣੇ ਦਾ ਮੁੰਡਾ ਚਾਟੇ ਲਾ ਲਿਆ, ਚਾਟੇ ਲੱਗ ਗਿਆ, ਉਹਦੇ ਮਗਰ ਲੱਗ ਗਿਆ। ਇੱਥੇ ਚੈਟਿੰਗ 'ਚ ਪੈ ਗਿਆ, ਚੱਕਰ ਪੈ ਗਿਆ। ਚਲੋ ਕਹਿੰਦੇ ਨੈਟ ਹੋ ਗਿਆ ਬੰਦ। ਸਵੇਰੇ ਆਇਆ, 2 ਘੰਟੇ ਮਾਂ ਪਿਓ ਕੋਲ ਬਹਿਣਾ ਪੈ ਗਿਆ, ਨੈਟ ਤੇ ਬੰਦ ਪਿਆ, ਬਾਰ-ਬਾਰ ਵੇਖੇ। ਚਲੋ ਗੱਲਾਂ ਉਹਨਾਂ ਦੀਆਂ ਕਰਕੇ ਬਾਅਦ 'ਚ ਕਹਿੰਦਾ ਬੰਦੇ, ਕਹਿੰਦਾ ਇਹ ਵੀ ਚੰਗੇ ਨੇ, ਬੰਦੇ ਚੰਗੇ ਨੇ। ਕਹਿੰਦਾ ਅੱਜ ਪਤਾ ਲੱਗਾ, ਮਿਲਿਆ ਹੀ ਅੱਜ ਮੇਰੇ ਸਾਹਮਣੇ ਬੈਠੀ ਹੁੰਦੀ ਮਾਂ, ਪਰ ਧਿਆਨ ਕਿਤੇ ਹੋਰ ਹੈ। ਸਾਹਮਣੇ ਬਾਪੂ ਬੈਠਾ, ਧਿਆਨ ਕਿਤੇ ਹੋਰ ਹੈ। ਹੁਣ ਕੀ ਹੁੰਦਾ ਹੈ ਕਿ ਬੰਦਾ ਆਪਣੇ ਹੀ ਇਮੋਸ਼ਨ ਦਾ, ਜਜ਼ਬਾਤਾਂ ਦਾ, ਭਾਵਨਾਵਾਂ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ। ਤੇ ਆਪਾਂ ਪੜ੍ਹਦੇ ਹੁੰਦੇ ਸੀ ਨਾ, ਬੰਦੇ ਨੂੰ ਇਹਦੀਆਂ ਗਰਜਾਂ ਨੇ ਕਮਜ਼ੋਰ ਬਣਾ ਕੇ ਰੱਖ ਛੱਡਿਆ, ਕਮਜ਼ੋਰ ਹੋ ਗਿਆ। ਉਹ ਜਿਹੜੀ ਕਮਜ਼ੋਰੀ ਹੈ ਨਾ, ਫਿਜ਼ੀਕਲ ਕਮਜ਼ੋਰੀ ਨਹੀਂ ਹੈ, ਇਹ ਐਸੀ ਕਮਜ਼ੋਰੀਆਂ ਨੇ ਚੀਜ਼ਾਂ ਕਿ ਜਦੋਂ ਮਰਜ਼ੀ ਡਿੱਗ ਸਕਦਾ ਬੰਦਾ। ਆਪਾਂ ਗੱਲ ਕੀਤੀ ਹੈ ਵੀ ਕਈ ਚੀਜ਼ਾਂ ਐਸੀਆਂ ਨੇ ਕਮਜ਼ੋਰੀ ਨਾ ਬੰਦਿਓ। ਆਪਾਂ ਉਦਣ ਗੱਲ ਕੀਤੀ ਨਾ ਆਪਾਂ ਵੀ ਕਲਗੀਆਂ ਵਾਲੇ ਕਹਿੰਦੇ ਨੇ ਆਨੰਦਪੁਰ ਮੇਰਾ ਗੁਰੂਰ ਹੈ, ਪਰ ਮੇਰੀ ਕਮਜ਼ੋਰੀ ਨਹੀਂ, ਛੱਡਣ ਲੱਗਿਆ ਵੀ ਮਿੰਟ ਲਾਉਂ, ਕਮਜ਼ੋਰੀ ਥੋੜਾ ਮੇਰੀ। ਅਜੀਤ ਸਿੰਘ ਮੇਰਾ ਗੁਰੂਰ ਹੈ, ਜੁਝਾਰ ਸਿੰਘ ਮੇਰਾ ਗੁਰੂਰ ਹੈ, ਪਰ ਤੁਸੀਂ ਕਹਿੰਦੇ ਹੋ ਮੈਨੂੰ ਖਤਮ ਕਰ ਦਿਆਂਗੇ, ਮੇਰੀ ਕਮਜ਼ੋਰੀ ਨਹੀਂ, ਗੁਰੂਰ ਹੈ ਮੇਰਾ। ਪਰ ਇਹਦੇ ਢਹਿਣ ਨਾਲ ਗੋਬਿੰਦ ਸਿੰਘ ਨਹੀਂ ਢਹਿ ਜਾਏਗਾ, ਇਹਦੇ ਜਾਣ ਨਾਲ ਮੈਂ ਨਹੀਂ ਥੋੜਾ ਕਿਤੇ ਚੱਲਿਆ। ਮਤਲਬ ਮੈਂ ਉਦੋਂ ਗੱਲ ਵੀ ਪਰਮੇਸ਼ਰ ਦੁਆਰ ਸਾਡਾ ਗੁਰੂਰ ਹੈ ਇਹ ਤੇ ਕਹੋ, ਪਰ ਜੇ ਪਰਮੇਸ਼ਰ ਦੁਆਰ ਕੱਲ ਨੂੰ ਢਾ ਜਾਣਾ ਆ ਕੇ ਬਲਡੋਜ਼ਰ ਲੈ ਕੇ, ਪਰ ਇਹ ਸਾਡੀ ਕਮਜ਼ੋਰੀ ਨਹੀਂ ਬਣਨੀਆਂ ਚਾਹੀਦੀਆਂ ਚੀਜ਼ਾਂ। ਆਨੰਦ ਲਓ, ਰਸ ਲਓ, ਪਰ ਕਮਜ਼ੋਰੀ ਨਾ ਬਣੇ ਸਾਡੀ। ਬੱਲੇ ਬੱਲੇ ਸਟੇਜਾਂ ਚੜਾਈਆਂ, ਗੁਰੂਰ ਹੈ, ਪਰ ਕਮਜ਼ੋਰੀ ਥੋੜਾ ਵੀ ਗਈਆਂ ਤੇ ਮਤਲਬ ਮਰ ਗਏ, ਐ ਥੋੜਾ ਹੋ ਸਕਦਾ। ਅਸੀਂ ਕੀ ਕਰਦੇ ਆ, ਇਹ ਚੀਜ਼ਾਂ ਦੇ ਗੁਲਾਮ ਬਣ ਜਾਂਦੇ ਆ, ਕਮਜ਼ੋਰੀ ਬਣ ਜਾਂਦੀ ਹੈ। ਉਹ ਫਿਰ ਵੀਕ ਪੁਆਇੰਟ ਹੈ ਨਾ। ਜਿਵੇਂ ਅਗਲਾ ਕਹਿੰਦਾ ਵੀ ਇੱਥੇ ਤੱਕ ਨਾੜੀ ਠੀਕ ਹੈ, ਇੱਥੇ ਬਲੌਕ ਹੈ, ਇੱਥੇ ਬਲੌਕ ਹੈ, ਬਸ ਇੱਕ ਬਲੌਕ ਹੈ ਜਿਹੜਾ ਉਹ ਮਾਰ ਦਿੰਦਾ। ਇੱਕ ਥਾਂ ਤੋਂ ਜਿਹੜੀ ਚੀਜ਼ ਵੀਕ ਹੈ, ਇੱਥੋਂ ਬਲੱਡ ਨਹੀਂ ਨਿਕਲਦਾ, ਇੱਥੋਂ ਸਹੀ ਨਹੀਂ ਜਾ ਰਿਹਾ, ਇੱਥੇ ਵੀਕ ਹੋ ਗਈ ਨਾ, ਇੱਥੇ ਜੰਮ ਗਿਆ ਕੁਛ। ਇਸੇ ਤਰ੍ਹਾਂ ਜਿਹੜੀ ਚੀਜ਼ ਸਾਡੇ ਅੰਦਰ ਜੰਮ ਗਈ, ਉਹ ਸਾਡੀ ਕਮਜ਼ੋਰੀ ਬਣ ਗਈ, ਤੇ ਉਹ ਕਮਜ਼ੋਰੀ ਜਿਹੜੀ ਹੈ ਉਹ ਬਹੁਤ ਨੁਕਸਾਨ ਕਰਦੀ ਹੈ। ਅੰਦਰੇ ਅੰਦਰ ਬੰਦੇ ਨੂੰ ਘੁਣ ਵਾਂਗੂ ਖਾਂਦੀ ਹੈ ਕਮਜ਼ੋਰੀ। ਕਈ ਰਿਲੇਸ਼ਨ ਬਾਹਰ ਬਣਾ ਬੈਠੇ ਹੈ, ਕਮਜ਼ੋਰੀ ਬਣੀ ਗਈ, ਗਲਤ ਪਾਸੇ ਪੈ ਗਏ ਹੈ, ਚਾਹੁੰਦੇ ਆ ਛੱਡ ਦਈਏ, ਅੰਦਰ ਤਕਲੀਫ ਹੁੰਦੀ ਹੈ, ਦਿਮਾਗ ਤੇ ਚੱਕਰੀ ਘੁੰਮ ਜਾਂਦੀ ਵੀ ਕੀ ਹੋ ਗਿਆ, ਕਿਹੜੇ ਚੱਕਰਾਂ 'ਚ ਪੈ ਗਿਆ, ਕਮਜ਼ੋਰੀ ਬਣੀ, ਗੁਲਾਮ ਹੋ ਗਿਆ, ਛੱਡ ਸਕਦਾ ਨਹੀਂ, ਪੁੱਠੇ ਚੱਕਰਾਂ 'ਚ ਪੈ ਗਿਆ। ਬਹੁਤੀ ਦੁਨੀਆ ਇਹਨਾਂ ਚੱਕਰਾਂ 'ਚ ਪੈ, ਤਾਂ ਕਰਕੇ ਬੰਦਾ ਜੇਲ੍ਹ ਹੋਵੇ ਨਾ ਹੋਵੇ, ਇਹ ਅੰਦਰ ਹੀ ਜੇਲ੍ਹ ਹੈ। ਗੱਲ ਆਪਾਂ ਕਰਨੀ ਹੈ ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ, ਪਰ ਆਪਾਂ ਫਿਰ ਅੱਗੇ ਕਰਦੇ ਹਾਂ। ਪਹਿਲਾਂ ਆਪਾਂ ਗੱਲ ਕਰ ਲਈ, ਆ ਪੜ੍ਹ ਲਈਏ। ਬੰਦੇ ਨੂੰ ਇਹਦੀਆਂ ਕਰਜ਼ਾਂ ਨੇ, ਬੰਦੇ ਨੂੰ ਇਹਦੀਆਂ ਕਰਜ਼ਾਂ ਨੇ, ਕਮਜ਼ੋਰ ਬਣਾ ਕੇ ਰੱਖ ਛੱਡਿਆ। ਬੰਦੇ ਨੂੰ ਇਹਦੀਆਂ
ਕਮਜ਼ੋਰ ਬਣਾ ਕੇ ਰੱਖ ਛੱਡਿਆ ਦੀਆਂ ਕਰਜ਼ਾਂ ਨੇ ਬਣਾ ਕੇ ਰੱਖ ਛੱਡਿਆ ਬੰਦੇ ਨੂੰ ਦੀਆਂ ਕਰਜ਼ਾਂ ਨੇ ਬਣਾ ਕੇ ਰੱਖ ਛੱਡਿਆ ਬੰਦੇ ਨੂੰ ਦੀਆਂ ਕਰਜ਼ਾਂ ਨੇ ਗੱਜ ਕੇ ਰੱਖ ਛੱਡਿਆ ਬੰਦੇ ਨੂੰ ਦੀਆਂ ਕਰਜ਼ਾਂ ਨੇ ਤੁਰਾਂ ਦੇ ਮੋਹ ਵਿੱਚ ਹੱਸ ਕੇ ਤਾਂ ਧੀਆਂ ਪੁੱਤਰਾਂ ਦੇ ਮੋਹ ਵਿੱਚ ਹੱਸ ਕੇ ਤਾਂ ਪਸ਼ੂ ਢੋਰ ਬਣਾ ਕੇ ਰੱਖ ਛੱਡਿਆ ਢੋਰ ਬਣਾ ਕੇ ਰੱਖ ਛੱਡਿਆ ਕਮਜ਼ੋਰ ਬਣਾ ਕੇ ਰੱਖ ਛੱਡਿਆ ਕਮਜ਼ੋਰ ਬਣਾ ਕੇ ਰੱਖ ਕਮਜ਼ੋਰ ਬਣਾ ਕੇ ਰੱਖ ਛੱਡਿਆ ਕਮਜ਼ੋਰ ਬਣਾ ਕੇ ਰੱਖ ਛੱਡਿਆ ਕਮਜ਼ੋਰ ਬਣਾ ਕੇ ਰੱਖ ਕਰਜ਼ਾਂ ਨੇ ਕਮਜ਼ੋਰ ਬਣਾ ਕੇ ਰੱਖ ਛੱਡਿਆ ਦੀਆਂ ਕਰਜ਼ਾਂ ਨੇ ਕਮਜ਼ੋਰ ਬਣਾ ਕੇ ਰੱਖ ਛੱਡਿਆ ਦੀਆਂ ਕਰਜ਼ਾਂ ਨੇ ਕਮਜ਼ੋਰ ਬਣਾ ਕੇ ਰੱਖ ਛੱਡਿਆ ਤੈਨੂੰ ਦੀਆਂ ਕਰਜ਼ਾਂ ਨੇ ਬਣਾ ਕੇ ਰੱਖ ਛੱਡਿਆ ਬੰਦੇ ਦੀਆਂ ਕਰਜ਼ਾਂ ਨੇ ਕਮਜ਼ੋਰ ਬਣਾ ਕੇ ਰੱਖ ਛੱਡਿਆ ਕਰਜ਼ਾਂ ਲੋੜਾਂ ਜਾਂ ਕਹੀਏ ਸਵਾਰਥਾਂ ਨੇ ਸਵਾਰਥ ਨੇ ਬੰਦੇ ਦੇ ਮੋਹਦਿਆਂ ਦੇ ਆਪਾਂ ਜਿਹੜੀਆਂ ਗੱਲਾਂ ਕਰਦੇ ਆ ਕੀ ਮਸ਼ੀਨਰੀਆਂ ਨੇ ਨਹੀਂ ਕੀਤੀਆਂ ਪਹਿਲਾਂ ਕੀਤੀਆਂ ਨੇ 40 ਸਾਲ ਦੇ ਕਰਦੇ ਨੇ ਹੁਣ ਕਿਉਂ ਨਹੀਂ ਸਹਿਮਤੀ ਪ੍ਰਗਟਾਉਂਦੇ ਸਵਾਰਥ ਵੀ ਜੇ ਹੁਣ ਨਾਲ ਖੜ ਗਏ ਤੇ ਸਟੇਜਾਂ ਜਾਣਗੀਆਂ ਗਰਜਾਂ ਮੇਰੇ ਨਾਲ ਸਹਿਮਤੀ ਨਹੀਂ ਪਰ ਸਾਡੀ ਸੋਚ ਨਾਲ ਉਹਦੇ ਨਾਲ ਤੇ ਹੋ ਗੱਲ ਤੇ ਕੋਈ ਗਲਤ ਨਹੀਂ ਗੱਲ ਤੇ ਠੀਕ ਹੋ ਰਹੀ ਹੈ ਪਰ ਪੰਗਾ ਕੀ ਹੈ ਪੜ੍ਹੇ ਲਿਖੇ ਨੇ ਜਿਹੜੇ ਬੰਦੇ ਹੁਣ ਜਿਹੜੇ ਬੰਦੇ ਮੰਨ ਲਓ ਘਰ ਚ ਦੀਵਾਨ ਸੁਣੋ ਯੂਨੀਵਰਸਿਟੀ ਬੈਠਾ ਬੰਦਾ ਕੋਈ ਕਾਲਜ ਵਿੱਚ ਕੰਮ ਕਰਦਾ ਹੈ ਜੌਬ ਕਰਦਾ ਹੈ ਪ੍ਰੋਫੈਸਰ ਹੈ ਉਹ ਤੇ 1 ਮਿੰਟ ਚ ਪੜਖ ਲੈਂਦੇ ਨੇ ਵੀ ਗੱਲ ਤੇ ਠੀਕ ਹੈ ਪਰ ਹਾਂ ਚ ਹਾਂ ਮਿਲਾਉਣ ਦੀ ਪ੍ਰੋਬਲਮ ਕੀ ਹੈ ਵੀ ਨਾ ਯਾਰ ਓਪਨ ਜੇ ਕਿਤੇ ਹਾਂ ਚ ਹਾਂ ਮਿਲਾਤੀ ਕਿਤੇ ਪੰਜਾਬੀ ਨਾ ਛਿੜ ਜੇ ਛੱਡ ਫਰੇ ਮਤਲਬ ਰਿਸਕ ਨਹੀਂ ਨਾ ਲਿਆ ਜਾ ਸਕਦਾ ਰਿਸਕ ਹੈ ਖਤਰਾ ਹੈ ਤੇ ਖਤਰਾ ਮੁੱਲ ਲੈਣ ਤੋਂ ਅਸੀਂ ਘਬਰਾਉਂਦੇ ਹਾਂ ਗਰਜਾ ਮਾਰ ਗਈ ਹੈ ਜੀ ਤੇ ਕਰਦਾ ਬੋਲਣ ਦਾ ਪਰ ਗਰਜਾ ਮਾਰ ਗਈ ਜੀ ਤੇ ਕਰਦਾ ਹੈ ਅੰਦਰ ਬੜੇ ਬੰਦਿਆਂ ਦੇ ਮੈਂ ਕਹਿੰਦਾ ਉਬਾਲਾ ਉੱਠਦਾ ਵੀ ਕਰਦੀ ਇਹ ਗੱਲ ਐ ਕਹੀਏ ਵੀ ਆਹ ਠੀਕ ਨਹੀਂ ਆ ਹੈ ਨਹੀਂ ਜੀ ਕਰਦਾ ਬਹੁਤ ਪਰ ਗਰਜਾ ਮਾਰਦੀਆਂ ਵੀ ਛੱਡੋ ਪਰਾਂ ਕਿਤੇ ਜਾਵੇ ਛੇੜਾ ਤੇ ਚਲੋ ਆਪਾਂ ਵੀ ਕਹਿੰਦੇ ਆ ਵੀ ਲੱਤਾਂ ਜਿੰਨੀਆਂ ਕੁ ਭਾਰ ਚੱਲਣ ਉਹਨਾਂ ਕੀ ਕੰਮ ਕਰਿਆ ਕਰੋ ਐਵੇਂ ਨਾ ਪੰਗਾ ਲੈ ਲਿਓ ਕਿਤੇ ਇਹ ਤੇ ਆਪਾਂ ਬਹੁਤ ਵਾਰ ਕਹਿੰਦੇ ਆ ਵੇਖੋ ਇੱਕ ਗੱਲ ਸਪਸ਼ਟ ਹੈ ਆਪਾਂ ਹਮੇਸ਼ਾ ਇਹ ਗੱਲ ਕਹੀ ਹੈ ਵੀ ਜੇ ਕੋਈ ਕਰ ਰਹੇ ਆ ਤੇ ਆਪਣੀਆਂ ਜਿੰਨੀਆਂ ਕੁ ਲੱਤਾਂ ਭਾਰ ਚੱਲਦੀਆਂ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਲਏ ਆ ਫੈਸਲੇ ਤੇ ਹੁਣ ਲੋਕੋ ਤੁਸੀਂ ਕਰੋ ਅਗਲਾ ਕਹਿੰਦਾ ਮੈਂ ਕਰ ਲਿਆ ਫੈਸਲਾ ਹੁਣ ਸਾਰੀ ਕੌਮ ਜਿਹੜੀ ਹੈ ਹੁਣ ਮੇਰੇ ਲਈ ਐਂ ਕਰੋ ਮੇਰੇ ਲਈ ਹੁਣ ਐਂ ਕਰੋ ਆਪਾਂ ਕਹਿੰਦੇ ਆ ਅਸੀਂ ਕੀਤਾ ਹੈ ਅਸੀਂ ਕਰਾਂਗੇ
ਤੁਹਾਨੂੰ ਠੀਕ ਲੱਗਦਾ ਆਓ, ਨਹੀਂ ਲੱਗਦਾ ਨਾ ਲਓ। ਤੁਹਾਡੇ ਸਿਰ ਕੋਈ ਬੋਝ ਨਹੀਂ, ਅਹਿਸਾਨ ਨਹੀਂ। ਅਗਲਾ ਕਵੇ ਵੀ ਹੁਣ ਤੁਸੀਂ ਸਾਨੂੰ ਪੁੱਛ ਕੇ ਕਿਹਾ ਸੀ, ਪੁੱਛਿਆ ਸੀ, ਸਾਨੂੰ ਸਲਾਹ ਕੀਤੀ ਸੀ, ਸਾਡੀ ਸਲਾਹ ਲੈ ਕੇ ਤੁਸੀਂ ਇਹ ਕੰਮ ਕੀਤੇ ਸੀ? ਨਹੀਂ, ਤੁਸੀਂ ਫੈਸਲੇ ਕੀਤੇ ਨੇ ਤੇ ਆਪਣੇ ਫੈਸਲੇ ਦੀ ਜ਼ਿੰਮੇਵਾਰੀ ਵੀ ਤੁਹਾਡੀ ਆਪਣੀ ਹੈ। ਸਾਡੇ ਲੀਡਰਾਂ ਦਾ ਕੰਮ ਇਹ ਹੁੰਦਾ ਵੀ ਫੈਸਲਾ ਕੀਤਾ ਮੈਂ, ਤੇ ਹੁਣ ਪੂਰਾ ਕੌਣ ਕਰੇ? ਕੌਮ। ਮੈਂ ਫੈਸਲਾ ਲੈ ਲਿਆ ਤੇ ਮੈਂ ਭੁੱਖੇ ਰਹਿਣਾ ਹੈ, ਹੁਣ ਅਸੀਂ ਕਹਿੰਦੇ ਲੋਕੋ ਤੁਸੀਂ ਮੇਰੇ ਨਾਲ ਖੜਦੇ ਕਿਉਂ ਨਹੀਂ? ਇਹ ਸੋਚ ਕੇ ਥੋੜਾ ਬੰਦਾ ਕਰਦਾ। ਗੁਰੂ ਨਾਨਕ ਨੇ ਫੈਸਲਾ ਲੈ ਲਿਆ, ਤੁਰ ਪਏ ਬਸ। ਐ ਥੋੜਾ ਕਿ ਵੀ ਲੋਕੋ ਹੁਣ ਮੇਰੇ ਨਾਲ ਨਹੀਂ ਤੁਰਦੇ, ਕਹਿੰਦੇ ਮਰਦਾਨਾ ਹੈਗਾ ਬਸ ਠੀਕ ਹੈ। ਗੁਰੂ ਗੋਬਿੰਦ ਸਿੰਘ ਨੇ ਫੈਸਲਾ ਲੈ ਲਿਆ, ਤਕਲੀਫਾਂ ਆਪ ਝੱਲੀਆਂ। ਇਹ ਥੋੜਾ ਕਿਹਾ ਵੀ ਮੈਂ ਇੰਨਾ ਕੁਝ ਕਰਤਾ ਹੁਣ ਦੁਨੀਆ ਮੇਰੇ ਲਈ ਮਰੇ, ਦੁਨੀਆ ਮੇਰੇ ਲਈ ਕਰੇ। ਅੱਜ ਕੱਲ ਲੋਕ ਕਰਦੇ ਨੇ ਵੀ ਮੈਂ ਕਰੂੰਗਾ ਫੈਸਲਾ, ਮੈਂ ਘਰੇ ਕੀਤਾ ਫੈਸਲਾ, ਮੈਂ ਏਦਾਂ ਪਲਾਨ ਬਣਾਇਆ, ਹੁਣ ਤੁਸੀਂ ਭਾਈ ਸਾਰੇ ਜਣੇ ਇਹਨੂੰ ਪੂਰਾ ਕਰੋ। ਗੁਰੂ ਸਾਹਿਬ ਕਹਿੰਦੇ ਨੇ ਮੈਂ ਫੈਸਲਾ ਲਿਆ, ਆਨੰਦਪੁਰ ਉਜੜੇਗਾ ਤੇ ਮੇਰਾ ਘਰ ਉਜੜਦਾ ਉਜੜਨ ਦਿਓ, ਤੇ ਜੇ ਬੱਚੇ ਸ਼ਹੀਦ ਹੁੰਦੇ ਨੇ ਮਰਦੇ ਨੇ ਤੇ ਮੇਰੇ, ਤੇ ਜੇ ਸਰਸਾ ਸਭ ਤੋਂ ਪਹਿਲਾਂ ਵੜਾਏਗਾ ਤੇ ਮੈਂ, ਜੇ ਸ਼ਹੀਦ ਹੋਣਾ ਤੇ ਅੱਗੇ ਲੱਗਣਾ ਤਾਂ ਮੈਂ। ਉਹ ਕਹਿੰਦੇ ਮੈਂ ਕਰੂੰ, ਲੋਕਾਂ ਨੂੰ ਥੋੜਾ ਕਹਿਣਾ। ਜੇ ਕੀਤਾ ਹੈ ਤੇ ਉਹਦੀ ਜ਼ਿੰਮੇਵਾਰੀ ਚੱਕੋ। ਦੁਨੀਆ ਵਾਸਤੇ ਲੋਕਾਂ ਨੂੰ ਕੁਝ ਤਿਆਰ ਕਰਕੇ ਦੇਣਾ ਨਾ, ਇਦਾਂ ਵੀ ਅਸੀਂ ਕੀਤਾ ਕੁਝ ਕੀਤਾ ਤੇ ਆ ਵੇਖ। ਹੁਣ ਅਸੀਂ ਕੀ ਕਰਦੇ ਆ ਵੀ ਨਕਸ਼ਾ ਮੈਂ ਬਣਾਤਾ, ਹੁਣ ਤੂੰ ਇਹਦੇ ਤੇ ਸਾਰੀ ਬਾਕੀ ਮਟੀਰੀਅਲ ਵੀ ਤੁਹਾਡਾ ਤੇ ਬਾਕੀ ਸਾਰਾ ਕੁਝ ਤੁਸੀਂ ਕਰੋ। ਅਸੀਂ ਇਦਾਂ ਸੋਚਦੇ ਹਾਂ, ਪਰ ਕਿਤੇ ਨਾ ਕਿਤੇ ਜੇ ਇਹ ਰਾਹ ਤੇ ਤੁਰਨਾ ਹੈ ਤੇ ਅਸੀਂ ਤਿਆਰੀ ਕਰੀਏ ਵੀ ਅਸੀਂ ਆਪਣਾ ਨੁਕਸਾਨ ਕਰਾਈਏ, ਲੋਕਾਂ ਦਾ ਨਹੀਂ, ਦੁਨੀਆ ਦਾ ਨਹੀਂ, ਸਮਾਜ ਦਾ ਨਹੀਂ। ਜਿਹੜਾ ਘਾਟਾ ਵਾਧਾ ਸਹਿਣਾ ਉਹ ਵੀ ਆਪੇ ਸਹਿਣਾ ਹੈ, ਡਿਸੀਜਨ ਵੀ ਆਪੇ ਲਈਦੇ ਆ, ਘਾਟਾ ਵਾਧਾ ਵੀ ਆਪੇ ਸਹੀਦਾ ਹੈ। ਜਿਹਨੂੰ ਚੰਗਾ ਲੱਗਦਾ ਆਵੇ, ਜਿਹਨੂੰ ਨਹੀਂ ਚੰਗਾ ਲੱਗਦਾ ਨਾ ਆਵੇ। ਅਹਿਸਾਨ ਨਹੀਂ ਕਿਸੇ ਤੇ, ਆਪਣਾ ਨਹੀਂ ਕਹਿੰਦੇ ਅਹਿਸਾਨ ਹੈ ਤੇਰਾ ਮੇਰੇ ਤੇ, ਐ ਕਹਿੰਦਾ ਇਹ ਹੈ ਨਹੀਂ ਕਿਸੇ ਦੀ। ਸਾਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸੋ ਇਸ ਕਰਕੇ ਮਾਰਦੇ ਆ ਸਵਾਰਥ, ਮਾਰਦੀਆਂ ਗਰਜਾਂ, ਸਾਡੀਆਂ ਲੋੜਾਂ ਉਹ ਬੇੜਾ ਪਾ ਦਿੰਦੀਆਂ ਸਾਡਾ। ਕਿੰਨਾ ਕੁਛ ਕਲੀਅਰ ਹੈ, ਆਪਾਂ ਸਟੇਟਮੈਂਟਾਂ ਦਿੱਤੀਆਂ, ਤੀਰਥ ਕੁੜਕੀਆਂ ਨੇ ਕੜਕੀਆਂ, ਤੀਰਥ ਕੜਕੀਆਂ ਨੇ ਕੜਕੀਆਂ। ਕੜਕੀਆਂ ਵੇਖੀਏ, ਚੂਹਾ ਫੜਨ ਵਾਲੀ ਕੜਕੀ ਵੇਖੀ, ਚੂਹਾ ਫੜਨ ਵਾਸਤੇ ਅਗਲੇ ਨੇ ਕੜਕੀ ਲਾਈ ਹੈ, ਕੜਕੀ ਲਾਈ ਹੈ। ਤੇ ਕਬੀਰ ਜੀ ਦਾ ਸ਼ਬਦ ਹੈ, ਮੈਂ ਅਰਥ ਸਿੱਧਾ ਹੀ ਕਰਨ ਲੱਗਿਆ। ਜਿੰਨੇ ਸੁਣ ਰਹੇ ਹੋ, ਮੈਂ ਇੱਕ ਗੱਲ ਨੋਟ ਕੀਤੀ, ਸ਼ਬਦ ਦੀ ਜਦੋਂ ਗੱਲ ਚੱਲੇ ਫਿਰ ਭੱਜ ਲੈਂਦੇ ਨੇ ਵੀ 10 ਮਿੰਟ ਹੁਣ ਆਰਾਮ ਕਰੋ, ਸ਼ਬਦ ਚੱਲਣ ਲੱਗਾ ਫੇਰ ਆ ਜਾਣਗੇ। ਸ਼ਬਦ ਨਾਲ ਕੀ ਤੁਹਾਨੂੰ ਪ੍ਰੋਬਲਮ ਪੈਂਦੀ ਹੈ ਵੀ ਤੈਨੂੰ ਸ਼ਬਦ ਦੰਦੀਆਂ ਵੱਢਦਾ, ਸ਼ਬਦ ਵੀ ਸੁਣ ਲੈ। ਵੀ ਪੁਜਾਰੀ ਤੇ ਚੀਕਾਂ ਮਾਰੇ, ਕੋਈ ਪੁਜਾਰੀ ਨੂੰ ਤੇ ਸ਼ਬਦ ਵੱਧਦਾ ਦੰਦੀਆਂ ਵੀ ਆਹ ਸ਼ਬਦ ਪੁਜਾਰੀ ਦੇ ਤੇ ਤੀਰਥਾਂ ਵਾਲਿਆਂ ਤੇ ਚੀਕਾਂ ਵੱਜਣਗੀਆਂ, ਪਰ ਤੁਹਾਡੀਆਂ ਕਿਉਂ ਵੱਜਦੀਆਂ? ਤੁਸੀਂ ਤਾਂ ਸੁਣਿਆ ਕਰੋ ਨਾ ਬਾਬੇ ਦੀ ਬਾਣੀ, ਬਾਬੇ ਵਾਲੇ ਪਾਸੇ ਖੜਿਆ ਕਰੋ, ਜਦੋਂ ਸ਼ਬਦ ਆਉਂਦਾ ਭੱਜ ਲੈਣਗੇ ਵੀ ਚੱਲ ਹੁਣ 5-10 ਮਿੰਟ ਸ਼ਬਦ ਦੀ ਗੱਲ ਚੱਲਣੀ ਹੈ, ਉਹਨਾਂ ਚਿਰ ਫੇਸਬੁੱਕ ਛੱਡੋ, ਹੋਰ ਕੁਝ ਵੇਖ ਲਓ ਫਟਾਫਟ। 5 ਮਿੰਟ ਫਿਰ YouTube ਦਾ ਕੋਈ ਹੋਰ ਖੋਲ ਕੇ ਮੜ ਜਾ 5 ਮਿੰਟ ਉਧਰ ਵੀ ਥੁੰਗ ਮਾਰੇ ਆਉਂਦੇ ਨੇ ਜਾ ਕੇ। ਏਦਾਂ ਕਰਦੇ ਨੇ ਵੀ ਤੁਸੀਂ ਹੁਣ ਜੇ ਦੇਖ ਰਹੇ ਆ ਤੇ ਬੰਦਾ ਸ਼ਬਦ ਵੀ ਸੁਣੇ। ਕਮਾਲ ਵੇਖਿਓ ਤੁਸੀਂ, ਅੱਖਾਂ ਖੁੱਲਦੀਆਂ ਵੇਖਿਓ। ਕਬੀਰ ਜੀ ਦਾ ਸ਼ਬਦ ਹੈ ਜਿਹੜਾ ਏ, ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ। ਸ਼ੁਰੂ ਤੋਂ ਪੜਿਓ। काल भूत की हस्तनी मन भौर रे, चलत रचयो जगदीश। काम सोहे गज बस करे मन भौरा रे, अंकस सहयो शीस। कुदरती कहते, कुदरती निजम मुताबक कहते वेखो खेड किदां दी चलदी है। कागजां दी हथनी, ढांचा कलबूत जिहड़ा आ, एक कलबूत बनाया जाता है कागजां दा।
ਕਾਲਬੂਤ ਕੀ ਹਸਤਨੀ। ਇੱਕ ਕੁਲਬੂਤ ਹੈ, ਅਸਲੀ ਹਥਨੀ ਨਹੀਂ। ਹਾਥੀ ਨੂੰ ਫੜਨਾ, ਹਾਥੀ ਨੂੰ ਫੜਨਾ। ਉਹਨਾਂ ਨੇ ਨਕਲੀ ਹਥਨੀ ਬਣਾਤੀ, ਉੱਤੇ ਕੱਪੜਾ ਜਿਹਾ ਪਾਤਾ ਵੀ ਹਾਥੀ ਕਾਮ ਦਾ ਵਿੱਚ ਅੰਨਾ ਹੋ ਕੇ ਆਊ, ਤੇ ਹਥਨੀ ਬਣਾ ਕੇ ਨਕਲੀ ਕਾਨਿਆਂ ਦੀ ਪਾਤੀ ਛੱਤ, ਕਾਨਿਆਂ ਦੀ ਛੱਤ ਪਾਤੀ, ਉੱਤੇ ਖਿਲਾਰਤੀ ਹਥਨੀ, ਤੇ ਹਥਨੀ ਨੂੰ ਫੜਨ ਵਾਸਤੇ ਕੜਿੱਕੀ ਲਾਤੀ। ਕੜਿੱਕੀ ਕਹਿੰਦੇ ਇਹ ਕਾਬੂ ਨਹੀਂ ਆਉਂਦਾ, ਇਹਨੂੰ ਕਾਬੂ ਕਰਨ ਵਾਸਤੇ ਨਕਲੀ ਹਥਨੀ ਬਣਾਓ। ਹਥਨੀ ਬਣਾਈ, ਉੱਤੇ ਕਲਬੂਤ ਬਣਾਤਾ ਕੱਲਾ, ਅਸਲੀ ਨਹੀਂ ਨਕਲੀ ਹਥਨੀ ਹੈ। ਤੇ ਹਾਥੀ ਕਾਮ ਵਿੱਚ ਅੰਨਾ ਹੋਇਆ ਆਇਆ, ਕਾਮ ਸਵਾਏ ਗੱਜ ਬਸ ਪਰੇ ਮਨ ਬੋਰਾ ਰੇ ਅੰਕਸ ਸਹਿਓ ਸੀਸ। ਪੜ੍ਹਦੇ ਹੋ ਭਗਤੀ। ਕਾਲਬੂਤ ਕੀ ਹਸਤਨੀ ਮਨ ਬੋਰਾ ਰੇ ਚਲਤ ਰਚਿਓ ਜਗਦੀਸ਼ ਕਾਮ ਸੋਏ ਗਜ ਬਸ ਪਰੇ ਮਨ ਬੋਰਾ ਰੇ ਅੰਕਸ ਸਹਿਓ ਸੀਸ। ਹਥਨੀ ਸੀ ਨਕਲੀ ਤੇ ਆਇਆ, ਉਹਦੇ ਵਿੱਚ ਡਿੱਗ ਪਿਆ। ਅਗਲੇ ਕਈ ਦਿਨ ਭੁੱਖਾ ਰੱਖਦੇ ਆ, ਭੁੱਖਾ ਰੱਖਦੇ ਆ, ਭੁੱਖਾ ਰੱਖ ਰੱਖ ਕੇ ਫਿਰ ਉਹਨੂੰ ਵਸ ਚ ਕਰਦਾ ਹੈ। ਫਿਰ ਮੁਹਾਵਤ ਦਾ ਅੰਕਸ ਸਹਿਣਾ ਪੈਂਦਾ ਹੈ, ਆਟਾ ਮੰਗਦਾ ਫਿਰਦਾ ਹੈ। ਤੇ ਉਹਨਾਂ ਨੇ ਕੀ ਕੀਤਾ, ਸ਼ਿਕਾਰੀਆਂ ਨੇ ਕੜਿੱਕੀ ਲਾ ਲਈ। ਕੜਿੱਕੀ, ਤੇ ਕੜਿੱਕੀ ਕੀ ਸੀ ਭਲਾ? ਨਕਲੀ ਹਥਨੀ ਕੜਿੱਕੀ ਸੀ। ਹਾਥੀ ਨੂੰ ਫੜਨ ਵਾਸਤੇ ਕੜਿੱਕੀ ਲਾ ਲਈ। ਅੱਗੇ ਵਿਖੇ ਬਾਚ ਹਰ ਰਾਤ ਸਮਝ ਮਨ ਬੋਰਾ ਰੇ ਨਿਰਭੈ ਹੋਏ ਨਾ ਹਰ ਭਜੇ ਮਨ ਬੋਰਾ ਰੇ ਗਹਿਓ ਨਾ ਰਾਮ ਜਹਾਜ। ਕਹਿੰਦੇ ਤੂੰ ਗਿਆਨ ਦੇ ਰਾਹ ਤੇ ਮੇਰਿਆ ਮਨਾ ਤੁਰਦਾ ਨਹੀਂ, ਅਕਲ ਦੇ ਰਾਹ ਤੇ ਤੁਰ। ਇਹਦੇ ਵਿੱਚ ਵਿਸ਼ਿਆਂ ਦੇ ਵਿੱਚ ਵਕਾਰਾਂ 'ਚ ਫਸੀ ਨਾ, ਜਿਵੇਂ ਉਹ ਫਸ ਗਿਆ ਸੀ। ਫਸ ਗਿਆ ਸੀ ਨਾ, ਉਹ ਕਾਮ 'ਚ ਫਸ ਗਿਆ ਸੀ। ਤੂੰ ਇਸ ਕਰਕੇ ਅਕਲ ਦੇ ਰਾਹ ਤੇ ਤੁਰ, ਨਿਡਰ ਹੋ, ਸਮਝ ਦੇ ਰਾਹ ਤੇ ਤੁਰ। ਕਮਲਿਆ ਮਨਾ ਮੇਰਿਆ ਫਸ ਨਾ ਜਾਈ, ਪੁੱਠੇ ਚੱਕਰਾਂ ਦੇ ਵਿੱਚ ਹਾਥੀ ਫਸ ਗਿਆ ਸੀ, ਤੂੰ ਨਾ ਫਸ ਜਾ। ਅੱਗੇ ਵੇਖਿਓ, ਕਹਿੰਦੇ ਇਹਦੇ ਤੋਂ ਬਚ, ਜ਼ਹਿਰ ਤੋਂ। ਇਹ ਜ਼ਹਿਰੀ ਸਿਸਟਮ ਹੈ ਸਾਰਾ। ਅੱਗੇ ਕਹਿੰਦੇ ਜਿਵੇਂ ਹਾਥੀ ਫੜਿਆ, ਐਂ ਕਹਿੰਦੇ ਫਿਰ ਕੀ ਕਰਦੇ ਆ, ਬਾਂਦਰ ਨੂੰ ਫੜਦੇ ਆ। ਕਿਵੇਂ? ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾ ਰੇ ਲੀਨੀ ਹਾਥ ਪਸਾਰ ਛੂਟਨ ਕਉ ਸਹਸਾ ਪਰਿਆ ਮਨ ਬੋਰਾ ਰੇ ਨਾਚਿਓ ਘਰ ਘਰ ਬਾਰ। ਕਹਿੰਦੇ ਕੜਿੱਕੀ, ਹਾਥੀ ਉਧਰ ਤੇ ਹਾਥੀ ਹਥਨੀ ਬਣਾਈ ਸੀ, ਇੱਥੇ ਕੜਿੱਕੀ ਲਾਤੀ। ਕੜਿੱਕੀ ਭਲਾ ਕਾਹਦੀ ਲਾਈ? ਇਹਨਾਂ ਨੇ ਕੁੱਜੇ ਦੇ ਵਿੱਚ ਪਾਤੇ ਛੋਲੇ, ਤੇ ਬਾਂਦਰ ਛੋਲਿਆਂ ਦਾ ਪ੍ਰੇਮੀ ਹੁੰਦਾ, ਛੋਲਿਆਂ ਨੂੰ ਪਸੰਦ ਕਰਦਾ। ਛੋਲਿਆਂ ਦਾ ਇਹ ਕੁੱਜਾ ਭਰ ਕੇ ਰੱਖਤਾ। ਧਿਆਨ ਇੱਧਰ ਰੱਖਿਓ ਬਈ, ਕੁੱਜਾ ਰੱਖਦਾ ਹੈ ਭਰ ਕੇ, ਤੇ ਉੱਤੇ ਉਹਦਾ ਮੂੰਹ ਸੀ ਸੌੜਾ, ਸੌੜਾ ਮੂੰਹ ਹੁੰਦਾ, ਭੀੜਾ। ਹਾਥੀ ਜਦੋਂ ਬਾਂਦਰ ਆਉਂਦਾ ਹੱਥ ਐ ਪਾਉਂਦਾ, ਹੱਥ ਤੇ ਪੈ ਜਾਂਦਾ, ਕਿਉਂਕਿ ਹੱਥ ਐ ਹੁੰਦਾ। ਜਦੋਂ ਇਹ ਮੁੱਠੀ ਭਰਦਾ, ਫਿਰ ਜਦੋਂ ਬਾਹਰ ਕੱਢਦਾ ਤੇ ਗੱਡੀ ਨਹੀਂ ਜਾਂਦੀ, ਤੇ ਲਾਲਚ ਹੋ ਗਿਆ, ਫਸ ਗਿਆ। ਐ ਕੱਢੀ ਜਾਂਦੀ ਨਹੀਂ ਮੁੱਠੀ, ਬਸ ਫਿਰ ਉਹ ਚੀਕਾਂ ਮਾਰਦਾ। ਹੁਣ ਮੁੱਠੀ ਖੋਲ ਦੇਵੇ, ਹੱਥ ਦਾਣੇ ਛੱਡੇ, ਐ ਨਿਕਲ ਸਕਦਾ, ਪਰ ਐਂ ਫਸਾ ਲੈਂਦਾ ਹੱਥ, ਤੇ ਆ ਕੇ ਫੜਨ ਵਾਲੇ ਬਾਂਦਰਾਂ ਨੂੰ ਫੜ ਲੈਂਦੇ ਨੇ, ਤੇ ਕੜਿੱਕੀ ਲਾਈ ਅਗਲੇ ਨੇ। ਫਿਰ ਨੱਚਦਾ ਫਿਰਦਾ, ਘਰ ਘਰ ਖਾਲਾ ਛੋਲੇ, ਖਾਲਾ ਛੋਲੇ ਫਿਰਦਾ ਨਾ, ਘਰ ਘਰ ਨੱਚਦਾ, ਘਰ ਘਰ ਨੱਚਦਾ, ਘਰ ਘਰ ਨਚਾਉਂਦਾ। ਉਹਦਾ ਸਵਾਰਥ, ਉਹਦਾ ਲੋਭ, ਉਹਦੀ ਗਰਜ ਕੈਦੀ ਕਰਤਾ ਨਾ। ਕਿੰਨੇ? ਸਵਾਰਥ ਨੇ ਕੈਦੀ ਕਰਤਾ। ਖਾਲਾ ਛੋਲੇ ਐਂ ਸਾਡੇ ਵਾਲਿਆਂ ਵੀ ਕਈਆਂ ਨੂੰ ਕਹਿਣ ਵਾਲਾ ਹੀ ਹੈ ਵੀ ਭਾਈ ਖਾਲਾ ਛੋਲੇ, ਆ ਫਿਰਦਾ ਫਸਿਆ। ਬੰਦਾ ਫਸਦਾ, ਛਿੱਤਰ ਖਾਂਦਾ, ਰੋਜ਼ ਫਸ ਜਾਂਦਾ, ਕਰੇ ਕੀ? ਅੱਛਾ, ਇਹ ਤੇ ਹੋ ਗਈ ਗੱਲ। ਇਹ ਕੜਿੱਕੀ ਲਾ ਲਈ। ਅਗਲੀ ਕੜਿੱਕੀ ਸੁਣ ਲਓ। ਜਿਉ ਨਲਨੀ ਸੂਟਾ ਗਹਿਓ ਮਨ ਬੋਰਾ ਰੇ ਮਾਇਆ ਇਹ ਵਿਵਹਾਰ ਜੈਸਾ ਰੰਗ ਕਸੁੰਭ ਕਾ ਮਨ ਬੋਰਾ ਰੇ ਤਿਉ ਪਸਰਿਓ ਪਾਸਾਰ। ਏਦਾਂ ਤੋਤੇ ਨੂੰ ਕਹਿੰਦੇ ਫੜਨਾ ਹੁੰਦਾ ਹੈ, ਏਦਾਂ ਨਲਕੀ ਰੱਖ ਦਿੰਦੇ ਐ, ਨਲਕੀ, ਨਲਨੀ,
ਉਹਦੇ ਉੱਤੇ ਆ ਕੇ ਤੋਤਾ ਬੈਠਦਾ ਹੈ, ਉਹ ਇੱਕਦਮ ਭਾਰ ਦੇ ਨਾਲ ਐ ਘੁੰਮ ਜਾਂਦੀ ਹੈ, ਉਹ ਕੜਿੱਕੀ ਹੋਈ ਹੁੰਦੀ ਹੈ, ਉਹ ਵੀ ਕੜਿੱਕੀ। ਥੱਲੇ ਲੋਟਾ ਪਾਣੀ ਦਾ ਧਰਿਆ ਹੁੰਦਾ, ਬਾਲਟੀ ਭਰ ਕੇ ਰੱਖ ਦਿੰਦੇ ਆ। ਜਦੋਂ ਤੋਤਾ ਪੁੱਠਾ ਹੁੰਦਾ ਹੈ ਨਾ, ਉਲਟਦਾ ਹੈ, ਉਹ ਜਦੋਂ ਪੁੱਠਾ ਹੋ ਕੇ ਵੇਖਦਾ ਉਹਨੂੰ ਐ ਲੱਗਦਾ ਵੀ ਇੰਨਾ ਪਾਣੀ ਹੁੰਦਾ ਥੋੜਾ ਜਿਹਾ ਹੀ ਹੈ ਬਾਲਟੀ, ਉਹਨੂੰ ਐ ਲੱਗਦਾ ਪਾਣੀ ਪਾਣੀ ਹੈ। ਵੀ ਜੇ ਮੈਂ ਕੜਿੱਕੀ ਇਹਨੂੰ ਛੱਡਿਆ ਨੱਲੀ ਨੂੰ, ਐ ਪੈਰ ਹੱਥ ਛੱਡੇ, ਪੰਜੇ ਛੱਡੇ, ਤੇ ਮੈਂ ਪਾਣੀ 'ਚ ਡੁੱਬ ਜਾਣਾ। ਉਹ ਛੱਡਦਾ ਨਹੀਂ, ਅਗਲੇ ਆ ਕੇ ਤੋਤਾ ਫੜ ਲੈਂਦਾ। ਕੜਿੱਕੀ ਲਾਈ ਤੋਤੇ ਲਈ, ਤੋਤੇ ਲਈ ਕੜਿੱਕੀ ਹੋਰ ਹੈ, ਬਾਂਦਰ ਲਈ ਕੜਿੱਕੀ ਹੋਰ ਹੈ, ਹਾਥੀ ਲਈ ਕੜਿੱਕੀ। ਹਾਏ ਓਏ ਰੱਬਾ, ਪੁਜਾਰੀ ਵਾਲਾ ਰੱਬ ਕਹਿਣ 'ਚ ਆ ਗਈ ਗੱਲ। ਕਬੀਰ ਜੀ ਦੀ ਆਹ ਕਮਾਲ ਦੀ ਗੱਲ ਹੈ। ਕਿੰਨੇ ਬਾਣੀ ਕਿਉਂ ਨਹੀਂ ਪੜ੍ਹੀ? ਅਸੀਂ ਬਾਣੀ ਕਿਉਂ ਨਹੀਂ ਪੜ੍ਹੀ? ਇੱਥੇ ਕਹਿੰਦੇ ਬੰਦੇ ਨੂੰ ਫੜਨ ਲਈ ਵੀ ਕੜਿੱਕੀ ਹੈ। ਕਹਿੰਦੇ ਇਹ ਕੜਿੱਕੀਆਂ ਨੇ, ਤਿੰਨ ਨੇ ਕੜਿੱਕੀਆਂ, ਇੱਕ ਕੜਿੱਕੀ ਬੰਦੇ ਲਈ। ਕਿਹੜੀ ਭਲਾ? ਨਹਾਵਣ ਕਾ ਤੀਰਥ ਘਣੇ ਮਨ ਬੋਰਾ ਰੇ, पूजन को बहु दे कहो कबीर छूटन नहीं मन बोरा रे, छूटन हर की सेवा। कोई देण दे सकदा कबीर जी वर्गिਆਂ ਦਾ? 500 साल ਪਹਿਲਾਂ ਇੰਨਾ ਕੰਮ ਕਰ ਗਏ ਸੀ ਸਾਡੇ ਵਰਗੇ ਪਸ਼ੂ, ਫਿਰ ਉਸੇ ਖੱਡ 'ਚ ਜਾ ਡਿੱਗੇ। ਜਿਹੜੇ ਖੱਡ 'ਚੋਂ ਗੁਰੂ ਕਬੀਰ ਜੀ, ਗੁਰੂ ਨਾਨਕ ਜੀ ਕੱਢਦੇ ਸੀ, ਉਹ 'ਚ ਫਿਰ ਜਾ ਡਿੱਗੇ। ਕਮਾਲ ਕੀਤੀ ਹੋਈ ਹੈ। ਕਹਿੰਦੇ ਉਹ ਕੜਕੀਆਂ ਨੇ, ਆਹ ਕੜਕੀ ਵਾਲੀ ਖਤਰਨਾਕ ਹੈ, ਇਹ ਬੰਦੇ ਲਈ ਹੈ। ਚੱਲ ਯਾਰ, ਸਭ ਤੋਂ ਸ੍ਰੇਸ਼ਟ ਜੇ ਕੋਈ ਚੀਜ਼ ਜੀਵ ਹੈ, ਉਹ ਕਿਹੜਾ ਭਲਾ? ਸਾਰਿਆਂ ਨਾਲ ਬੰਦਾ। ਤੇ ਬੰਦੇ ਨੂੰ ਜਿਹੜੀ ਚੀਜ਼ ਜਕੜੇ, ਉਹ ਕੜਕੀ ਸਭ ਤੋਂ ਖਤਰਨਾਕ ਹੈ। ਤੇ ਕਿਹੜੀ ਕੜਕੀ ਹੈ? ਕਹਿੰਦੇ ਨਾਵਣ ਕੋ ਤੀਰਥ ਘਣੇ। ਕਹਿੰਦੇ ਬੜੇ ਤੀਰਥ ਬਣਾਤੇ, ਇੱਥੇ ਨਾਲ ਹੈ, ਇੱਥੇ ਨਾਲ ਹੈ, ਇੱਥੇ ਨਾਲ ਹੈ। ਤੇ ਦੇਵਤੇ ਹੀ ਇੰਨੇ ਬਣਾਈ ਬੈਠਾ ਵੀ ਇਹਨੂੰ ਪੂਜ ਲੈ, ਇਹਨੂੰ ਪੂਜ ਲੈ, ਇਹਨੂੰ ਪੂਜ ਲੈ। ਕਹਿੰਦੇ ਇਹਨਾਂ ਚੱਕਰਾਂ 'ਚ ਐ ਘੁੰਮਦਾ ਫਿਰਦਾ ਰਹੇਗਾ ਜਿਵੇਂ ਬਾਂਦਰ ਘਰ ਘਰ ਗਦੀ ਗੇੜ ਵਿੱਚ ਪਿਆ ਰਹਿੰਦਾ, ਹਾਥੀ ਆਟਾ ਮੰਗਦਾ ਫਿਰਦਾ, ਤੋਤਾ ਚੂਰੀ ਖਾਣੀ ਹੈ ਪਿੰਜਰੇ 'ਚ ਪਿਆ, ਐਂ ਘੁੰਮੀ ਜਾਂਦਾ ਵਿਚਾਰਾ ਉਹਨੇ ਕੁ ਥਾਂ 'ਚ। ਉਹ ਵੀ ਇੰਨੇ ਕੁ ਥਾਂ 'ਚ ਘੁੰਮੀ ਜਾਊ, ਬਾਂਦਰ ਵੀ ਇੰਨੇ ਕੁ ਥਾਂ 'ਚ ਘੁੰਮੀ ਜਾਊ, ਹਾਥੀ ਵੀ ਇੰਨੇ ਕੁ ਥਾਂ 'ਚ ਘੁੰਮੀ ਜਾਊ। ਐਸੇ ਗਦੀ ਗੇੜ 'ਚ ਪਾਉਣਗੇ, ਇੱਥੇ ਹੀ ਕਮਾਈ ਜਾਣਗੇ, ਇੱਥੇ ਕਮਾਈ ਜਾ, ਜੇਬ ਖਾਲੀ ਕਰੀ ਜਾ, ਇੱਥੇ ਕਮਾਈ ਜਾ, ਜੇਬ ਖਾਲੀ ਕਰੀ ਜਾ। ਇਹ ਢਾਂਚਾ ਕਬੀਰ ਜੀ ਦੇ ਆਉਣ ਤੋਂ ਪਹਿਲਾਂ ਦਾ ਹੈ। ਸਾਡੇ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬਣਾ ਲਿਆ। ਸੇਮ ਹੈ, ਢਾਂਚਾ ਹੀ ਹੈ, ਪੂਰੇ ਦਾ ਪੂਰਾ ਉਵੇਂ ਹੀ ਹੈ। ਬਸ ਫਰਕ ਇੰਨਾ ਹੈ, ਉੱਥੇ ਕੁਝ ਹੋਰ ਹੈ ਤੇ ਇੱਥੇ ਵੇਖਣ ਨੂੰ, ਦਰਸ਼ਨ ਕਰਾਉਣ ਨੂੰ ਕੁਝ ਹੋਰ ਹੈ। ਪਰ ਗਿਆਨ ਲੈਣ ਦੀ ਗੱਲ ਕੌਣ ਕਰਦਾ? ਉਹ ਵੀ ਕਹਿੰਦਾ ਆਜਾ ਟੇਕ ਮੱਥਾ ਚੱਕ ਪ੍ਰਸ਼ਾਦ। ਸਾਡੇ ਵਾਲੇ ਕਹਿੰਦੇ ਆਜਾ ਟੇਕ ਮੱਥਾ ਚੱਕ ਪ੍ਰਸ਼ਾਦ, ਲੰਘ ਜਾ, ਬਸ ਭੇਟਾ ਦੇ ਜਾ, ਪ੍ਰਸ਼ਾਦ ਲੈ ਜਾ ਤੇ ਚੱਲ। ਗਿਆਨ ਕੌਣ ਸਮਝਾਉਂਦਾ? ਕਿਹੜੇ ਥਾਂ ਤੇ ਹੈ? ਸੇਮ ਕਾਪੀ ਹੈ ਕੀਤੀ ਹੋਈ ਸਾਡੇ ਲੋਕਾਂ ਨੇ। ਅਗਲਾ ਕਹਿੰਦਾ ਉੱਥੇ ਤੇ ਮੂਰਤੀ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਹੈ, ਪਰ ਯਾਰ ਮੱਥਾ ਤੁਸੀਂ ਰਮਾਲੇ ਥੱਲੇ ਕੋਈ ਹੋਰ ਗ੍ਰੰਥ ਵੀ ਰੱਖ ਦਿਓ, ਭੋਲੇ ਲੋਕਾਂ ਨੇ ਮੱਥਾ ਟੇਕ ਕੇ ਮੁੜ ਜਾਣਾ। ਉਹਨਾਂ ਨੂੰ ਦੱਸਿਆ ਤੇ ਕੁਝ ਵੀ ਨਹੀਂ, ਤੁਸੀਂ ਗਿਆਨ ਤੇ ਕਰਾਇਆ ਹੀ ਨਹੀਂ, ਸਮਝ ਤੇ ਦਿੱਤੀ ਕੋਈ ਨਹੀਂ। ਕਲਾਸਾਂ ਹੋਣੀਆਂ ਚਾਹੀਦੀਆਂ, ਢਾਂਚਾ ਏਦਾਂ ਦਾ ਹੋਵੇ ਵੀ ਘੰਟਾ, 1 ਘੰਟਾ ਕਲਾਸ ਚੱਲ ਰਹੀ ਹੈ, ਬਹਿ ਜਾਓ ਬੰਦੇ ਬਣ ਕੇ। ਜਿਵੇਂ ਲੰਗਰ 'ਚ ਨਹੀਂ ਵੇਟ ਕਰਦੇ ਬਾਹਰ ਬੈਠੇ, ਦਰਬਾਰ ਸਾਹਿਬ 'ਚ ਵੇਖੋ ਵੇਟ ਨਹੀਂ ਕਰਦੇ, ਲੈਣਾ ਜ਼ਿਆਦਾ ਲੱਗ ਜਾਂਦੀ ਹੈ। ਤੇ ਲੰਗਰ ਵਾਲੇ ਨੂੰ ਕਹਿੰਦੇ ਬਾਹਰ ਬੈਠੋ, ਨਵੇਂ ਬੰਦੇ ਆਉਣਗੇ, ਫਿਰ ਤੁਸੀਂ ਉੱਠ ਕੇ ਜਾਓਗੇ। ਅਗਲਾ ਲੈਣਾ 'ਚ ਬਹਿ ਜਾਂਦਾ ਵੀ ਪ੍ਰਸ਼ਾਦਾ ਹੁਣ ਅਸੀਂ ਬਾਹਰ ਬੈਠੀਏ, ਵੇਟ ਕਰੀਏ। ਕਰਦੇ ਨੇ ਏਦਾਂ ਹੀ ਚਾਹੀਦਾ ਗਿਆਨ ਦਾ ਲੰਗਰ ਲੱਗਣਾ ਵੀ ਵੇਟ ਕਰੋ, ਅੱਧਾ ਘੰਟਾ ਕਲਾਸ ਚੱਲ ਰਹੀ ਹੈ। ਉਹ ਹੁਣ ਪਹਿਲਾਂ ਸਾਰੀਆਂ ਗੱਲਾਂ ਸਮਝ ਕੇ ਜਾਣਗੇ, ਉਹ ਪੂਰ ਲੰਘ ਗਿਆ, ਫਿਰ ਦੂਜਾ ਆ ਗਿਆ, ਉਹਨੂੰ ਗਿਆਨ ਦਿੱਤਾ। ਅੱਧਾ ਘੰਟਾ ਨਵਾਂ ਬੁਲਾਰਾ ਆ ਰਿਹਾ, ਨਵੇਂ ਤਰੀਕੇ ਦੇ ਨਾਲ, ਟੈਕਨੋਲੋਜੀ ਦੇ ਨਾਲ ਸਾਰਾ ਕੁਝ ਫਿੱਟ ਹੋਇਆ ਹੋਵੇ। ਅੱਧੇ ਘੰਟੇ ਦੇ ਵਿੱਚ ਅਗਲਾ ਕਲਾਸ ਲਾ ਕੇ ਜਾਵੇ, ਸਾਰੀ ਜ਼ਿੰਦਗੀ ਨਾ ਭੁੱਲੇ। ਸਾਹਮਣੇ ਖੜਾ ਦੇਣ ਲਿਆ ਕੇ ਕਬੀਰ ਜੀ ਨੂੰ, ਸਾਹਮਣੇ ਖੜਾ ਦੇਣ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਾਂ ਨੂੰ ਐ ਪੇਸ਼ ਕਰਨ ਦਾ ਤਰੀਕਾ ਹੋਵੇ, ਢੰਗ ਹੋਵੇ। ਆਹ ਕੜਕੀਆਂ ਨੇ, ਆਹ ਸ਼ਬਦ ਵਿਚਾਰ ਹੋ ਗਈ। ਇੱਥੇ ਤੱਕ ਸਮਝ ਲੈਣਾ ਹੈ ਵੀ ਕੜਕੀਆਂ ਨੇ, ਜਿਵੇਂ ਉਹ ਕੜਕੀਆਂ ਨੇ, ਏਦਾਂ ਕਹਿੰਦੇ ਕੜਕੀਆਂ ਲਾਤੀਆਂ। ਤੇ ਦੇਣ ਕੌਣ ਦੇ ਸਕਦਾ? ਤਾਂ ਹੀ ਤੇ ਕਹਿੰਦੇ ਵੀ ਕੌਣ ਦੇਣ ਦੇ ਸਕਦਾ? ਕਬੀਰ ਜੀ ਦਾ, ਭਗਤ ਰਵਿਦਾਸ ਮਹਾਰਾਜ ਦਾ, ਜਾਂ ਗੁਰੂ ਨਾਨਕ ਦਾ, ਜਿਨ੍ਹਾਂ ਨੇ ਕਮਾਲ ਕੀਤੀ ਹੋਈ। ਤੇ ਚੀਕਾਂ ਕੌਣ ਮਾਰਦੇ ਨੇ ਫਿਰ? ਪੁਜਾਰੀ। ਆਪਾਂ ਕਿਉਂ ਸ਼ਬਦਾਂ ਤੋਂ ਪਰੇ ਭੱਜਦੇ? ਅਸੀਂ ਤਾਂ ਸ਼ਬਦ ਸੁਣਿਆ ਕਰੋ, ਸਮਝਿਆ ਕਰੋ। ਅਗਲਾ ਭੱਜੇ, ਜਿਵੇਂ ਮਰਦਾਨੇ ਨੂੰ ਕਿਹਾ ਡਰੇ ਉਹ ਜਿਹਨੇ ਪਾਪ ਕਮਾਏ ਆ, ਮਰਦਾਨਿਆ
ਸੱਜਣ ਇਹਨੂੰ ਡਰਨ ਦੇ, ਤੂੰ ਕਿਉਂ ਡਰਦਾ? ਤੂੰ ਕਿਉਂ ਸ਼ਬਦ ਤੋਂ ਭੱਜਦਾ? ਭੱਜੇ ਉਹ ਜਿਹਦੇ ਟੀਕਾ ਲੱਗਣਾ, ਤੇਰੇ ਥੋੜਾ ਲੱਗਣਾ। ਇਹ ਟੀਕਾ ਤੇ ਪੁਜਾਰੀ ਦੇ ਲੱਗਣਾ। ਜਿਹੜਾ ਬੰਦਾ ਸਮਝ ਗਿਆ ਅਕਲ ਵਾਲਾ, ਉਹ ਕਿਉਂ ਡਰਦਾ ਹੈ? ਉਹਦੇ ਆਜ਼ਾਦ ਹੋ ਰਿਹਾ। ਇਹ ਟੀਕਾ ਹਾਥੀ ਨੂੰ ਨਹੀਂ ਲਾ ਰਹੇ, ਸ਼ਿਕਾਰੀ ਨੂੰ ਲਾ ਰਹੇ ਹੈ। ਤੈਨੂੰ ਹਾਥੀ ਨੂੰ ਬਚਾਉਣਾ ਹੈ। ਤੇ ਕਮਲਿਆ ਹਾਥੀਆ ਤੂੰ ਸੁਣਦਾ ਹੀ ਨਹੀਂ। ਅਗਲਾ ਕਹੇ ਬਾਂਦਰਾ ਤੂੰ ਸੁਣਦਾ ਹੀ ਨਹੀਂ, ਤੇਰੀ ਤੇ ਕੁੜਕੀ ਦੀ ਤੇ ਗੱਲ ਚੱਲ ਰਹੀ ਹੈ। ਤੋਤੇ ਨੂੰ ਅਗਲਾ ਕਹੇ ਤੂੰ ਸੁਣਦਾ ਨਹੀਂ, ਤੇਰੇ ਲਈ ਤੇ ਕੰਮ ਹੋ ਰਿਹਾ। ਤੇ ਬੰਦਿਆ ਤੇਰੇ ਲਈ ਤੇ ਸ਼ਬਦ ਹੈ ਤੇ ਤੂੰ ਸੁਣਦਾ ਨਹੀਂ। ਤੂੰ ਨਾ ਸੁਣਿਆ, ਪੁਜਾਰੀ ਨੇ ਕੜਕੀ ਵੀ ਆਪਣੇ ਹੱਕ ਦੀ ਭੁਗਤਾ ਲਈ। ਹੋ ਗਈ ਇੱਥੇ ਤੱਕ ਗੱਲ, ਸ਼ਬਦ ਸਮਝ ਆ ਗਿਆ। ਚਲੋ ਇੱਥੇ ਤੱਕ ਹੋ ਗਿਆ। ਜਿਹੜਾ ਆਪਾਂ ਸ਼ਬਦ ਗਾ ਵੀ ਰਹੇ ਸੀ ਨਾ, ਉਹਦਾ ਅਰਥ ਵੀ ਹੋਈ ਹੈ, ਤੀਰਥ ਹਮਰਾ ਹਰ ਕੋ ਨਾਮ। ਇਹ ਪੰਜਵੇਂ ਪਾਤਸ਼ਾਹ ਦਾ। ਚਲੋ ਇਹ ਆਪਾਂ ਬਾਅਦ ਚ ਵਿਚਾਰ ਲੈਂਦੇ ਆ, ਪਰ ਸਾਰੇ ਸ਼ਬਦ ਜਿਹੜੇ ਨਾ ਸੁਣਨੇ ਸਮਝਣੇ ਬੜੇ ਜ਼ਰੂਰੀ ਹੈ। ਅਕਲ ਖੁੱਲ, ਦਿਮਾਗ ਖੁੱਲਦਾ, ਅੱਖਾਂ ਖੁੱਲਦੀਆਂ, ਚਾਨਣ ਹੁੰਦਾ, ਜ਼ਿੰਦਗੀ ਜਿਉਣ ਦਾ ਚੱਜ ਆਉਂਦਾ, ਚਮਕ ਆਉਂਦੀ ਹੈ। ਜਦੋਂ ਬੰਦਾ ਵੇਖੋ, ਮੈਂ ਅੱਗੇ ਵੀ ਕਿਹਾ ਵੀ ਜਦੋਂ ਗੇਅਰ ਬਦਲਨੇ ਆ ਗਏ, ਫਾਰਮੂਲਾ ਆ ਗਿਆ, ਫਿਰ ਜ਼ਿੰਦਗੀ ਦਾ ਹਰ ਡਿਸੀਜਨ ਲੈਣਾ ਆ ਜਾਂਦਾ ਹੈ। ਡਿਸੀਜਨ ਲੈਣੇ ਆ ਜਾਣਗੇ। ਦਿਮਾਗ ਖੋਲੀਏ ਗੁਰਬਾਣੀ ਨੂੰ ਸੁਣ ਸਮਝ ਕੇ। ਫਿਰ ਜਦੋਂ ਆਪਾਂ ਹੁਣ ਆਹ ਗੱਲ ਕਰਦੇ ਆ ਵੀ ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ ਕਹਿੰਦੇ ਆ ਨਾ। ਸਾਡੇ ਪੰਜਾਬ ਦੇ ਵਿੱਚ ਗੀਤ ਗਾਇਆ ਜਾਂਦਾ ਹੈ, ਆਖੇ ਜੀ ਕੱਚੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ। ਇਦਾਂ ਹੀ ਕਹਿੰਦੇ ਆ। ਪ੍ਰਚਲਿਤ ਗੱਲ ਹੋ ਗਈ ਵੀ ਕੱਚੇ ਚੌਲ ਪੁੰਨ ਕਰ ਦਿੱਤੇ ਤੇ ਉਹਨਾਂ ਦੀ ਜੋੜੀਆਂ ਵਧੀਆ ਬਣਦੀਆਂ ਨੇ। ਕਿੱਥੇ ਪੁੰਨ ਕੀਤੇ? ਮਤਲਬ ਖੱਡਾਂ ਖੁੱਡਾਂ ਤੇ ਇਹਨਾਂ ਦੇ ਤੇ ਭੌਣ ਨੇ ਪਾਇਆ ਕਰੋ। ਅਗਲਾ ਕਵੇ ਵੀ ਇਹਦੇ ਨਾਲ ਤੇ ਬੜਾ ਜੀ ਵੀ ਮਤਲਬ ਜੋੜੀਆਂ ਬਣ ਜਾਂਦੀਆਂ। ਫਿਰ ਬੜੇ ਬੰਦੇ ਏਦਾਂ ਕਹਿੰਦੇ ਨੇ ਵੀ ਜੋੜੀਆਂ ਤੇ ਰੱਬ ਧੁਰੋਂ ਬਣਾ ਕੇ ਭੇਜਦਾ। ਰੱਬ ਬਣਾ ਕੇ ਭੇਜਦਾ। ਬੋਲੋ, ਜੇ ਰੱਬ ਬਣਾ ਕੇ ਭੇਜਦਾ ਫਿਰ ਰੱਬ ਨੇ ਭੇਜਿਆ ਵੀ ਰਮਦਾਸੀਆਂ ਦੀ ਕੁੜੀ ਰਮਦਾਸੀਆਂ ਵੱਲ, ਜੱਟਾਂ ਦੀ ਜੱਟਾਂ ਵੱਲ, ਮਜਬੀਆਂ ਦੀ ਮਜਬੀਆਂ ਵੱਲ, ਰਾਮਗੜੀਆਂ ਦੀ ਰਾਮਗੜੀਆਂ ਵੱਲ, ਭਾਪਿਆਂ ਦੀ ਭਾਪਿਆਂ ਵੱਲ। ਮਤਲਬ ਇਹ ਕੀਤਾ ਜੀ ਰੱਬ ਨੇ। ਇਹ ਜਿੰਨੇ ਮਤਲਬ ਰਿਸ਼ਤੇ ਹੋਏ ਨੇ ਇਹ ਰੱਬ ਮੰਨਦਾ ਜਾਤਾਂ ਪਾਤਾਂ? ਕਿੰਨੇ ਕੀਤੇ ਆ? ਫਿਰ ਸਮਾਜ ਨੇ ਬਣਾਇਆ ਸਾਰਾ ਕੁਝ। ਸਮਾਜ ਦਾ ਹੈ ਨਾ, ਇਹਨਾਂ ਨੂੰ ਰੱਬ ਨੇ ਨਹੀਂ ਬਣਾਈਆਂ। ਕਿਹਨੇ ਬਣਾਈਆਂ? ਸਮਾਜ ਨੇ ਬਣਾਈਆਂ। ਜੇ ਰੱਬ ਬਣਾਊ ਤੇ ਰੱਬ ਐ ਬਣਾਊ? ਰੱਬ ਲਈ ਤੇ ਬੰਦਾ ਬੀਬੀ ਹੈ। ਮੰਨ ਲਓ ਜੇ ਰੱਬ ਬੈਠਾ ਬਣਾ ਰਿਹਾ ਤੇ ਰੱਬ ਤੇ ਜਾਤ ਪਾਤ ਮੰਨਦਾ ਨਹੀਂ, ਬੰਦਾ ਮੰਨਦਾ। ਜਾਤਾਂ ਪਾਤਾਂ ਅਮਰੀਕਾ ਕੈਨੇਡਾ ਚ ਹੈ ਨਹੀਂ, ਸਾਡੇ ਭਾਰਤ ਚ ਜ਼ਿਆਦਾ ਨੇ। ਤੇ ਮਤਲਬ ਇਹ ਹੈ ਵੀ ਇਹ ਸਾਰਾ ਮਤਲਬ ਇਹ ਜੋ ਜਿੰਨੀਆਂ ਜੋੜੀਆਂ ਬਣਾਈਆਂ ਨੇ, ਕਿੰਨੇ ਬਣਾਈਆਂ? ਸਮਾਜ ਨੇ। ਤੇ ਸਮਾਜ ਦਾ ਅਸੀਂ ਲੋਕ ਹਿੱਸਾ। ਠੀਕ ਹੈ। ਹੁਣ ਜਿੰਨੇ ਜੋੜੀਆਂ ਤੋਂ ਤੰਗ ਨੇ, ਨਰੜ ਨੇ, ਨਰੜ। ਇਹਦਾ ਮਤਲਬ ਕਸੂਰਵਾਰ ਰੱਬ ਹੈ ਕਿ ਸਮਾਜ? ਜਿਹੜੇ ਕਹਿੰਦੇ ਰੱਬਾ ਕਿਹੜੀ ਮੱਥੇ ਮਾਰੀ, ਉਹ ਕਹਿੰਦੀ ਕਿਹੜਾ ਮੱਥੇ ਮਾਰਿਆ। ਇਹਦਾ ਮਤਲਬ ਅੱਜ ਤੋਂ ਬਾਅਦ ਰੱਬ ਨੂੰ ਨਹੀਂ ਕਹਿਣਾ। ਕਿਹਨੂੰ ਕਹਿਣਾ? ਮਾੜੇ ਸਿਸਟਮ ਨੂੰ, ਸਮਾਜ ਨੂੰ, ਸਾਡੇ ਸਮਾਜ ਵਿਗਿਆਨੀਆਂ ਨੂੰ। ਪਸ਼ੂਆਂ ਵਾਲੀ ਸੋਚ ਹੈ ਜਿਨ੍ਹਾਂ ਦੀ, ਉਹਨਾਂ ਨੂੰ ਕਹਿਣਾ, ਨਾ ਕਿ ਰੱਬ ਨੂੰ। ਉਹਨੇ ਨਹੀਂ ਬਣਾਈ। ਜੇ ਉਹ ਬਣਾਉਂਦਾ ਫਿਰ ਉਹ ਜਾਤ ਪਾਤ ਨਾ ਵੇਖਦਾ। ਇਹ ਤੇ ਗੱਲ ਕਲੀਅਰ ਹੀ ਹੈ। ਚਲੋ ਗੁਰਬਾਣੀ ਕਹਿੰਦੀ ਜਾਤ ਨਾ ਗਰਭ, ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲੈ। ਪਹਿਲਾਂ ਜਾਤਾਂ ਪਾਤਾਂ ਵੇਖੀਆਂ, ਆਨੰਦ ਕਾਰਜ ਹੋ ਰਹੇ ਨੇ, ਅਰਦਾਸ ਚ ਬੰਦਾ ਖੜਾ ਹੈ ਤੇ ਮਹਾਰਾਜ ਗੁਰਮਤ ਅਨੁਸਾਰ ਆਨੰਦ ਕਾਰਜ। ਗੁਰਮਤ ਤੇ ਜਾਤਾਂ ਵੇਖਣ ਤੋਂ ਬਿਨਾਂ ਰਿਸ਼ਤਾ ਹੁੰਦਾ ਹੀ ਨਹੀਂ। ਹੁਣ ਐਡਵਾਂਸ ਹੋ ਗਏ ਲੋਕ ਥੋੜੇ ਥੋੜੇ। ਹੁਣ ਤਾਂ ਥੋੜਾ ਜਿਹਾ ਸ਼ਹਿਰਾਂ ਚ 5% ਕਹਿ ਲਈਏ ਕਿ ਜ਼ਿਆਦਾ? 5 ਕਹਿ ਲਓ। ਚਲੋ 5% ਲੋਕੀ ਲੱਗ ਗਏ ਕਹਿਣ ਵੀ ਅਸੀਂ ਪੜ੍ਹੇ ਲਿਖੇ ਹਾਂ ਜੀ, ਅਸੀਂ ਇਹ ਗੱਲਾਂ ਨਹੀਂ ਸੋਚਦੇ। ਪਤਾ ਹੀ ਨਹੀਂ ਕਿੰਨੀਆਂ ਧੀਆਂ, ਕਿੰਨੇ ਬੱਚੇ ਘੁੱਟ-ਘੁੱਟ ਕੇ ਇਸ ਗੱਲ ਕਰਕੇ ਮਰਦੇ ਰਹੇ ਆ। ਵਿਆਹ ਕਿਤੇ ਹੋਰ ਗਏ ਤੇ ਮਨ ਕਿਤੇ ਹੋਰ ਹੀ ਰਹੀ। ਵਿਆਹੀਆਂ ਗਈਆਂ ਪਰ ਫੋਨ ਕਿਤੇ ਹੋਰ ਚੱਲ ਰਿਹਾ। ਵਿਆਹੇ ਗਏ ਪਰ ਗੱਲ ਕਿਸੇ ਹੋਰ ਨਾਲ ਕਰਕੇ ਆਉਂਦਾ। ਚੱਲਿਆ ਆਪਣੀ ਘਰ ਵਾਲੀ ਕੋਲ ਪਹਿਲੇ ਰਹਿਣਾ ਹੈ ਪਰ ਗੱਲ ਕਿਤੇ ਹੋਰ ਕਰਕੇ ਆਇਆ ਤੇ ਸਵੇਰੇ ਉੱਠ ਕੇ ਫਿਰ ਕਰਨ ਚੱਲਿਆ। ਕਾਹਦੀ ਜ਼ਿੰਦਗੀ?
ਐਕਸੈਪਟ ਪ੍ਰਵਾਨ ਕਰਨਾ ਬਹੁਤ ਔਖਾ ਹੈ ਸਾਡੇ ਸਮਾਜ ਲਈ। ਇਹ ਚੀਜ਼ਾਂ ਇਹਨਾਂ ਨੂੰ ਪ੍ਰਵਾਨ ਕਰਨਾ ਬਹੁਤ ਔਖਾ ਹੈ, ਪਰ ਇਹਨਾਂ ਮਸਲਿਆਂ ਕਰਕੇ ਹਜ਼ਾਰਾਂ ਮੁੰਡੇ ਮਰੇ ਸੁਸਾਈਡ ਕਰਕੇ, ਨਹਿਰਾਂ 'ਚ ਰੁੜ ਗਏ ਮਾਵਾਂ ਦੇ ਜਵਾਨ ਪੁੱਤ, ਕੱਲੇ ਕੱਲੇ ਵੀ ਪੁੱਤ, ਤੇ ਹਜ਼ਾਰਾਂ ਧੀਆਂ ਮਰ ਗਈਆਂ ਇਹਨਾਂ ਮਸਲਿਆਂ ਕਰਕੇ। ਮਨ ਕਿਤੇ ਹੋਰ ਸੀ ਤੇ ਤਨ ਕਿਤੇ ਹੋਰ ਸੀ। ਸਲਾਹ ਨਹੀਂ ਲਈ ਗਈ, ਗੱਲ ਨਹੀਂ ਕੀਤੀ, ਨਰੜ ਬਥੇਰੇ। ਮੈਂ ਕੁਝ ਦਿਨ ਪਹਿਲਾਂ ਬਾਹਰ ਗਿਆ ਇੱਕ ਦਿਨ, ਹੁਣ ਦਿਮਾਗ ਕਹਿ ਲੋ ਕੰਮ ਏਦਾਂ ਕਰਦਾ ਵੀ ਹਰ ਚੀਜ਼ ਨੂੰ ਨਾ ਜਦੋਂ ਵੇਖੀਦਾ ਸਮਾਜ ਵਿੱਚ, ਤੇ ਮੈਂ ਸੱਚੀ ਕਹਿ ਰਿਹਾ, ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ। ਸੱਚ ਤਾਂ ਚਲੋ ਹਰ ਸਮੇਂ ਬੋਲਣਾ ਚਾਹੀਦਾ, ਹਜ਼ੂਰੀ ਤੋਂ ਬਾਹਰ ਵੀ ਆ ਤੇ ਅਸੀਂ ਏਦਾਂ ਹੀ, ਪਰ ਮੈਂ ਸੱਚੀ ਕਹਿ ਰਿਹਾ, ਮੈਂ ਆਇਆ ਉਧਰ ਗੱਡੀ 'ਚ ਤੇ ਮੈਂ ਇੱਕੋ ਹੀ ਮੈਨੂੰ ਇਹ ਕਹਿਣ ਵੀ ਛੱਡੋ, ਤੁਸੀਂ ਦੱਸੋ, ਉਸੇ ਗੱਲ ਨੂੰ ਰੱਟੀ ਜਾਂਦੇ ਆ ਬਾਰ-ਬਾਰ, ਪਰ ਮੇਰਾ ਰੋਣਾ ਨਿਕਲਣ ਲੱਗ ਜਾਂਦਾ ਕਈਆਂ ਵੱਲ ਵੇਖ ਕੇ, ਮੇਰਾ ਰੋਣਾ ਆਉਣ ਲੱਗ ਜਾਂਦਾ ਕਈਆਂ ਨੂੰ, ਏਦਾਂ ਮੇਰਾ ਮਨ ਅਪਸੈਟ ਹੋ ਜਾਂਦਾ ਵੇਖ ਕੇ। ਜਦੋਂ ਨਾ ਮੈਂ ਉਹਨਾਂ ਧੀਆਂ ਨੂੰ ਵੇਖਦਾ ਜਿਹੜੀ ਬੜੀ ਵੱਡੀ ਪ੍ਰੋਫੈਸਰ ਬਣ ਸਕਦੀ ਸੀ, ਉਹ ਕੁੜੀ ਜਿਹੜੀ ਪਾਇਲਟ ਬਣਨ ਦਾ ਉਹਦਾ ਦਿਮਾਗ ਹੈ, ਉਹ ਲੜਕੀ ਜਿਹੜੀ ਆਰਮੀ ਦੀ ਬਹੁਤ ਵੱਡੀ ਆਫੀਸਰ ਬਣ ਸਕਦੀ ਸੀ, ਪਰ ਇਹਨੂੰ ਕਿਸੇ ਨੇ ਫੌਜ ਵਿੱਚ ਭਰਤੀ ਭੇਜਿਆ ਹੀ ਨਹੀਂ। ਮੁੰਡਾ ਭੇਜਿਆ, ਕੁੜੀ ਨਹੀਂ ਭੇਜੀ। ਬੱਚੇ ਦੋ ਸੀ, ਏਡੇ ਏਡੇ ਕੱਦ ਸੀ, ਮਤਲਬ 5 ਫੁੱਟ 9 ਇੰਚ ਦੇ ਕੱਦ ਵੀ ਨੇ ਕੁੜੀਆਂ ਦੇ, 5 ਫੁੱਟ 10 ਇੰਚ, ਤੇ ਇਹ ਐਕਟਿਵ ਨੇ, ਤੇ ਇਹ ਜਾਂਦੀਆਂ ਆਰਮੀ ਦੇ ਵਿੱਚ ਕਿਤੇ ਦੀ ਕਿਤੇ, ਐਕਟਿਵ ਵੀ ਨੇ, ਦਿਮਾਗੀ ਵੀ ਨੇ, ਫਿਜ਼ੀਕਲੀ ਵੀ ਫਿੱਟ ਨੇ, ਮੈਂਟਲੀ ਵੀ ਪ੍ਰਪੇਅਰ ਨੇ, ਪੂਰੀਆਂ ਤਿਆਰ ਨੇ, ਪਰ ਹੋਇਆ ਹੀ ਨਹੀਂ ਕੁਛ। ਤੇ ਸਾਡੇ ਸਮਾਜ ਦਾ ਢਾਂਚਾ ਇਹ ਹੈ ਵੀ ਛੱਡੋ ਯਾਰ, ਕੁੜੀਆਂ ਨੇ ਬਸ ਮਤਲਬ ਜਿਹੜੇ ਬੱਚੇ ਅਮਰੀਕਾ ਕੈਨੇਡਾ ਨੇ ਉਹ ਕੋਈ ਉੱਤੋਂ ਨਹੀਂ ਸਿੱਧੇ ਡਿੱਗੇ, ਉਹ ਵੀ ਜੰਮੇ ਆ ਮਾਂ ਪਿਓ ਦੇ ਘਰ, ਉਹਨਾਂ ਦੇ ਵੀ ਦਿਮਾਗ ਏਦਾਂ ਹੀ ਕੰਮ ਕਰਦੇ ਨੇ। ਇੱਥੇ ਜਿਹੜੇ ਕੁੜੀਆਂ ਜਿਹੜੀਆਂ ਸਾਡੀਆਂ ਸ਼ਹਿਰੀ ਬੱਚੇ ਨੇ, ਸਾਡੇ ਆਪਣੇ ਪਟਿਆਲੇ 'ਚ ਨੇ, ਜਿਨ੍ਹਾਂ ਦੇ ਬੱਚੇ ਅੱਜ ਐਕਟਿਵ ਨੇ, ਉਹ ਪਿੰਡਾਂ ਵਾਲੀਆਂ ਵੀ ਉਵੇਂ ਹੀ ਸੀ, ਮੁੰਡੇ ਨੇ ਕੁੜੀਆਂ ਨੇ, ਪਰ ਕੀ ਹੋਇਆ, ਸਾਡਾ ਢਾਂਚਾ ਇਹੋ ਜਿਹਾ, ਵੇਖੀ ਜ਼ਮੀਨ ਵਿਆਪਤੀ। ਹੁਣ ਮੈਂ ਕਈਆਂ ਨੂੰ ਇਹ ਵੇਖਦਾ ਵੀ ਜੇ ਇਹ ਨੌਕਰੀ ਕਰੇ ਤੇ 15,000 20,000 ਰੁਪਏ ਤੇ ਸਿੱਧੀ ਨੌਕਰੀ ਪ੍ਰਾਈਵੇਟ ਲੱਗ ਸਕਦੀ ਹੈ, ਨੂੰ ਹੈ ਅਗਲੇ 20,000 ਰੁਪਇਆ ਇਹ ਨੌਕਰੀ ਦਾ ਕਮਾ ਸਕਦੀ ਹੈ। ਇਹਦੇ 'ਚ ਇੰਨੀ ਕਪੈਸਿਟੀ ਹੈ, ਸਮਝ ਹੈ, ਗੱਲ ਕਰਨ ਦਾ ਸਲੀਕਾ ਹੈ, ਇੱਕ ਢੰਗ ਹੈ, ਠੀਕ ਹੈ। 3 ਸਾਲ ਪਹਿਲਾਂ ਵਿਆਹਤੀ ਮਾਪਿਆਂ ਨੇ, ਅਗਲੇ ਘਰੇ ਚਲੇ ਗਈ, ਅਗਲੇ ਘਰੇ ਜਾ ਕੇ ਸਾਲ ਕੁ ਬਾਅਦ ਨਿਆਣਾ ਜੰਮਿਆ, ਭਾਈ ਤੂੰ ਆਪਦਾ ਘਰ ਚੁੱਲ੍ਹਾ ਚੌਂਕਾ ਸਾਫ਼ ਕੰਮ ਕਰਨ ਲੱਗੀ। ਹੁਣ ਉਹ ਜਿਹੜੀ ਚੀਜ਼ ਹੈ ਬੱਚੇ ਵੀ ਪਾਲੀ ਜਾਂਦੀ ਹੈ, ਕਰਦੀ ਹੈ, ਪਰ ਉਹਦੀ ਇੱਕ ਜਿਹੜੀ ਕੁਆਲਿਟੀ ਸੀ ਕਿਸੇ ਨੇ ਪਛਾਣੀ ਨਹੀਂ, ਐਂ ਰੁਲ ਜਾਣੀ, ਰੂੜੀਆਂ ਤੇ ਏਦਾਂ ਹੀ ਕੰਮ ਕਰਦੀ। ਅੱਛਾ, ਜੇ ਉਹ ਚਾਹਵੇ ਤੇ ਘਰੋਂ ਨਿਕਲ ਕੇ ਤੇ ਵਧੀਆ ਕੰਮ 15-20,000 ਰੁਪਇਆ ਆਮ ਕਮਾ ਸਕਦੀ ਹੈ। ਤੇ ਮੈਂ ਕਹਿੰਦਾ ਉਹਨਾਂ ਨੂੰ ਤੇ ਘਰ ਵਾਲਾ ਕਵੇ ਵੀ 5,000 ਮੈਂ ਅੱਜ ਸ਼ਹਿਰ 'ਚ ਜਾਵੇ, 6,000 ਦੀ ਨੌਕਰੀ ਘਰ ਵਾਲੇ ਨੂੰ ਮਿਲ ਜਾਂਦੀ ਹੈ, ਘੱਟ ਤੋਂ ਘੱਟ, ਸਿੰਪਲ ਜੀ, ਉਹਦੇ ਘਰ ਵਾਲਾ ਸਿੰਪਲ ਹੈ, ਠੀਕ ਹੈ, ਤੇ ਲੜਕੀ ਜਿਹੜੀ ਹੈ ਉਹ 16-17,000 20,000 ਵੀ ਕਮਾ ਸਕਦੀ ਹੈ। ਦੋਨੇ ਜਣੇ ਲੱਗ ਜਾਣ, ਇਕੱਠੇ ਚਲੇ ਜਾਣ, ਪਰ ਘਰ ਦੇ ਵਿੱਚ ਤੇ ਆਊ ਨਾ 25,000। ਪਰ ਮੁੰਡਾ ਪਤਾ ਕੀ ਸੋਚੂ, ਹੱਦ ਹੋ ਗਈ ਯਾਰ, ਇਹ 16-17 ਤੇ ਮੈਂ 6, ਇਹਦੇ ਲੱਤ ਮੇ, ਅਗਲਾ ਕਹੂਗਾ ਲੱਤ ਉੱਤੇ ਆ ਬੇੜਾ ਬਹਿ ਗਿਆ, ਲੱਤ ਉੱਤੇ ਇਹਦੀ ਹੋ ਜੂ ਮੇਰੇ, ਇਹ ਪੈਸੇ ਜ਼ਿਆਦਾ ਕਮਾਉਂਦੀ ਹੈ, ਇਹ ਚ ਇੰਨੇ ਲਿਆਉਂਦੀ ਹੈ, ਮੈਂ ਘੱਟ ਲਿਆਉਂਦਾ। ਆਹ ਚੀਜ਼ਾਂ ਹੀ ਮਾਰ ਗਈਆਂ, ਨਰੜ ਬਥੇਰੇ। ਸਰਕਾਰੀ ਲੱਗੀ ਨੌਕਰੀ ਹੈ ਕੁੜੀ, ਫਿਰ ਲੜਕੀਆਂ ਵਾਲੇ ਕਹਿੰਦੇ ਨੇ ਵੀ ਸਰਕਾਰੀ ਮੁੰਡਾ ਮਿਲ ਜੇ, ਨਹੀਂ ਮਿਲਿਆ ਚਲੋ ਖੇਤੀ ਵਾਲਾ ਮਿਲ ਜੇ, ਜ਼ਮੀਨ ਹੋਵੇ 25-30 ਕਿੱਲੇ, 25-30 ਕਿੱਲੇ ਵਾਲੇ ਨਾਲ ਰਿਸ਼ਤਾ ਕਰਤਾ, ਵਿਆਹ ਹੋ ਗਿਆ। ਉਹ ਕਹਿੰਦੀ ਹੈ ਮੈਨੂੰ ਗੱਡੀ 'ਚ ਬਿਠਾ, ਆਪਾਂ ਇਕੱਠੇ ਚੱਲ ਜਾਈਏ, ਲੈ ਕੇ ਚੱਲ ਜਾ। ਹੁਣ ਉਹਨੂੰ ਫੇਰ ਸ਼ਰਮ ਆਉਂਦੀ, ਕੁੜੀ ਘਰ ਵਾਲੀ ਆਫੀਸਰ ਹੈ ਤੇ ਤੂੰ ਤੇ ਨਹੀਂ ਨੌਕਰੀ ਕਰਦਾ, 25 ਕਿੱਲੇ ਭਾਵੇਂ ਜ਼ਮੀਨ ਹੋਵੇ, 50 ਕਿੱਲੇ ਜ਼ਮੀਨ ਹੋਵੇ ਭਾਵੇਂ, ਇੱਥੇ ਫੇਰ ਪੰਗਾ ਪੈ ਗਿਆ।
ਫਿਰ ਤੂੰ ਮੈਂ ਨੋਕ ਝੋਕ ਹੋਣ ਲੱਗ ਜਾਂਦੀ ਹੈ। ਬਹੁਤੇ ਤੇ ਨੌਕਰੀਆਂ ਕਰਨ ਹੀ ਨਹੀਂ ਦਿੰਦੇ। ਕੁੜੀਆਂ ਨਾਲ ਨਹੀਂ ਏਦਾਂ ਹੁੰਦਾ, ਮੁੰਡਿਆਂ ਨਾਲ ਵੀ ਏਦਾਂ ਹੋ ਜਾਂਦਾ। ਕਈ ਵਾਰੀ ਮੁੰਡੇ ਵੀ ਇੰਨੇ ਯੋਗ ਹੁੰਦੇ ਨੇ, ਕੁਆਲਿਟੀ ਹੁੰਦੀ ਹੈ ਉਹਨਾਂ ਦੇ ਵਿੱਚ, ਪਰ ਇਸ ਤਰੀਕੇ ਸਿਰ ਉਹਨਾਂ ਦਾ ਜੋੜ ਦਿੱਤਾ ਜਾਂਦਾ ਹੈ। ਸਮਾਜ ਨੂੰ ਵਿਖਾਉਣ ਲਈ ਰਿਸ਼ਤਾ ਹੁੰਦਾ ਹੈ, ਜ਼ਿੰਦਗੀ ਜਿਉਣ ਲਈ ਨਹੀਂ। ਮੈਂ ਵੇਖ ਰਿਹਾ ਯਾਰ, ਏਦਾਂ ਹੁੰਦਾ ਹੈ ਵੀ ਚਾਚਿਆਂ ਕੋਲ ਗੱਡੀਆਂ ਆਈਆਂ, ਮੁੰਡਿਆਂ ਤਾਏ ਦਾ ਵਿਆਹ ਹੋਇਆ ਉਹਦੀ ਵੀ ਗੱਡੀ ਆਈ ਹੈ। ਕੁੜੀ ਪਸੰਦ ਹੈ, ਕੁੜੀ ਸੋਹਣੀ ਹੈ, ਪਰ ਗੱਡੀ ਤੇ ਆਵੇ, ਕਿਉਂਕਿ ਚਾਚੇ ਤਾਏ ਤੇ ਮਾਮੇ ਫੁੱਫੜ ਕੀ ਕਹਿਣਗੇ, ਮਤਲਬ ਵਿਆਹ ਉਹਨਾਂ ਨੇ ਕਰਾਣਾ ਕਿ ਤੂੰ ਕਰਾਣਾ। ਚਾਚਿਆਂ ਤਾਇਆਂ ਨੂੰ ਵਿਖਾਉਣ ਲਈ ਵਿਆਹ ਕਰਾਣਾ ਹੈ ਕਿ ਜੀਣ ਲਈ ਵਿਆਹ ਕਰਾਉਣਾ। ਤੁਹਾਡੀ ਸੋਚ ਰਲ ਜੇ, ਤੁਹਾਡੀ ਅੰਡਰਸਟੈਂਡਿੰਗ ਹੋਵੇ। ਗੱਡੀਆਂ ਤੇ ਤੁਸੀਂ ਜਿੰਨੀਆਂ ਮਰਜ਼ੀ ਜ਼ਿੰਦਗੀ 'ਚ ਖਰੀਦ ਲਿਓ, ਭੈੜੀ ਜੀ ਸਕੂਟਰੀ ਤੇ ਬਹਿ ਕੇ ਜਾਏਗਾ, ਉਹ ਤੈਨੂੰ ਕਹਿ ਰਹੀ ਹੈ ਹੌਲੀ ਚੱਲੋ ਜੀ, ਖੁਸ਼ੀ ਖੁਸ਼ੀ ਸਲੋ ਚੱਲੋ, ਹੱਸਦੇ ਖੇਡਦੇ ਜਾਓਗੇ। ਤੇ ਕੀ ਕਰੇਗਾ, ਗੱਡੀ ਆ ਗਈ, ਸੋਚ ਰਲੀ ਨਾ, ਤੇ ਸਾਰੇ ਰਾਹ ਕੂੜੀਆਂ ਹੀ ਮਾਰਦੇ ਤੁਰੇ ਜਾਓ। ਸਾਰੇ ਰਾਹ ਮੈਂ ਛਾਲ ਮਾਰ ਦੇਣੀ ਹੈ ਜੇ ਸਲੋ ਨਾ ਕੀਤੀ ਗੱਡੀ, ਮੈਂ ਮਤਲਬ ਮਰ ਜਾ, ਤੂੰ ਰਹਿਣ ਦੇ ਗੱਡੀ। ਸੋਚ ਤੇ ਰਲਾ ਲਓ ਪਹਿਲਾਂ। ਜ਼ਮੀਨਾਂ ਰਲਾ ਲੈਂਦੇ ਨੇ, ਜ਼ਮੀਨ ਰਲਾ ਲੈਂਦੇ ਨੇ। ਜ਼ਮੀਨ ਇੱਕੋ ਜਿਹੇ ਘਰ, ਉਹ ਵੀ ਉਵੇਂ ਦਾ, ਉਹ ਵੀ ਉਵੇਂ ਦਾ, ਇੱਕੋ ਜਿਹੇ ਹੈ। ਨੌਕਰੀਆਂ ਰਲਾ ਲੈਂਦੇ ਨੇ, ਸੁਭਾਅ ਨਹੀਂ ਰਲਾਉਂਦੇ। ਹੋਰ ਬੇੜਾ ਬਹਿ ਗਿਆ। ਕੁੜੀ ਕੈਨੇਡਾ ਦੀ ਹੈ, ਮੁੰਡਾ ਇੱਥੇ ਦਾ ਹੈ, ਪਰ ਮੁੰਡਾ 50 ਕਿੱਲੇ ਵਾਲਾ ਮਾਲਕ ਹੈ। ਰਿਸ਼ਤਾ ਫੱਟ ਅਗਲਾ ਕਹਿੰਦਾ, ਪਰ ਜੋੜ ਫੇਰ ਨਹੀਂ ਜੋੜਿਆ। ਨਾ ਮਾਪਿਆਂ 'ਚ ਹਿੰਮਤ ਹੈ ਕਹਿਣ ਦੀ, ਤੇ ਬੱਚਿਆਂ ਦੀ ਤੇ ਹੈ ਹੀ ਨਹੀਂ। ਜੋੜੀ ਦਾ ਜੋੜ ਜੁੜ ਜਾਏ, ਇਹ ਨਹੀਂ ਕੋਈ ਵੇਖਦਾ। ਜ਼ਿੰਦਗੀ ਤੇ ਇਹਨਾਂ ਨੇ ਜੀਣੀ ਸੀ। ਫਿਰ ਜਿੱਦਣ ਕਲੇਸ਼ ਪੈਂਦਾ, ਜਿੱਦਣ ਝਗੜੇ ਪੈਂਦੇ ਨੇ, ਉਹਦੇ ਵੀ ਤੇ ਦੁਨੀਆ ਵੇਖਦੀ ਹੈ। ਉਦੋਂ ਸਮਾਜ ਵਿੱਚ ਜਲੂਸ ਨਿਕਲਦਾ, ਉਹੀ ਗੱਡੀਆਂ ਵੱਢ ਖਾਣ ਪੈਂਦੀਆਂ ਨੇ, ਉਹੀ ਘਰ ਨੇ ਜਿਹੜੇ ਨਰਕ ਬਣ ਜਾਂਦੇ ਨੇ। ਤਾਂ ਕਰਕੇ ਜਿਹੜੇ ਹਾਲਾਤ ਨੇ ਸਾਡੇ, ਵੇਖਿਆ ਹੀ ਨਹੀਂ ਜਾਂਦਾ ਯਾਰ। ਇਹ ਵੇਖਿਆ ਨਹੀਂ ਜਾਂਦਾ ਵੀ ਇਹ ਔਰਤ ਕਿੰਨੀ ਯੋਗ ਹੈ, ਆਹ ਮੁੰਡਾ ਕਿੰਨਾ ਯੋਗ ਹੈ। ਕਈ ਵਾਰੀ ਆਪਾਂ ਗੱਲ ਕਰੀਦੀ ਹੈ ਨਾ, ਮੰਨ ਲਓ ਵਿਆਹੇ ਬੱਚੇ ਨੇ, ਨਹੀਂ ਵਿਆਹੇ, ਇਹ ਤਾਂ ਗੱਲ ਕਰੀਦੀ, ਹੈਰਾਨ ਹੋ ਜੀਦਾ। ਅੱਛਾ, ਮੈਂ ਜਦੋਂ ਗੱਲ ਕਰਦਾ, ਅੱਛਾ ਕਿੰਨੀ ਪੜ੍ਹੀ ਸੀ? ਮੈਂ ਜੀ ਗ੍ਰੈਜੂਏਸ਼ਨ ਕੀਤੀ ਸੀ। ਅੱਛਾ, ਹੁਣ ਬਸ ਜੀ ਘਰੇ। ਅੱਛਾ, ਵੀ ਤੂੰ ਨੌਕਰੀ ਨਹੀਂ, ਨੌਕਰੀ ਕਹਿੰਦੇ ਜੀ ਕਰਨ ਨਹੀਂ ਦੇਣਾ, ਕਰਦਾ ਹੀ ਬਸ ਆਪਦਾ ਕਰਦਾ। ਮਤਲਬ ਉਦੋਂ ਇਹ ਲੱਗਦਾ ਵੀ ਕਿੱਥੇ ਤੱਕ ਜਾ ਸਕਦੀ ਸੀ। ਮੈਂ ਇਹ ਗੱਲ ਕਹੀ ਨਾ, ਸਭ ਤੋਂ ਵੱਡੀ ਦੁਰਘਟਨਾ ਹੈ। ਅਗਲਾ ਕਹਿੰਦਾ ਵੀ ਬਲਾਤਕਾਰ ਹੋਏ, ਪਰ ਸਭ ਤੋਂ ਵੱਡੀ ਦੁਰਘਟਨਾ ਇਹ ਹੈ। ਦੁਰਘਟਨਾਵਾਂ ਤੇ ਉਹ ਵੀ ਨੇ, ਬਲਾਤਕਾਰ ਹੋਣਾ ਵੀ ਦੁਰਘਟਨਾ, ਐਕਸੀਡੈਂਟ ਹੋਣੇ ਵੀ ਦੁਰਘਟਨਾ ਹੈ, ਪਰ ਸਭ ਤੋਂ ਵੱਡੀ ਦੁਰਘਟਨਾ ਇਹ ਹੈ ਬਿਨਾਂ ਵਰਤਿਆਂ ਦਿਮਾਗ ਸੜ ਚੱਲਿਆ। ਇਹ ਸਭ ਤੋਂ ਵੱਡੀ ਦੁਰਘਟਨਾ। ਉਹ ਜਿਨ੍ਹਾਂ 'ਚ ਇੰਨੀ ਯੋਗਤਾ ਸੀ ਕਿਤੇ ਦੀ ਕਿਤੇ, ਪਰ ਔਖਾ ਬੰਦੇ ਨੂੰ। ਜਿੱਦਾਂ ਨਾ ਤੁਸੀਂ ਘਰਾਂ 'ਚ ਸੁਣਨ ਵਾਲੇ ਨੋਟ ਕਰਿਓ, ਨੈਟਫਲਿਕਸ ਦੇ ਉੱਤੇ ਇੱਕ ਇੰਗਲੈਂਡ ਦੀ ਰਾਣੀ ਦੀ ਸਟੋਰੀ ਹੈ, ਇੰਗਲਿਸ਼ ਵਿੱਚ, ਦਾ ਕਰਾਊਨ ਏਦਾਂ ਕਰਕੇ ਨਾਮ ਹੈ। ਤਾਜ ਦੇ ਨਾਂ ਤੇ ਕਹਿ ਲਈ, ਤਾਜ ਕਰਾਊਨ। ਉਹਨੂੰ ਜੇ ਤੁਸੀਂ ਵੇਖੋ, ਉੱਥੋਂ ਦੀ ਜਿਹੜੀ ਇੰਗਲੈਂਡ ਦੀ ਰਾਣੀ ਹੈ, ਉਹਦੀ ਲਾਈਫ ਦੇ ਉੱਤੇ ਹੈ। ਰਾਣੀ ਤਾਂ ਜੇ ਜਿਉਂਦੀ ਹੈ 90 ਸਾਲ ਤੋਂ ਉੱਪਰ ਹੋ ਗਈ। ਉਹਦੇ ਪਹਿਲੇ 10 ਐਪੀਸੋਡ ਵੇਖੋ, 10 ਭਾਗ ਨੇ ਉਹਦੇ। ਤੁਸੀਂ ਵੇਖਿਓ ਇਹ ਪ੍ਰੋਬਲਮ ਉਹਨਾਂ ਦੇ ਵਿੱਚ ਵੀ ਆ ਰਹੀ ਹੈ। ਘਰ ਵਿਆਹ ਹੋ ਗਿਆ ਦੋਵਾਂ ਦਾ, ਪਿਆਰ ਵੀ ਸੀ, ਮੁੜ ਕੇ ਉਹ ਰਾਣੀ ਬਣ ਗਈ। ਪਿਓ ਮਰ ਗਿਆ ਉਹਦਾ, ਇੱਕਦਮ ਉਹਨੂੰ ਰਾਣੀ ਦਾ ਤਾਜ ਮਿਲ ਗਿਆ। ਜਦੋਂ ਰਾਣੀ ਦਾ ਤਾਜ ਮਿਲ ਗਿਆ, ਮੁਕਟ ਲੱਗਣਾ ਹੈ, ਉਹਨੂੰ ਰਾਣੀ ਬਣਾ ਦਿੱਤਾ। ਘਰ ਵਾਲੇ ਵੀ ਪੰਗਾ ਪੈ ਗਿਆ, ਕਹਿੰਦਾ ਮੈਂ ਤੈਨੂੰ ਏਦਾਂ ਸਲਾਮ ਕਿਵੇਂ ਕਰਾਂ ਲੋਕਾਂ ਸਾਹਮਣੇ, ਪਬਲਿਕ 'ਚ ਮੈਂ ਤੈਨੂੰ ਕਿਵੇਂ ਕਹਾਂ ਵੀ ਮੈਂ ਏਦਾਂ ਕਰਕੇ। ਜਦੋਂ ਉਹਨਾਂ ਨੇ ਕਹਿਣਾ ਹੁੰਦਾ ਆਪਣਾ ਕਰਦੇ ਨੇ, ਜਿੱਦਾਂ ਮੈਂ ਪਬਲਿਕ 'ਚ ਤੈਨੂੰ ਕਿੱਦਾਂ ਕਹਾਂ। ਮਤਲਬ ਰਾਣੀ ਹੈ, ਉਧਰ ਜਿਹੜਾ ਉਹਦੇ ਨਾਲ ਵਿਆਹਿਆ ਹੋਇਆ, ਇੱਕਦਮ ਤੂੰ ਰਾਣੀ ਬਣ ਗਈ ਹੁਣ। ਤੇ ਉਹਨੂੰ ਐਡਜਸਟ ਹੁੰਦਿਆਂ ਸਾਰੀ ਜ਼ਿੰਦਗੀ ਲੱਗ ਗਈ, ਜ਼ਿੰਦਗੀ। ਪਰ ਮਾਈਂਡ ਐਡਜਸਟ ਨਹੀਂ ਕਰ ਪਾ ਰਿਹਾ ਵੀ ਇਹ ਰਾਣੀ ਹੈ ਤੇ ਮੈਂ ਹੁਣ ਕੋਈ ਗੱਲ ਨਹੀਂ, ਮੈਂ
ਹੁਣ ਯਾਰ ਏਦਾਂ ਵੀ ਤੇ ਸੋਚਿਆ ਜਾ ਸਕਦਾ ਹੈ, ਪਿਓ ਪੁੱਤ ਖੜ ਗਏ ਸਰਪੰਚੀ ਚ, ਉਧਰੋਂ ਪਿਓ ਖੜ ਗਿਆ, ਉਧਰੋਂ ਪੁੱਤ ਖੜ ਗਿਆ, ਪਿਓ ਹਾਰ ਗਿਆ, ਪੁੱਤ ਜਿੱਤ ਗਿਆ, ਪੁੱਤ ਜਿੱਤ ਗਿਆ। ਅਗਲੇ ਕਹਿੰਦੇ ਹੁਣ ਫਿਰ ਤੂੰ ਤੇ ਹਾਰ ਗਿਆ, ਪੁੱਤ ਤੇਰਾ ਸਰਪੰਚ ਬਣ ਗਿਆ। ਕਹਿੰਦਾ ਕੋਈ ਨਹੀਂ, ਹੁਣ ਅਸੀਂ ਮੈਂ ਸਰਪੰਚ ਦਾ ਵੀ ਪਿਓ ਹਾਂ, ਹੈ ਕਿ ਨਹੀਂ। ਹੁਣ ਅਗਲਾ ਕਵੇ ਵੀ ਰਾਣੀ ਸਾਰੀ ਉਹਨੂੰ ਮੱਥਾ ਟੇਕਦੇ ਨੇ, ਉਹ ਤੇ ਮੇਰੇ ਘਰ ਵਾਲੀ ਹੈ, ਮਤਲਬ ਕਿਤੇ ਜਾ ਕੇ ਤੇ ਉਹਦੇ ਤੋਂ ਪਰਿਵਾਰ ਚ ਹੈ ਨਾ। ਅਗਲਾ ਕਹੇ ਤੇਰੇ ਐਡੀ ਆਫੀਸਰ ਤੂੰ ਕੁਛ ਵੀ ਨਹੀਂ, ਉਹ ਐਡੀ ਆਫੀਸਰ ਉਹਦੇ ਅੱਗੇ ਇੰਨੇ ਪਾਣੀ ਭਰਦੇ ਨੇ, ਉਹ ਮੈਨੂੰ ਪਾਣੀ ਦਾ ਗਲਾਸ ਫੜਾਉਂਦੀ ਹੈ। ਸੋਚ ਲੈ ਮਾੜਾ ਜਿਹਾ, ਮਾਈਂਡ ਸੈੱਟ ਕਰ ਲੈ, ਟਿਊਨਿੰਗ ਕਰ ਲੈ ਯਾਰ, ਆਪਣੀ ਟਿਊਨਿੰਗ ਕਰ ਲੈ। ਕੀ ਪ੍ਰੋਬਲਮ ਹੈ ਤੈਨੂੰ ਜੇ ਘਰ ਵਾਲੀ ਨੂੰ ਕੋਈ ਸਲਾਮ ਕਰਦਾ ਹੈ, ਉਹਦੇ ਚ ਕੁਆਲਿਟੀ ਹੈ, ਪ੍ਰਵਾਨ ਕਿਉਂ ਨਹੀਂ ਹੁੰਦੀ? ਕਿਉਂ ਜੱਬ ਛਿੜਦਾ ਹੈ? ਕਰਨਾ ਪੈਣਾ ਯਾਰ। ਜੈਲਸ ਕਿੱਦਾਂ, ਕੀ ਗੱਲ ਬਣੀ ਹੈ? ਕਿੰਨਿਆਂ ਲੋਕਾਂ ਦੀਆਂ ਇੱਛਾਵਾਂ ਮਰ ਜਾਂਦੀਆਂ, ਜੋ ਬਣਨਾ ਚਾਹੁੰਦੇ ਆ ਨਹੀਂ ਬਣ ਸਕਦੇ। ਜਦੋਂ ਅਗਲੇ ਨੂੰ ਬਣਨਾ ਤੇ ਚਾਹੁੰਦਾ, ਅਗਲਾ ਸ਼ੈਫ ਬਣਾਤਾ, ਡਾਕਟਰ। ਕਾਟਾ ਛੁਰੀ ਤੇ ਉਹਨੇ ਹੋਰ ਫੜਨਾ ਸੀ, ਕੜਛੀਆਂ ਫੜਨੀਆਂ ਸੀ, ਮੈਂ ਸਬਜ਼ੀਆਂ ਬਣਾਉਂ, ਮੈਂ ਆਹ ਤਿਆਰ ਕਰੂੰ, ਡਿਸ਼ ਵੱਖਰੀ ਵੱਖਰੀ, ਬਣਾਤਾ ਡਾਕਟਰ। ਫਿਰ ਡਾਕਟਰ ਤੇ ਉਹ ਬਣ ਜਾਂਦਾ ਹੈ, ਪਰ ਡੰਗਰ ਡਾਕਟਰ ਬਣਦਾ। ਡੰਗਰ ਡਾਕਟਰ ਮਤਲਬ ਦੁੰਨ ਜਿਹਾ, ਮਨ ਕਿਤੇ ਹੋਰ ਹੈ, ਬਣਾ ਕੁਝ ਹੋਰ ਦਿੱਤਾ। ਨਿਆਣੇ ਜੰਮਣੇ ਨੇ, ਘਰ ਵਾਲਾ ਵੀ ਹੈ, ਸਭ ਕੁਝ ਹੈ। ਜੇ ਕਿਤੇ ਏਦਾਂ ਹੋ ਜੇ ਵੀ ਇੱਕ ਤੇਜ ਆ ਜੇ, ਚਲੋ ਪਹਿਲੀ ਗੱਲ ਤੇ ਗੱਲਬਾਤ ਕਰੋ, ਬੱਚਿਆਂ ਨੂੰ ਰਿਸ਼ਤੇ ਚੁਣਨ ਦਾ ਹੱਕ ਦੇ ਦਿਓ। ਸਾਡਾ ਸਮਾਜ ਅਜੇ ਇਹ ਆਗਿਆ ਨਹੀਂ ਦਿੰਦਾ, ਛੱਡੋ। ਜੇ ਤੁਸੀਂ ਆਗਿਆ ਨਹੀਂ ਦੇਣੀ, ਘੱਟ ਤੋਂ ਘੱਟ ਰਿਸ਼ਤਾ ਉਦੋਂ ਪੱਕਾ ਕਰੋ ਜਦੋਂ ਦੋਨੇ ਬੱਚਾ ਬੱਚੀ ਘੱਟ ਤੋਂ ਘੱਟ 2, 3, 4 ਮੁਲਾਕਾਤਾਂ ਕਰ ਲੈਣ। ਮਿਲਾਓ, ਹੋਰ ਗੱਲ ਕਰੋ। ਅੱਜ ਕੱਲ ਫੋਨ ਹੈ, ਗੱਲ ਕਰੋ, ਹਾਂ ਕਰੋ, ਪੂਰੀ ਤਰ੍ਹਾਂ ਸੁਭਾਅ ਨੂੰ ਜਾਣੋ। ਇੱਜ਼ਤ ਕਰਦਾ ਤੇਰੀ, 50 ਕਿੱਲੇ ਅੱਗ ਲਾਉਣੀ ਹੈ, ਇੱਜ਼ਤ ਕਰੇ ਲੜਕੀ ਦੀ, ਰਿਸਪੈਕਟ ਕਰੇ, ਉਹਨੂੰ ਸਤਿਕਾਰ ਦੇਵੇ, ਉਹ ਵੀ ਕਵੇ ਵੀ ਸੋਹਣੀ ਬਹੁਤ ਹੈ ਲੜਕੀ, ਬੜੀ ਪਿਆਰੀ ਹੈ, ਪਰ ਇਹਦੇ ਨਾਲ ਗੱਲ ਕਰਕੇ ਪੁੱਛ ਲੈ ਵੀ ਕੀ ਇਹਦਾ ਤੇਰੇ ਨਾਲ ਵਿਆਹ ਕਰਾਉਣ ਦਾ ਮਨ ਹੈਗਾ? ਚੰਗੀ ਤਰ੍ਹਾਂ ਇਹਨੂੰ ਪੁੱਛ ਲੈ, ਹੋਰ ਗੱਲ ਕਰੋ। ਉਹ ਕਹਿਣ ਅਸੀਂ ਤਿਆਰ ਹਾਂ, ਨਹੀਂ ਅਜੇ ਹੋਰ ਗੱਲ ਕਰੋ, ਹਜੇ ਤੁਹਾਨੂੰ ਹੋਰ 1-2 ਮਹੀਨੇ ਦਿੱਤੇ, 6 ਮਹੀਨੇ ਹੋਰ ਲੈ ਲਓ, ਅਜੇ ਕੋਈ ਗੱਲ ਨਹੀਂ, ਘੱਟ ਤੋਂ ਘੱਟ। ਨਹੀਂ ਤੇ ਏਦਾਂ ਨਾ ਇੰਨੇ ਕਸੂਤੇ ਫਸਾਏ ਪਏ ਆ ਕਈ ਬੰਦੇ, ਮਰ ਗਏ, ਉਜੜ ਗਏ ਘਰ, ਤਾਂ ਕਰਕੇ ਸਾਹ ਹੀ ਨਹੀਂ ਆਇਆ ਯਾਰ, ਜ਼ਿੰਦਗੀ ਦਾ ਸਵਾਦ ਹੀ ਨਹੀਂ ਆਇਆ। ਚਲੋ ਹੁਣ ਅੱਜ ਕਿਤੇ ਆਪਣੇ ਵਾਲੀਆਂ ਗੱਲਾਂ ਸੁਣ ਕੇ ਗੱਲਾਂ ਕਿ ਅੱਛਾ ਪਹਿਲਾਂ ਤਾਂ ਜ਼ਿੰਦਗੀ ਜੀਓ, ਸਵੇਰੇ ਹੀ ਤਲਾਕ ਦਾ ਮਤਲਬ ਯਾਰ ਸਾਰੇ ਹੀ ਹਰ ਬੰਦੇ ਨੇ, ਜਿੰਨੇ ਬੰਦੇ ਹੁਣ ਤੁਸੀਂ ਅੱਧੇ ਤੁਹਾਡੇ ਚੋਂ ਸੋਚ ਪਤਾ ਕੀ ਰਹੇ ਹੋਣਗੇ, ਮੈਂ ਵੀ ਨਰੜੀ ਆ। ਸੋਚਦੇ ਦਿਮਾਗ ਕੀ ਪਤਾ ਚੱਲ ਗਿਆ ਹੋਣਾ ਦਿਮਾਗ ਵੀ ਮੈਂ ਵੀ ਨਰੜਿਆ ਹੀ ਆ, ਜੋਗ ਤਾਂ ਮੈਂ ਬਾਹਲਾ ਵਧੀਆ, ਆਪਣੇ ਆਪ ਨੂੰ ਇਹਨੇ ਠੀਕ ਰੱਖਣਾ, ਉਹਨੂੰ ਥੱਲੇ ਕਰ ਐ ਪੱਕਾ ਕਰੋ। ਮੇਰੇ ਨਾਲ ਵੀ ਇਹੀ ਹੋਇਆ, ਵੱਡਿਆ ਤਰਸੀਲਿਆ, ਐ ਨਹੀਂ ਗੱਲ ਸਮਝੋ ਪਹਿਲਾਂ। ਮਤਲਬ ਹੁਣ ਹੋ ਗਏ, ਨਿਆਣੇ ਜੰਮ ਲਏ, ਸਿਨਾਰੀਓ ਵੇਖੋ। ਹੁਣ ਜੋ ਵੀ ਹੈਗਾ ਇਹਦੇ ਲਈ ਦਿਲ ਦਿਮਾਗ ਵੱਡਾ ਕਰੋ, ਆਪਣੀ ਟਿਊਨਿੰਗ ਕਰੋ, ਇਹਨੂੰ ਐਡਜਸਟ ਕਰੋ, ਪਰ ਅੱਗੇ ਕਿਸੇ ਨਾਲ ਐ ਨਾ ਹੋਵੇ, ਉਹਦੇ ਲਈ ਕੋਸ਼ਿਸ਼ ਕਰੋ। ਜੋ ਸਾਡੇ ਨਾਲ ਹੋਈ ਹੈ ਸਾਡੇ ਬੱਚਿਆਂ ਨਾਲ ਨਾ ਹੋਵੇ। ਸੱਚੀ ਗੱਲ ਇਹ ਹੈ, ਕੱਲ ਵੀਰ ਮਿਲੇ ਪਟਿਆਲੇ ਦੇ ਬੱਚੇ, ਉਹ ਗੱਲ ਕਰਨ, ਕਹਿੰਦੇ ਮਾਤਾ ਪਿਤਾ ਨਾ ਇੱਕ ਟਾਈਮ ਹੀ ਇਕੱਠੇ ਹੁੰਦੇ ਨੇ, ਕਹਿੰਦਾ ਜਦੋਂ ਵੀ ਕਹਿੰਦੇ ਆਉਂਦੇ ਨੇ ਇਕੱਠੇ, ਇੱਕ ਉੱਧਰ ਰਹਿੰਦਾ ਇੱਕ ਉੱਧਰ ਰਹਿੰਦਾ, ਅੱਡ ਅੱਡ। ਕਹਿੰਦੇ ਜਦੋਂ ਇਕੱਠੇ ਹੁੰਦੇ ਨੇ, ਮੈਂ ਕਾਹਦੇ ਲਈ ਹੁੰਦੇ ਨੇ? ਕਹਿੰਦੇ ਲੜਨ ਲਈ ਇਕੱਠੇ ਹੁੰਦੇ ਨੇ, ਲੜੇ, ਕਲੇਸ਼ ਪਾਇਆ, ਫਿਰ ਅੱਡ ਅੱਡ। ਕਹਿੰਦੇ ਲੜਨ ਲਈ ਆਉਂਦੇ। ਮੈਂ ਕਿਹਾ ਸਿੰਪਤੀ ਭਾਲਦੇ ਨੇ ਕਈ, ਮੇਰੇ ਨਾਲ ਐ ਹੋ ਰਿਹਾ, ਮੇਰੇ ਨਾਲ, ਮਤਲਬ ਉਹਨੇ 20 ਨੂੰ ਦੱਸਣਾ ਜਾ ਕੇ ਧੱਕਾ ਕਰੋ ਮੇਰੇ ਨਾਲ, ਫਿਰ ਉਹਨੇ ਕਹਿਣਾ ਮੇਰੇ ਨਾਲ ਧੱਕਾ ਹੁੰਦਾ ਹੈ। ਸਿੰਪਤੀ ਭਾਲਦੇ ਆ ਅਸੀਂ। ਸਾਨੂੰ ਇਹਨਾਂ ਵਿਸ਼ਿਆਂ ਤੇ ਵਿਚਾਰਨਾ ਪੈਣਾ ਹੈ, ਨਹੀਂ ਤੇ ਜ਼ਿੰਦਗੀ ਨਹੀਂ ਰਹਿੰਦੀ। ਬੰਦੇ ਦਾ ਕੰਮ 'ਚ ਮਨ ਨਹੀਂ ਲੱਗਦਾ, ਕਿਤੇ ਜੀ ਨਹੀਂ ਲੱਗਦਾ, ਰਸ ਨਹੀਂ ਰਹਿੰਦਾ। ਹਾਂ ਇੱਕ ਗੱਲ ਪੱਕੀ ਹੈ ਵੀ ਜੇ ਨਿਆਣੇ ਠੋਕ ਕੇ ਕਹਿੰਦੇ ਨੇ ਵੀ ਹਾਂਜੀ ਅਸੀਂ ਕਰਾਣਾ ਹੈ,
ਤੇ ਪਸੰਦ ਕਰ ਲੈਂਦੇ ਨੇ, ਫਿਰ ਜ਼ਿੰਮੇਵਾਰੀ ਚੱਕਣ। ਕੱਲ ਨੂੰ ਰੀ ਨਹੀਂ ਕੀਤੀ ਆ ਕੇ ਵੀ ਮੈਂ ਹੁਣ ਐ ਵੀ ਜ਼ਿੰਮੇਵਾਰੀ ਚੱਕ, ਫਿਰ ਪਹਿਲਾਂ ਵੇਖ ਕੇ ਪਰਖ ਕੇ ਕਰ ਤੇ ਫਿਰ ਆਪਣਾ ਦਿਲ ਦਿਮਾਗ ਵੱਡਾ ਕਰ। ਮੁੜ ਕੇ ਰੀ ਨਹੀਂ ਸੁਣਨੀ, ਮੁੜ ਕੇ ਨਹੀਂ ਇਹ ਵੀ ਤੂੰ ਹੁਣ ਤੈਨੂੰ ਅੱਜ ਕੱਲ ਪਸੰਦ ਸੀ ਤੇ ਅੱਜ ਤੈਨੂੰ, ਕਿਉਂਕਿ ਸਾਡੇ ਵਾਲੇ ਕਿਹੜਾ ਘੱਟ ਨੇ ਯਾਰ, ਲੜਕੀਆਂ ਨੂੰ ਵੇਖਦੇ ਨੇ ਬੜੀਆਂ ਫਿੱਟ ਸਾਡੀਆਂ ਵੇਖਦੇ ਨੇ ਆਲੇ ਦੁਆਲੇ, ਉੱਥੇ ਫਿਰ ਦਿਮਾਗ 'ਚ ਪਤਾ ਕੀ ਚੱਲਦਾ, ਮੇਰੇ ਘਰ ਵਾਲੀ ਵੀ ਐ ਹੋਵੇ, ਫਿਰ ਇਹ ਤੇ 2 ਘੰਟੇ ਜਿੰਮ ਜਾਊ ਨਾ 2 ਘੰਟੇ ਤਾਂ ਫਿੱਟ ਰਹੂ ਵੀ ਹਰੇਕ ਪਾਰਟੀ ਦੀ ਤੇਰੇ ਨਾਲ ਐ ਲੱਗੇ। ਅੱਛਾ ਜਦੋਂ ਫਿਰ ਜਿੰਮ ਜਾਊ ਫਿਰ ਕਹਿੰਦਾ ਮੈਨੂੰ ਚਾਹ ਵੀ ਪਿਆਵੇ, ਮੈਨੂੰ ਰੋਟੀ ਵੀ ਖਵਾਵੇ, ਫਿਰ ਕੰਮ ਇੱਕ ਹੀ ਹੋਣਾ। ਐ ਨਹੀਂ ਹੋਣਾ ਵੀ ਅੱਧੇ ਠੁੰਗ ਮਾਰ ਲੈ ਬਰਫੀ ਨੂੰ ਤੇ ਠੁੰਗ ਮਾਰ ਲੈ ਲੱਡੂ ਨੂੰ, ਜਾਂ ਤੈਨੂੰ ਲੱਡੂ ਹੀ ਲੈਣੇ ਪੈਣਗੇ ਜਾਂ ਫਿਰ ਬਰਫੀ ਲੈਣੀ ਪੈਣੀ ਹੈ, ਜਾਂ ਫਿਰ ਘਰ ਕੰਮ ਕਰਨ ਵਾਲੀ ਮਿਲੂ ਜਿਹੜੀ ਚਾਹ ਰੋਟੀਆਂ ਪਿਆ ਕੇ ਦਵੇ, ਤੇ ਜਾਂ ਫਿਰ ਤੈਨੂੰ ਜਿੰਮ ਵਾਲੀ ਵੀ ਚਾਹੀਦੀ ਹੈ। ਫਿਰ ਇੱਕ ਪਾਸਾ ਕਰ ਲੈ, ਬੰਦਿਆਂ ਵਾਲੀ ਗੱਲ ਕਰ। ਇਹ ਕੀ ਕਰਦੇ ਨੇ, ਐਵੇਂ ਹੋਵੇ ਐਵੇਂ ਹੋਵੇ ਐਵੇਂ ਹੋਵੇ, ਐ ਨਹੀਂ ਹੋਣਾ, ਐ ਨਹੀਂ ਹੋਣਾ। ਹੁਣ ਜੇ ਮੁੰਡੇ ਅਗਲਾ ਕਵੇ ਜਿੰਮ ਜਾਂਦਾ ਹੋਵੇ, ਫਿਰ ਅਗਲਾ ਖੇਤਾਂ 'ਚ ਨਹੀਂ ਨਾ ਮਰਨਾ, ਪਸੀਨੇ ਨਾਲ ਭਿੱਜਿਆ ਨਹੀਂ ਚਾਹੀਦਾ, ਐ ਹੋਵੇ ਜਿਹੜਾ ਫਿੱਟ ਹੋਵੇ, ਫਿਰ ਅਗਲਾ ਜਿੰਮ ਲਾ ਕੇ ਆਊ, ਫਿਰ 3-3 ਘੰਟੇ ਉੱਥੇ ਤੇ ਲਾ ਕੇ ਆਊ। ਉਹਨੇ ਖੇਤਾਂ 'ਚ ਮਿੱਟੀ ਨਾਲ ਮਿੱਟੀ ਨਹੀਂ ਨਾ ਵੜਨਾ। ਫਿਰ ਜੇ ਕਹਿੰਦੀ ਐ ਅਗਲੀ ਲੜਕੀ ਕਵੇ ਵੀ ਮੈਨੂੰ ਤੇ ਵੀ ਦੱਥੀ ਐ ਹੋਵੇ ਵੀ ਜਦੋਂ ਮੈਂ ਕਹਾਂ ਹਾਂ ਮੈਂ ਸੂਟ ਪਾਉਣਾ ਪਸੰਦ ਕੀਤਾ, ਉਹ 5000 ਦਾ ਤੇ 5000 ਉਹਦੀ ਦਵੇ, ਫਿਰ ਉਹ ਜਿਹੜਾ ਉੱਥੇ ਜਾ ਕੇ ਸਾਰਾ ਦਿਨ ਜਿੰਮਾਂ ਤੇ ਲਾ ਕੇ ਆਉਂਦਾ ਉਹ ਨਹੀਂ ਫਿਰ ਇਹ ਕਰ ਸਕਦਾ। ਫਿਰ ਤੇ ਉਹ ਵੀ ਉਦਾਂ ਦਾ ਹੀ ਹੈ, ਫਿਰ ਉਹ ਤੇ ਖੇਤਾਂ 'ਚ ਮਰੂ ਨਾ ਜਾ ਕੇ ਕੰਮ ਕਰਕੇ, ਤਾਂ ਤੈਨੂੰ 5000 ਤੇਰੀ ਤਲੀ ਤੇ ਧਰੂ ਨਾ। ਇਹ ਫਿਰ ਇੱਕ ਚੀਜ਼ ਨਾਲੇ ਚੋਪੜੀਆਂ ਨਾਲੇ ਧੋ ਇਹ ਨਹੀਂ ਹੋਣਾ ਹੈ ਕਿਤੇ। ਮਤਲਬ ਸਾਨੂੰ ਇਹਨਾਂ ਵਿਸ਼ਿਆਂ ਤੇ ਵਿਚਾਰਨਾ ਪੈਣਾ ਹੈ, ਨਰੜ ਨਾ ਬਣ ਜਾਏਗੀ ਜ਼ਿੰਦਗੀ ਹੋਵੇ। ਇੱਛਾ ਨਾ ਮੈਂ ਜਦੋਂ ਛੋਟਾ ਜਿਹਾ ਸੀ ਮੇਰੇ ਮਨ ਵਿੱਚ ਇੱਕ ਇੱਛਾ ਸੀ ਮੈਂ ਟੀਚਰ ਬਣਨਾ, ਤੇ ਸਾਡੇ ਘਰ ਵਾਲੇ ਹੱਸਦੇ ਹੁੰਦੇ ਸੀ ਵੀ ਇਹ ਪਾਗਲ ਹੈ। ਜਦੋਂ ਮੈਂ ਬਹੁਤ ਛੋਟਾ ਸੀ, ਮੰਨ ਲਓ ਮੈਂ ਦੂਜੀ ਕਲਾਸ 'ਚ ਪੜ੍ਹਦਾ ਹੋਣਾ, ਮਸਾਂ ਹੀ ਦੂਜੀ ਤੀਜੀ 'ਚ, ਤੇ ਮੈਂ ਇਹਦਾ ਬਾਲਣ ਵਿਆਹ ਹੁੰਦਾ ਸਾਡੇ ਪਰਲੇ ਖੇਤ ਰਹਿੰਦੇ ਸੀ ਬਾਲਣ, ਤੇ ਮੈਂ ਡੰਡਾ ਹੱਥ 'ਚ ਫੜ ਕੇ, ਮਾਸਟਰ ਡੰਡਾ ਹੱਥ 'ਚ ਫੜਦਾ ਸੀ, ਡੰਡਾ ਫੜ ਕੇ ਤੇ ਬਾਲਣ ਦੇ ਅੱਗੇ ਖੜੇ ਰਹਿਣਾ, ਤੇ ਮੈਨੂੰ ਇਹ ਲੱਗਣਾ ਵੀ ਆਹ ਬੈਠੀ ਕਲਾਸ ਤੇ ਮੈਂ ਮਾਸਟਰ ਇਹਨਾਂ ਦਾ। ਅੱਛਾ ਉਹ ਡੰਡਾ ਐ ਉਹੀ ਡੰਡੇ ਮਾਰੀ ਜਾਣੇ, ਤੂੰ ਐ ਨਹੀਂ ਕਰਕੇ ਆਇਆ, ਉਹਦੇ ਤੇ ਲੱਕੜ ਤੇ ਇਹ ਕਹਿ ਕਰਦੇ ਪਾਗਲ ਹੋ ਗਿਆ ਵੀ ਇਹਨੂੰ ਕੀ ਹੋਇਆ, ਮਤਲਬ ਕਦੇ ਐ ਕਰੀ ਜਾਂਦਾ ਸਾਰਾ ਦਿਨ ਆਪ ਹੀ ਬੋਲੀ ਜਾਂਦਾ ਰਹਿੰਦਾ। ਪਰ ਇੱਛਾ ਸੀ ਨਾ ਦਿਮਾਗ ਵਿੱਚ। ਚਲੋ ਉੱਥੇ ਗਿਆ, ਉਹਨਾਂ ਨੇ ਕਹਿਤਾ ਛੱਡ ਪੜ੍ਹਾਈ, ਇੱਛਾ ਤੇ ਪੜ੍ਹਨ ਦੀ ਸੀ ਵੀ ਪੜ੍ਹਨਾ, ਉਹ ਕਹਿੰਦੇ ਪੜ੍ਹਾਈ ਦਾ ਫਾਇਦਾ ਨਹੀਂ ਰਹਿਣ ਦੇ। ਹੁਣ ਸਾਡੇ ਵਾਸਤੇ 7 ਵਚਨ ਜੀ ਕਹਿਤਾ, ਨਹੀਂ ਉਹਨਾਂ ਪੜ੍ਹ ਸਕਿਆ, ਪਰ ਦਿਮਾਗ 'ਚ ਉਹੀ ਸੀ। ਅੱਜ ਠੀਕ ਹੈ ਮੈਂ ਅਨਪੜ੍ਹ ਟੀਚਰ ਆ, ਮੈਂ ਪਾਗਲ ਆ, ਮੈਂ ਕਮਲਾ ਹੀ ਆ, ਪਰ ਮੈਨੂੰ ਇਹ ਲੱਗਦਾ ਵੀ ਠੀਕ ਹੈ ਯਾਰ, ਭਾਵੇਂ ਅਨਪੜ੍ਹ ਹੀ ਆ, ਜਦੋਂ ਗੱਲ ਕਰਦੇ ਆ ਤਾਂ 10,000 ਆ ਜਾਂਦਾ ਕਿ ਨਹੀਂ, ਲੱਗਦੀ ਕਲਾਸ ਕਿ ਨਹੀਂ, ਭਾਵੇਂ ਅਸੀਂ ਬੇਵਕੂਫੀ ਪਾਗਲ ਹੀ, ਪਰ ਮੈਨੂੰ ਪਤਾ ਵੀ ਜੋ ਮੈਂ ਸੋਚਿਆ ਉਹ ਮੈਂ ਕੀਤਾ। ਉਹਦਾ ਰੂਪ ਚਾਹੇ ਕੋਈ ਹੋਰ ਹੈ, ਵੱਖਰਾ ਹੈ, ਚਲੋ ਮਾਸਟਰ ਬਣ ਜਾਂਦਾ, ਟੀਚਰ ਬਣ ਜਾਂਦਾ, ਪਰ ਮੇਰੇ ਮਨ 'ਚ ਵੀ ਇਹੀ ਸੀ, ਏਦਾਂ ਹੀ ਸੀ, ਏਦਾਂ ਹੀ ਸੋਚਿਆ ਸੀ। ਚਲੋ ਮਤਲਬ ਜਦੋਂ ਨਾ ਬੰਦਾ ਸੋਚਦਾ ਹੈ ਉਹ ਕਰ ਨਹੀਂ ਪਾਉਂਦਾ, ਬੜੀ ਦਿੱਕਤ ਖੜੀ ਹੁੰਦੀ ਹੈ। ਸਾਡੀ ਗੱਲ ਛੱਡ ਦਿਓ, ਆਪਣੀਆਂ ਬੱਚੀਆਂ ਤੇ ਤਰਸ ਕਰੋ, ਆਪਣੇ ਪੁੱਤਰਾਂ ਤੇ ਤਰਸ ਕਰੋ, ਰੀਝਾਂ ਨਾਲ ਪਾਲੋ, ਪਰ ਪਾਲ ਕੇ ਨਾ ਐ ਨਾ ਸਿੱਟ ਦਿਆ ਕਰੋ ਵੀ ਆਹ ਚੱਕ ਨੌਕਰੀ ਵਾਲਾ ਤੂੰ 50,000 ਕਮਾਉਂਦਾ ਹੈ, ਆਹ ਚੱਕ ਮਰ ਚ। ਉਹਨੂੰ ਚੈੱਕ ਕਰ ਲਓ ਯਾਰ, ਬੰਦੇ ਇਹ ਬੰਦਾ ਇੱਜ਼ਤ ਕਰੂ, ਇਹਦਾ ਸਤਿਕਾਰ ਕਰੂ। ਫਿਰ ਯਾਰ ਕੁੱਟ ਖਾਈ ਜਾਂਦੀਆਂ ਨੇ, ਉਹਨੂੰ ਕਹਿੰਦੇ ਨੇ ਧੀਆਂ ਦੇ ਤੇ ਲਿਖ, ਧੀਆਂ ਤਾਂ ਬਸ ਏਦਾਂ ਹੀ ਕੱਟਦੇ। ਮਤਲਬ ਸਾਡੀ ਰਿਸ਼ਤੇਦਾਰੀ ਦੇ ਵਿੱਚ ਬਹੁਤ ਮਾਰਦੇ ਕੁੱਟਦੇ ਬੱਚੀ ਨੂੰ, ਇੰਨਾ ਤੰਗ ਕਰਿਆ ਕਰ। ਮੈਂ ਗੱਲ ਕੀਤੀ, ਮੈਂ ਕਿਹਾ ਇਹਨੂੰ ਤੁਸੀਂ ਮਾੜਾ ਜਿਹਾ ਉਹਨੂੰ ਕਹੋ ਵੀ ਤੂੰ ਇਹਨੂੰ ਲਿਆਓ ਕਰੇ, ਰੱਖੋ ਮਹੀਨਾ ਕਾ ਕਰੇ। ਨਹੀਂ ਜੀ ਏਦਾਂ ਕਿਵੇਂ ਹੁੰਦਾ, ਇਸ ਤਰ੍ਹਾਂ ਥੋੜਾ ਕਰਦਾ। ਜੋ ਉਹਦੇ ਕਰਮਾਂ 'ਚ ਲਿਖਿਆ ਵੀ ਮੈਂ 20 ਵਾਰ ਕਹਿ ਚੁੱਕਿਆ ਵੀ ਮਰ ਜਾ ਪਕੌੜੇ ਤੇ ਤੂੰ ਝੁਲਸ ਕੇ ਆਇਆ ਸੀ ਜਿੱਦੇ ਸਗਨ ਪਾਉਣ ਗਿਆ ਸੀ। ਅੱਜ ਕਹਿੰਦਾ ਰੱਬ ਨੇ ਇਹਦੇ ਕਰਮਾਂ 'ਚ ਲਿਖਿਆ ਤੁਸੀਂ ਲਿਖਿਆ ਇਹਦੇ ਕਰਮਾਂ 'ਚ ਅਸ਼ਰਫ, ਜਿੱਦੇ ਤੁਸੀਂ ਗਏ ਸੀ ਵੇਖਣ, ਤੁਸੀਂ ਵੀ ਇਹ ਵੇਖਿਆ ਵੀ ਗੱਡੀ ਦੇਣਗੇ। ਮੁੰਡੇ ਦੇ ਕਰਮਾਂ 'ਚ ਤੁਸੀਂ ਲਿਖੀ ਹੈ ਵੀ ਗੱਡੀ ਦੇ ਚੱਕਰ ਵਿੱਚ ਲਿਆ ਕੇ ਫੜਾਤੀ। ਉਹ ਹੁਣ ਸਵੇਰੇ ਵੀ ਕਲੇਸ਼ ਹੈ, ਸ਼ਾਮ ਨੂੰ ਵੀ ਕਲੇਸ਼ ਹੈ। ਉਹ ਕਹਿੰਦੀ ਤੂੰ ਮੈਨੂੰ ਪਸੰਦ ਹੀ ਨਹੀਂ, ਤਾਂ ਗੱਡੀ ਹੁਣ ਤੂੰ ਸਿਰ 'ਚ ਮਾਰੇਗਾ।
24 घंटे गड्डी विखाएगा, उत्थे गड्डी खिलारिया कर जिथे सगन पैना हुंदा, एक मैं खड़ा एक गड्डी खड़ी नाल, खड़ना तो ओनू पैना। वो रुस्सी फिरदी कि मैं नहीं खड़दी तेन, जा भज्जा जा कल्ला ही जा लिया, मैनू तेन कोई लोड़ नहीं। मतलब कदे गल ही नहीं कीती बह के तुसीं। ਚੱਕ ਕੇ ਲਾਡਾਂ ਨਾਲ ਪਾਲਦੇ ਨੇ ਧੀਆਂ, ਐਂ ਫੜਾ ਦਿੰਦੇ ਨੇ 50 ਕਿੱਲੇ ਨੇ, ਨੌਕਰੀ ਹੈ। ਇਹ ਇੱਜ਼ਤ ਕਰਦਾ ਔਰਤ ਦੀ, ਰਿਸਪੈਕਟ ਕਰਦਾ ਔਰਤ ਦੀ? ਮਤਲਬ ਸਾਡੇ ਹੈ ਹੀ ਨਹੀਂ ਸਿਸਟਮ। ਤਾਂ ਕਰਕੇ ਮੈਂ ਕਹਿ ਰਿਹਾ ਯਾਰ ਖਿੜਕੀਆਂ ਚੋਂ ਖੁੱਲੇ ਹੁੰਦੇ ਦਿਮਾਗ, ਕਿਤੇ ਆਜ਼ਾਦ ਹੁੰਦੇ। ਹੁਣ ਬਾਂਦਰ ਖਿੜਕੀ 'ਚ ਫਸ ਗਿਆ ਤੇ ਕਿਹੜੀਆਂ ਟੂਸੀਆਂ ਮਾਰ ਲੂ, ਛਾਲਾਂ ਮਾਰ ਲੂ। ਹਾਥੀ ਫਸ ਗਿਆ ਜਦੋਂ ਅਗਲੇ ਉਹਦੇ ਡਿੱਗ ਗਿਆ ਟੋਏ 'ਚ ਤੇ ਕਿਹੜੀਆਂ ਛਾਲਾਂ ਮਾਰ ਲੂ। ਤੋਤਾ ਪਿੰਜਰੇ 'ਚ ਪੈ ਗਿਆ ਤੇ ਕਿਹੜੀਆਂ ਉਡਾਰੀਆਂ ਮਾਰ ਲੂ। ਜਦੋਂ ਬੰਦਾ ਫਸਾ ਹੀ ਇਹਨਾਂ ਨੇ ਧਰਮ ਦੇ ਢਾਂਚੇ ਦੇ ਵਿੱਚ ਖਿੜਕੀਆਂ 'ਚ ਦਿੱਤਾ ਹੈ, ਕਿਹੜੀਆਂ ਉਡਾਰੀਆਂ ਮਾਰ ਲੂ ਬੰਦਾ ਇੱਥੇ। ਫੋਕੀਆਂ ਰੋਹ ਰੀਤਾਂ ਸਾਡੀਆਂ, ਬਕਵਾਸ ਰੋਹ ਰੀਤਾਂ ਜਿਹੜੀਆਂ ਬਣਾ ਕੇ ਲੋਕਾਂ ਨੂੰ ਖੁਸ਼ ਕਰਦਿਆਂ ਦੇ ਚੱਕਰ ਦੇ ਵਿੱਚ ਨਰੜ ਬਥੇਰੇ, ਨਰੜ ਬਥੇਰੇ ਸੱਚੀ ਯਾਰ। ਆ ਤਾਂ ਜਿਹੜੇ ਚੌਲ ਕਹਿੰਦੇ ਆ ਨਾ ਵੀ ਚੌਲ, ਕੱਚੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਮੈਂ ਤਾਂ ਕਹਿੰਦਾ ਨਾ ਚੌਲ ਖਾਣਿਆਂ ਨੂੰ ਕਹੀਏ ਵੀ ਆਹ ਚੱਕੋ ਚੌਲ ਜਿੰਨੇ ਚਾਹੀਦੇ ਨੇ ਲੈ ਲਓ, ਤੁਸੀਂ ਚੌਲ ਖਾਓ, ਸਾਡੇ ਮਸਲਿਆਂ 'ਚ ਦਖਲ ਨਾ ਦਿਓ। ਕੀੜਿਆਂ ਨੂੰ ਚੌਲ ਪਾਉਣ ਨਾਲੋਂ ਜਿੰਨੇ ਸਾਧੜੇ ਬਾਬੜੇ ਜਥੇਦਾਰ, ਇਹਨਾਂ ਨੂੰ ਕੋ ਚੌਲ ਖਾਣੇ, ਉਹ ਚੌਲ ਖਾਓ, ਤੁਹਾਨੂੰ ਦੇ ਦਿਆਂਗੇ। ਵੇਚ ਲਿਆ ਕਰੋ ਕੁਝ, ਆਪਣੀਆਂ ਜੇਬਾਂ 'ਚ ਪਾ ਲਿਆ ਕਰੋ, ਕੁਝ ਖਾ ਲਿਆ ਕਰੋ, ਪਰ ਜੇ ਸਾਡੀ ਜ਼ਿੰਦਗੀ 'ਚੋਂ ਨਿਕਲ ਜਾਓ ਨਾ ਤੁਸੀਂ, ਤੇ ਸਾਡੀ ਜ਼ਿੰਦਗੀ ਸੌਖੀ ਹੋ ਜਾਏ, ਅਸੀਂ ਸੌਖੇ ਹੋ ਜਾਈਏ। ਇਹ ਕਿਤੇ ਨਿਕਲ ਜਾਣ, ਪਰੇ ਹਟ ਜਾਣ, ਕਿਤੇ ਮਗਰੋਂ ਲੈ ਜਾਣ। ਇਹਨਾਂ ਨੇ ਏਦਾਂ ਦੀਆਂ ਗੱਲਾਂ ਦੱਸ ਕੇ ਸਟੇਜਾਂ ਦੇ ਉੱਤੇ ਬੰਦੇ ਦਾ ਖੁੱਲਣ ਹੀ ਨਹੀਂ ਦਿੱਤਾ, ਮਾਨਸਿਕ ਵਿਕਾਸ ਹੀ ਨਹੀਂ ਹੋਣ ਦਿੱਤਾ। ਬੱਚੇ ਅੱਡ ਸਟ੍ਰੈਸ 'ਚ ਨੇ, ਮਾਪੇ ਅੱਡ ਸਟ੍ਰੈਸ 'ਚ ਨੇ। ਜ਼ਿੰਦਗੀ ਕਿਸੇ ਨੂੰ ਜੀਣ ਦਿੱਤੀ ਨਹੀਂ, ਸਾਹ ਤੇ ਆਇਆ ਹੀ ਨਹੀਂ, ਸਮਝ ਨਹੀਂ ਆਈ ਹੋਈ ਨਹੀਂ, ਨਰਕ ਬਣਿਆ ਪਿਆ। ਤਾਂ ਕਰਕੇ ਥੋੜਾ ਜਿਹਾ ਨਾ, ਅੱਜ ਵੀ ਮੈਂ ਜਿਹੜੀ ਦਿਨੇ ਕਲਿੱਪ ਇੱਕ ਪਾਇਆ ਵੀ ਧੀ ਜਵਾਈ ਨੂੰ ਪੁੱਤ ਤੇ ਤੇਰੀ ਜੋੜੀ, ਅੱਜ ਕਲਿੱਪ ਪਿਆ ਨਾ MP ਤੇ ਹੀ ਪਿਆ, ਤੇਰੀ ਜੋੜੀ, ਉਹਨੂੰ ਸੁਣ ਲਓ, ਉਹ ਸਮਝੋ। ਆਪਾਂ ਕੀਤੀ ਪਰਸੋਂ ਗੱਲ, ਉਹਨੂੰ ਸੁਣੋ। ਤੇ ਆਹ ਜਿਹੜੀ ਗੱਲ ਆਪ ਵੀ ਥੋੜਾ ਜਿਹਾ ਨਾ ਖੁੱਲ ਕੇ ਆਜ਼ਾਦੀ ਨਾਲ ਜ਼ਿੰਦਗੀ ਜੀ ਲਓ ਤੇ ਬੱਚਿਆਂ ਨੂੰ ਜੀਣ ਦਿਓ। ਅੱਜ ਮੈਨੂੰ ਆਸਟ੍ਰੇਲੀਆ ਤੋਂ ਫੋਨ ਆਇਆ, ਭਾਈ ਸਾਹਿਬ ਤੁਹਾਡੀ ਗੱਲ ਮੰਨੀ ਹੈ। ਮੈਂ ਕਿਹਾ ਕੀ ਮੰਨੀ ਹੈ? ਮੈਸੇਜ ਮੇਰੇ ਨਾਲ ਹੋਇਆ, ਅਖੇ ਜੀ ਅਸੀਂ ਦੋਵੇਂ ਜੀ ਗਏ ਸੀ ਜੂਸ ਪੀ ਕੇ ਆਏ, ਨਾਲੇ ਮੈਨੂੰ ਫੋਟੋ ਭੇਜੀ ਵੀ ਜੂਸ ਪੀ ਕੇ ਆਏ ਆ ਦੋਵੇਂ ਜੀ, ਤੇ ਵਧੀਆ ਗੱਲ ਦੱਸੀਏ ਕੀ ਮੈਂ ਕੀ ਕਹਿੰਦੇ ਬੱਚੀਆਂ ਜ਼ਿਆਦਾ ਖੁਸ਼ ਹੋਈਆਂ ਵੀ ਤੁਸੀਂ ਦੋਨੇ ਜਣੇ ਗਏ ਸੀ ਅੱਜ। ਮਤਲਬ ਉਹ ਵੀ ਏਦਾਂ ਦੇ ਖੁੱਲ ਦਿਲੇ ਦਿਮਾਗ ਬੱਚਿਆਂ ਦੇ ਵੀ ਜਾਓ, ਤੁਸੀਂ ਵੀ ਜਾਇਓ ਇਕੱਲੇ ਕਦੇ ਤੇ ਜਾਇਓ। ਹੁਣ ਸਾਡੇ ਵਾਲੇ ਵਿਚਾਰੇ ਹੁਣ ਮੇਰੀ ਮਾਤਾ ਨੂੰ ਭੇਜ ਦੇ ਵੀ ਜੂਸ ਪੀ ਆਓ, ਇਹ ਕਹਿਣਗੇ, ਉਹਨੂੰ ਕਹਿਣਗੇ ਭਾਈ ਨੂੰ ਇਹਨੂੰ ਪੈਕ ਕਰਦੇ ਜਾ ਕੇ ਪੋਤਰਿਆਂ ਨੂੰ ਪਿਆਈਏ। ਸਾਡੇ ਇੰਨਾ ਫਸੇ ਆ ਨਾ ਅਸੀਂ। ਚਲੋ ਕੋਈ ਨਹੀਂ, ਪੋਤਰਿਆਂ ਨੂੰ ਵੀ ਪਿਆ ਲਓ ਯਾਰ, ਆਪਣਾ ਵੀ ਤੇ ਵੇਖ ਲਓ, ਜ਼ਿੰਦਗੀ ਤੇ ਜੀ ਲਓ, ਵੇਖ ਤੇ ਲਓ ਮਾੜਾ ਮੋਟਾ। ਅਸੀਂ ਕਿਤੇ ਨਾ ਕਿਤੇ ਨਾ ਉਹਨਾਂ ਨੂੰ ਖੁਸ਼ ਰੱਖੀਏ ਤੇ ਆਪ ਵੀ ਖੁਸ਼ ਰਹੀਏ, ਤੇ ਖੁਸ਼ ਰਵਾਂਗੇ ਤੇ ਬੱਚਿਆਂ ਨੂੰ ਖੁਸ਼ ਰੱਖਾਂਗੇ। ਜਿਹੜਾ ਬੰਦਾ ਆਪ ਦੁਖੀ ਹੈ ਕਿਸੇ ਨੂੰ ਸੁਖੀ ਕੀ ਕਰੂ? ਇਹ ਆਪ ਦੁਖੀ ਨੇ, ਗਾਂ ਫਿਰ ਨਿਆਣਿਆਂ ਨੂੰ ਵੀ ਦੁਖੀ ਕਰਦੇ ਨੇ। ਬਦਲੇ ਆਪ ਲੈਂਦੇ ਨੇ, ਬਦਲੇ ਲੈਂਦੇ ਨੇ ਨਿਆਣਿਆਂ ਤੋਂ, ਬੱਚਿਆਂ ਤੋਂ ਬਦਲੇ ਲੈਂਦੇ ਨੇ। ਤੇ ਸਵਾਹ ਦਿਮਾਗ ਖੁੱਲਣਾ। ਗੱਲ ਜਥੇਦਾਰ ਦੀ ਵੀ ਥੋੜੀ ਜਿਹੀ ਕਰਨੀ ਆਪਾਂ। ਸਰੂਪ ਜਿਹੜੇ ਹੋਈ ਹੈ ਪਿੱਛੇ ਜੇ ਸਰੂਪ ਗਵਾਚੇ ਹੈ, ਉਹਦੀ ਵੀ ਗੱਲ ਮੈਂ ਕਰਨੀ ਹੈ, ਪਰ ਦਿਮਾਗ ਆਪਾਂ ਥੋੜਾ ਜਿਹਾ ਖੋਲਣਾ ਲਓ। ਇੱਥੇ ਤੱਕ ਤੇ ਗੱਲ ਗਈ ਹੋ। ਇੱਕ ਜਿਹੜਾ ਸ਼ਬਦ ਆਪਾਂ ਪਹਿਲਾਂ ਪੜਿਆ, ਹੁਣ ਆਪਾਂ ਸ਼ਬਦ ਉਹ ਵੀ ਮੇਰਾ ਮਨ ਹੈ ਵੀ ਆਪਾਂ ਵਿਚਾਰਨਾ, ਕਿਉਂਕਿ ਇਹਦੇ ਨਾਲ ਨਾ ਥੋੜਾ ਜਿਹਾ ਗੁਰਬਾਣੀ ਦਾ ਇੱਕ ਸ਼ਬਦ ਪੜ੍ਹ ਲਿਆ, ਇੱਕ ਹੋਰ ਵਿਚਾਰ ਲੈਂਦੇ ਆ, ਫਿਰ ਆਪਾਂ ਨਾਲ ਗੱਲ ਕਰਦੇ ਆ ਜਥੇਦਾਰਾਂ ਦੀ ਥੋੜੀ ਜਿਹੀ ਸਰੂਪਾਂ ਵਾਲੀ। ਤੇ ਜਥੇਦਾਰ ਜੀ ਨੂੰ ਅਕਾਲੀ ਫੂਲਾ ਸਿੰਘ ਦਾ ਅਵਾਰਡ ਵੀ ਕਹਿੰਦੇ ਦੇਣਾ ਫੈਡਰੇਸ਼ਨ ਵਾਲੇ, ਉਹ ਵੀ ਵਧੀਆ, ਉਹਦੇ ਬਾਰੇ ਵੀ ਥੋੜੀ ਜਿਹੀ ਕਰਦੇ ਆ ਗੱਲ। ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਵੀ ਲਓ ਹੁਣ ਆਪਾਂ ਪਹਿਲਾਂ ਆਹ ਪੜ੍ਹ ਲੈਂਦੇ ਆ।
जे बाणी पढ़ते समझते कॉमन सेंस डिवेलप होंदी दिमाग खुल जाता ते जिंदगी जिउण दा स्वाद आ जाता। जब ते दर्शन भेटे साधु साधु मिल गए सज्जन भले ही भले दिन आए। मतलब नजारे वाले दिन आ गए जदों तो साधु मिल गए। साधु चंगी सोच वाले, चंगी सोच वाले। साधु का मतलब चोले वाले बाबे नहीं। मेला होया साधुआं दा भले ही भले दिन आए। मेला होया प्यारियां दा भले ही भले दिन आए। मेला होया प्यारियां दा भले ही भले दिन आए। मेला होया प्यारियां दा
दर्शन भेटे साधु भले तिनस होए आए महा आनंद सदा कर कीर्तन पुरख विधाता पाए। पुरख विधाता किथे है? साडे विच। ते किनू पा लिया? अपने आप नूं। समझ आ गई? भले दिन आ गए कहते, उदू बाद नजारा ही आया, उदू बाद जिंदगी का स्वाद आ गया। उदू पहला नरक सी ते एकदम ही चेंज हो गई, स्वर्ग बन गया, जिंदगी आनंद आ गया, स्वर्ग बन गया, कीमत पै गई। पिछे जे ना अपनी जिदन जन्मदिन नहीं सी, चलो आप सारे अपने घर दे जी इकट्ठे हो, केक कट लिया, सारिਆਂ ਨੂੰ गिफ्ट दे ਦਿੱਤੇ, फोटोआं खिचा लिया, नेट ते पा लिया। साध ले जी कहते ये साध बरसियां बनाउंदे ने ये जन्मदिन। चलो गल ये है बई साध ते कहते ने बाबा जी कृपा करनगे, कराओ खंड पाठ। बरसियां दी सब तो वड्डी इनकम हैगी कि नहीं? आपां इनकम करते हैं कोई? एक ना मिशनरी प्रचारक आपस च गल करना, वो कहण भी ये जिहड़ा मैनू कहते एक बच्चे का फोन आया भी जन्मदिन मनाउणा है, ते ओनू फिर ओहदे वड्डे प्रोफैसर साहब ने कहा, जिहड़ा प्रचारक वड्डा प्रोफैसर होना है, उन्हें कहा भी ऐडा तू दस किहड़ा तीर मारिया जिहड़ा तेरे जन्मदिन मनाया जाए। हुण सोच के देखो, साडी थ्योरी आ, साडे वर्गियां दे जन्मदिन की गल नहीं, पर मैं सब नूं कहना चाहुंदा, सब नूं, तुहाडी चाहे बच्ची है, तुहाडा चाहे छोटा जिहा बच्चा है, एक दिन ना एक दिन जिद्दन ओहदा बर्थडे हुंदा है, भावें रुपया 100 ला दिया करो, 100 जिन्नी औकात है, हिम्मत है। उस दिन एक भावें एडी क पेस्टी लिया के ओहदा मूंह मिठा कराओ, इदां बह जाओ खुश हो के, एक केक लियाओ ते असीं कहते बन जाएंगे असाई, कड़ा प्रशाद होवे देव, वो अरदास करा लो, जो करना कर लो। उदां ते तुसीं पैंटां शर्टां भी पानी है, उन्हां दी देसी ईसाई थोड़ा बन गए पा के, किन्ना कोई उन्हां दा साडी लाइफ दे विच अंग्रेजी दुनिया ही बोलदी है, सारे स्कूल ही उन्हां दे बन गए, ईसाई थोड़ा बन चले आपां। एक रीत है जिहड़ी ज्यादा प्रचलित हो जाती है, चलो केक नहीं छड्डो, रहण दिओ, कुछ भी लिया के ना, कुछ भी लियाओ, बच्चे नूं ना, बच्चे नूं उस वेले तुहाडा बच्चा कहे मेरा जन्मदिन है, उहनूं कहो तू किहड़ा तीर मारिया, नहीं नहीं, आ गल तुसीं कह के उहदे अंदरले इंसान दी बेइज्जती करदे, उहदी पर्सनल उहदे विच एक शख्सियत है। दसो किसे बच्चे च एक शख्सियत हैगी कि नहीं? मन लो डीसी बनना होवे, वड्डा हो के बेइज्जती किहदी कर रहे हो? फिर वड्डा हो के उस बंदे ने लीडर बनना होवे ते तुसीं कहंदे हो तेरा कहता किहड़ा तीर मारता, ते तुसीं उहदी विचली परसनैलिटी दी एक हस्ती दी बेइज्जती करदे हो, बेइज्जती कर रहे हो तुसीं ओनू। तुसीं ना जमां ही बेचारा सिंपल है, तुर नहीं सकदा, भावें नेत्रहीन होवे, टेढ़ा डिंगा जिद्दां दा भी होवे, ਉਹਦੇ 100 ਰੁਪਏ ਦੀ ਤੇਰੀ ਔਕਾਤ ਹੈ ਤੇ 100 1000 ਲਾ ਸਕਦਾ ਹੋਇਆ 1000 ਲਾ ਕੇ ਉਹਨੂੰ ਕਹਿ ਤੂੰ ਬੜਾ ਮਹਾਨ ਹੈ, ਤੂੰ ਦੁਨੀਆ 'ਚ ਆਇਆ, ਤੂੰ ਐਵੇਂ ਨਹੀਂ, ਤੇਰੀ ਕੋਈ ਥਾਂ ਹੈ ਇਸ ਸੰਸਾਰ 'ਚ, ਤੇਰੀ ਜਗ੍ਹਾ ਹੈ, ਤੂੰ ਐਵੇਂ ਨਹੀਂ। ਇਹ ਚੀਜ਼ ਪਰ ਜਿਹੜੀ ਪਾਤਸ਼ਾਹ ਨੇ ਰੱਬ ਕਹਿ ਕੇ ਭਰੀ ਹੈ ਨਾ ਵੀ ਤੂੰ ਐਵੇਂ ਹੀ ਨਹੀਂ, ਤੇ ਉਹਦਾ ਰੂਪ ਹੈ। लोकी रब लभदे फिरदे, रब तो तू है, मन तू जोत स्वरूप है। ये क्या महाराज ने कॉन्फिडेंस भरिया, वो निके जे बच्चे नूं ना उदण ये फील कराउणा हुंदा है भी तू एवें ही नहीं, ओनू फील होवे कि मेरी कितनी लोड़ है। मेरी बच्ची है, भावें चाहे पुत है चाहे धी है, ओनू ये लगे ये थां ते इस धरती ते इस मापियां नूं, इन्हां यारां दोस्तां नूं मेरी कितनी मेरी लोड़ है, मैं एवें। चेता रखियो, चेता रखियो, चेता रखियो। चाह नाल सैलीब्रेट करियो बच्चे का बर्थडे, चाह नाल करियो, रीझ नाल। लिख के ले लो, सुसाइड नहीं करो।
ਉਹਨੂੰ ਪਤਾ ਹੋਣਾ ਵੀ ਮੇਰੀ ਵੀ ਥਾਂ ਹੈਗੀ ਹੈ ਕਿਤੇ, ਮੈਂ ਹੈਗਾ ਇੱਥੇ। ਤੁਹਾਡੀਆਂ ਬੋਲੀਆਂ ਮਾਰੀਆਂ ਮਿਸ਼ਨਰੀ ਪ੍ਰਚਾਰਕ ਯਾਰ ਪੜ੍ਹਿਆ ਲਿਖਿਆ ਇਹ ਗੱਲ ਕਹਿੰਦਾ, ਤੂੰ ਕੱਦੂ ਚ ਤੀਰ ਮਾਰਤਾ ਜਿਹੜਾ ਤੇਰਾ, ਕਹਿੰਦੇ ਵੱਡੇ ਪ੍ਰੋਫੈਸਰ ਨੇ। ਮੈਂ ਕਿਹਾ ਤੇਰੇ ਵਾਲਾ ਪ੍ਰੋਫੈਸਰ ਮੈਨੂੰ ਮਿਲੇ ਨਾ ਤੇ ਮੈਂ ਪੁੱਛਾਂ ਉਹਨੂੰ ਇਹ ਤੁਸੀਂ ਕਿੱਥੋਂ ਸਿੱਖਿਆ? ਨਾ ਕੇਕ ਕਟਾ, ਤੂੰ ਦੇਗ ਚ ਕਰਾ ਲੈ ਯਾਰ, ਪ੍ਰਸ਼ਾਦ ਬਣਾ ਲੈ, ਚੱਲ ਕਰ ਲੈ, ਤੈਨੂੰ ਦੇ ਦੇਣਗੇ ਨਾਲ 500 ਰੁਪਈਆ, ਪਰ ਕਰਨ ਦੇ ਸੈਲੀਬ੍ਰੇਟ ਅਗਲੇ ਨੂੰ, ਉਹਨੂੰ ਦੱਸਣ ਦੇ ਵੀ ਤੂੰ ਐਵੇਂ ਨਹੀਂ। ਅੱਜ ਤੂੰ ਕਹੇਗਾ, ਉਹਦਾ ਕੌਨਫੀਡੈਂਸ ਬਿਲਡ ਕਰਨ ਦੇ ਉਸ ਬੱਚੇ 'ਚ ਵੀ ਆਹ ਇੱਕ ਦਿਨ ਹੈ ਜਿੱਦੇ ਤੂੰ ਇਸ ਧਰਤੀ ਤੇ ਆਇਆ ਸੀ, ਆਹ ਦਿਨ ਹੈ, ਆਹ ਟਾਈਮ ਹੈ। ਸਾਨੂੰ ਨਹੀਂ ਪਤਾ ਟਰੰਪ ਕੌਣ ਹੈ, ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ ਓਬਾਮਾ ਕੌਣ ਹੈ, ਪਰ ਮੇਰਿਆ ਪੁੱਤਰਾ, ਮੇਰੀ ਇਹ ਧੀਏ, ਮੇਰਾ ਟਰੰਪ ਮੇਰਾ ਓਬਾਮਾ ਹੈ। ਤੂੰ ਏਦਾਂ ਕਹੋ ਬੱਚੇ, ਸਾਡੇ ਲਈ ਤੂੰ ਓਬਾਮੇ ਤੋਂ ਘੱਟ ਨਹੀਂ। ਉਹਨੂੰ ਕਿਸੇ ਨੇ ਨਹੀਂ ਕਹਿਣਾ, ਕਹੋ ਉਹਨੂੰ, ਕਹੋ ਸਾਨੂੰ ਨਹੀਂ ਪਤਾ ਕਿਹੜਾ ਓਬਾਮਾ ਤੇ ਕਿਹੜਾ ਟਰੰਪ ਹੈ ਇੱਥੇ, ਸਾਨੂੰ ਨਹੀਂ ਪਤਾ ਕਿਹੜਾ ਮੋਦੀ ਹੈ ਇੱਥੇ, ਪਰ ਉਹ ਛੋਟਾ ਜਿਹਾ ਜਿਹੜਾ ਬੱਚਾ ਹੈ ਉਹਨੂੰ ਕਹੋ ਵੀ ਤੂੰ ਸਾਡੇ ਲਈ ਟਰੰਪ ਤੋਂ ਘੱਟ ਨਹੀਂ, ਤੇਰੀ ਥਾਂ ਬੜੀ ਵੱਡੀ। ਇਹ ਕਹਿਣਾ ਪੈਣਾ, ਉਹਦੇ ਚ ਬਿਲਡ ਕਰਨਾ ਪੈਣਾ ਇਹ ਚੀਜ਼। ਸਾਈਕੋਲੋਜਿਸਟ ਜਿਹੜੇ ਨੇ ਉਹ ਸਮਝਦੇ ਨੇ ਸਾਈਕੀ ਨੂੰ। ਸਾਡੇ ਤੇ ਬੇੜਾ ਪਾਇਆ ਪਿਆ ਯਾਰ, ਬੰਦੇ ਹੈ ਹੀ ਨਹੀਂ, ਪਰਸਨੈਲਿਟੀ ਖੁੱਲਣ ਹੀ ਨਹੀਂ ਦਿੱਤੀ। ਮੈਂ ਤੇ ਸੱਚੀ ਅਪਸੈਟ ਹੁੰਦਾ, ਮੈਂ ਜੇ ਰੋਜ਼ ਜਾਵਾਂ ਨਾ ਲੋਕਾਂ ਦੇ ਘਰਾਂ 'ਚ ਤੇ ਸੱਚੀ ਮੈਨੂੰ ਇਹ ਲੱਗਦਾ ਵੀ ਮੈਂ ਲੋਕਾਂ ਨੂੰ ਵੇਖ ਵੇਖ ਕੇ ਮਰ ਜਾ। ਮੈਂ ਇੰਨਾ ਦੁਖੀ ਹੋ ਜਾਂਦਾ ਵੇਖ ਕੇ ਵੀ ਇਹਨਾਂ ਨੇ ਬੰਦੇ ਦਾ ਸੱਤਿਆਨਾਸ਼ ਕਰਤਾ ਯਾਰ, ਇਹ ਕਿੱਥੇ ਤੱਕ ਜਾ ਸਕਦਾ। ਮੈਨੂੰ ਸਭ ਤੋਂ ਵੱਧ ਦੁੱਖ ਲੱਗਦਾ ਜਦੋਂ ਮੈਂ ਕਿਸੇ ਬੰਦੇ ਨੂੰ ਏਦਾਂ ਰੁਲਦਾ ਵੇਖਦਾ, ਜ਼ੀਰੋ ਹੋਇਆ ਵੇਖਦਾ। ਕਿੱਥੇ ਜਾ ਸਕਦਾ ਸੀ, ਉਹਨੂੰ ਕਹਿ ਕੇ ਤੂੰ ਨਕੰਮਾ ਹੈ, ਤੂੰ ਨਕੰਮਾ ਹੈ, ਤੂੰ ਨਕੰਮਾ ਹੈ। ਕਈ ਤੇ ਨਹਿਰਾਂ 'ਚ ਛਾਲਾਂ ਮਾਰ ਕੇ ਤੁਹਾਡੇ ਨਕੰਮਾ ਕਹਿਣ ਤੇ ਕਈ ਉਦਾਂ ਹੀ ਮਰਿਆ ਵਰਗੇ ਨੇ, ਜਮਾਂ ਹੀ ਮਰ ਗਏ। ਤੁਸੀਂ ਕਿੱਥੇ ਖਿਲਾਰਦੇ ਜਾ ਕੇ, ਐਡੀ ਬੇਵਕੂਫਾਂ ਵਾਲੀਆਂ ਗੱਲਾਂ ਕਰਦੇ ਤੁਸੀਂ। ਉਹਨੂੰ ਕਹਿਣਾ ਤੂੰ ਤੇਰੇ ਵਰਗਾ ਕੋਈ ਨਹੀਂ, ਬਸ ਛੋਟਾ ਜਿਹਾ ਹੀ ਹੋਵੇ, ਉਹਨੂੰ ਕਹੋ ਤੇਰੇ ਵਰਗਾ ਕੋਈ ਨਹੀਂ। ਤੂੰ ਤੇ ਕਹਿ, ਤੂੰ ਮਾਂ, ਤੂੰ ਪਿਓ ਹੈ, ਤੂੰ ਤੂੰ ਤੇ ਕਹਿ। ਅਖੇ ਜੀ ਮੈਂ ਕਿਹੜਾ ਕੱਦੂ ਚ ਤੀਰ ਮਾਰਿਆ ਜਿਹੜਾ ਤੇਰਾ ਜਨਮ ਦਿਨ, ਮਤਲਬ ਆ ਸਿੱਖਿਆ ਦੇਣਗੇ ਸਮਾਜ ਨੂੰ, ਆ ਸਿਖਾਉਣਗੇ, ਇਹ ਕੌਨਫੀਡੈਂਸ ਬਿਲਡ ਕਰਨਗੇ ਅਗਲੇ ਦਾ। ਉਹ ਪਾਤਸ਼ਾਹ ਦਾ ਰੱਬ ਕਹਿੰਦੇ ਨੇ ਅਗਲੇ ਨੂੰ, ਤੂੰ ਕਹਿੰਦਾ ਤੂੰ ਤੀਰ ਮਾਰਿਆ। ਲੈ ਦੱਸ, ਗੁਰਬਾਣੀ ਕਹਿੰਦੀ ਤੂੰ ਰੱਬ ਹੈ, ਗੁਰਬਾਣੀ ਕਹਿੰਦੀ ਤੂੰ ਘੱਟ ਹੈ ਕਿਤੇ, ਤੂੰ ਉਹਦੀ ਅੰਸ਼ ਹੈ। ਬਾਣੀ ਕਹਿੰਦੀ ਹੈ ਤੂੰ ਰੱਬ ਹੈ, ਤੇਰੇ ਚ ਸਭ ਕੁਝ ਹੈ, ਤੇ ਪ੍ਰਚਾਰਕ ਕਹਿ ਰਹੇ ਨੇ ਤੂੰ ਦੱਸ ਕਿਹੜੇ ਕੱਦੂ ਚ ਤੀਰ ਮਾਰਿਆ ਜਿਹੜਾ ਤੇਰਾ ਜਨਮ ਦਿਨ ਦਾ ਵਿਰੋਧ ਕਰਨਾ ਸੀ ਨਾ ਆਪਣੇ ਦਾ। ਤਾਂ ਕਰਕੇ ਕਹਿੰਦੇ ਸਾਡੇ ਪ੍ਰੋਫੈਸਰ ਸਾਹਿਬ ਤਾਂ ਇਹ ਕਹਿੰਦੇ ਨੇ ਅਸੀਂ ਨਹੀਂ ਇਹਨਾਂ ਚੱਕਰਾਂ ਚ ਪੈਂਦੇ। ਛੱਡ ਯਾਰ, ਜਨਮ ਦਿਨ ਮਨਾ ਕੇ ਕੋਈ ਦੁਨੀਆ ਵੱਡੀ ਨਹੀਂ ਹੁੰਦੀ, ਪਰ ਇਹ ਇੱਕ ਛੋਟੇ ਜਿਹੇ ਬੱਚੇ ਵਾਸਤੇ ਕਰਨਾ। ਸਾਡੇ ਵਰਗਿਆਂ ਦਾ ਤਾਂ ਮਾਰੋ ਗੋਲੀ ਯਾਰ, ਸਾਡੇ ਵਰਗਿਆਂ ਦੀ ਗੱਲ ਨਹੀਂ, ਨਿਆਣੇ ਦਾ ਕਰਨਾ, ਬੱਚੇ ਦਾ ਕਰਨਾ। ਆ ਗਈ ਗੱਲ। 9:05 ਹੋ ਚੱਲੇ। ਹੁਣ ਆਪਾਂ ਨਾਲ ਨਾਲ ਨਾ ਇਹ ਕਰੀਏ, ਸ਼ਬਦ ਜਿਹੜਾ ਅਗਲੀ ਵਾਰ ਕਰ ਲਾਂਗੇ, ਤੀਰਥ ਹਮਰਾ ਹਰ ਕੋ ਨਾਮ। ਆਪਾਂ ਹੁਣ ਜਥੇਦਾਰਾਂ ਦੀ ਗੱਲ ਕਰ ਲਈਏ ਮਾੜੀ ਜੀ, ਕਿਉਂਕਿ ਫਿਰ ਜੇ ਇਹ ਲੱਗੇ ਕਰਨ ਨਾਲ ਉਹ ਵੀ ਗੱਲ ਕਰਨੀ ਹੋਈ ਫਿਰ ਲੰਬੀ ਪੈ ਜਾਣੀ, ਅੱਧਾ ਘੰਟਾ ਲੱਗ ਜਾਣਾ। ਆਪਾਂ ਫਿਰ ਇਹ ਗੱਲ ਜ਼ਰੂਰੀ ਹੈ, ਸ਼੍ਰੋਮਣੀ ਕਮੇਟੀ ਤੋਂ ਪੁੱਛਿਆ ਜਾ ਰਿਹਾ ਹੈ ਸਰੂਪ ਕਿੱਥੇ ਗਏ। ਕਹਿੰਦੇ ਰਿਕਾਰਡ 'ਚ ਹੇਰਾ ਫੇਰੀ ਸੀ, ਮੁਲਾਜ਼ਮਾਂ ਨੇ ਵੇਚਤੇ, ਰਿਕਾਰਡ 'ਚ ਲਿਖੇ ਨਹੀਂ, ਪੈਸੇ ਦਾ ਕਰ ਲਿਆ ਲਾਲਚ, ਬਾਹਰ ਦੀ ਬਾਹਰ ਹੀ ਸਰੂਪ ਵੇਚਤੇ। ਠੀਕ ਹੈ, ਪੈਸਾ ਗਏ ਖਾ। ਹੁਣ ਗੋਬਿੰਦ ਸਿੰਘ ਲੌਂਗੋਵਾਲ ਜਾਂ ਇਹਨਾਂ ਦੀ ਐਸਜੀਪੀਸੀ ਨੇ ਇਹ ਸਟੇਟਮੈਂਟ ਦਿੱਤੀ ਹੈ, ਕਹਿੰਦੇ ਜੀ ਪੈਸਾ ਖਾ ਗਏ ਤਾਂ ਕਰਕੇ ਸਾਰਾ ਕੁਝ ਹੋਇਆ। ਤੇ ਫਿਰ ਉਹਨਾਂ ਤੇ ਫੌਜਦਾਰੀ ਕੇਸ ਕਰਾਓ। ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਨਾ, ਕਿਹੜਾ ਕੋਈ ਛੋਟੀ ਮੋਟੀ ਗੱਲ ਹੈ, ਮਤਲਬ ਗੁਰੂ ਗ੍ਰੰਥ ਸਾਹਿਬ ਜੀ। ਠੀਕ ਹੈ, ਕਹਿੰਦੇ ਜੀ ਐਸਜੀਪੀਸੀ ਆਪਣੇ ਆਪ ਵਿੱਚ ਇੱਕ ਸੰਸਥਾ ਹੈ, ਆਪੇ ਆਪਣੇ ਮਸਲੇ ਨਿਬੇੜ ਲੂ,
ਆਪੇ ਆਪਣੇ ਮਸਲੇ ਨਿਬੇੜ ਲੂ। ਹੁਣ ਨਹੀਂ ਕੋਈ ਲੋੜ ਹੈਗੀ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਨੇ ਬਣਾਈ ਸੀ ਕਮੇਟੀ, ਤੇ ਜਥੇਦਾਰ ਦੀ ਬਣਾਈ ਹੋਈ ਕਮੇਟੀ ਨੇ ਨਿਰਪੱਖ ਫੈਸਲਾ ਕੀਤਾ। ਜਥੇਦਾਰ ਕਿਹਨਾਂ ਦਾ? ਸ਼੍ਰੋਮਣੀ ਕਮੇਟੀ ਦਾ ਇੱਕ ਮੁਲਾਜ਼ਮ। ਕਿਹਨੂੰ ਬੁੱਧੂ ਬਣਾਉਂਦੇ ਹੋ ਤੁਸੀਂ? ਕਿਹੜੀ ਕੌਮ ਨੂੰ? ਕਮਲੀ ਹੈ ਕੌਮ ਅੱਜ ਦੇ ਸਮੇਂ 'ਚ। ਤੁਸੀਂ ਸਨ 60 'ਚ ਜੀ ਰਹੇ ਹੋ ਇੱਥੇ। ਇਹ 20 ਹੈ, 2020 2020 ਹੈ। ਸਭ ਨੂੰ ਨਹੀਂ ਪਤਾ ਵੀ ਜਥੇਦਾਰ ਨੇ ਕਮੇਟੀ ਬਣਾਈ, ਤੇ ਕਮੇਟੀ ਮੈਂ ਉਹ ਬੰਦੇ ਕੌਣ ਸੀ? ਉਹ ਵੀ ਸ਼੍ਰੋਮਣੀ ਕਮੇਟੀ ਦੇ। ਛਾਣਬੀਣ ਕਿਹਦੀ ਹੋ ਰਹੀ ਹੈ? ਬੋਲੋ। ਸ਼੍ਰੋਮਣੀ ਕਮੇਟੀ ਦੀ। ਦੋਸ਼ੀ ਕੌਣ ਨੇ? ਸ਼੍ਰੋਮਣੀ ਕਮੇਟੀ। ਤੇ ਜਥੇਦਾਰ ਫੈਸਲਾ ਦੇਣਗੇ, ਸਜ਼ਾ ਕੌਣ ਦਊ? ਸ਼੍ਰੋਮਣੀ ਕਮੇਟੀ। ਆਪੀ ਘਰੇ ਘਾਲਾ ਵਾਲਾ ਜਿਹਾ ਹੋ ਜਾਏਗਾ, ਅੰਦਰ ਹੀ ਨਿਬੇੜ ਲਾਂਗੇ। ਕੌਮ ਨੂੰ ਕਹਿੰਦੇ ਨੇ ਤੁਸੀਂ ਕੀ ਲੱਗਦੇ ਹੋ ਇਹਦੇ? ਤੇ ਗੁਰੂ ਗ੍ਰੰਥ ਸਾਹਿਬ ਸਾਰੀ ਕੌਮ ਦਾ ਸਾਂਝਾ ਹੈਗਾ, ਸ਼੍ਰੋਮਣੀ ਕਮੇਟੀ ਦਾ। ਤਾਂ ਮੈਂ ਤੇ ਪਹਿਲਾਂ ਹੀ ਗੱਲ ਕੀਤੀ ਸੀ ਵੀ ਇਹਨਾਂ ਤੋਂ ਨੋਟ ਨਹੀਂ ਛਪਦੇ। ਇਹਨਾਂ ਨੂੰ ਪਤਾ ਵੀ ਨੋਟ ਨਹੀਂ ਛਪਣੇ, ਨੋਟ ਸੰਭੋ। ਗੁਰੂ ਗ੍ਰੰਥ ਸਾਹਿਬ ਤੇ ਜਦੋਂ ਜੀ ਕਰੇਗਾ ਛਾਪ ਲਾਂਗੇ ਨੋਟ। ਇਹਨਾਂ ਨੂੰ ਪਤਾ ਵੀ ਛਪਣੇ ਨਹੀਂ। ਹੁਣ ਅਗਲੀ ਗੱਲ, ਕੀ ਸ਼੍ਰੋਮਣੀ ਕਮੇਟੀ ਕਦੇ ਕੋਰਟ ਵਿੱਚ ਗਈ ਨਹੀਂ? ਕੇਸ ਹੁੰਦੇ ਨੇ ਨਾ, ਕੋਰਟਾਂ 'ਚ ਜਾਂਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਵਾਰੀ ਇਹਨਾਂ ਦੇ ਉੱਤੇ ਕਿਉਂ ਨਹੀਂ ਕੇਸ ਕਰਾਉਂਦੇ? ਪਰਚੇ ਕਰਾਓ 10-10 ਸਾਲੀ ਇਹਨਾਂ ਨੂੰ। ਪਰ ਪਤਾ ਕਿਉਂ ਹੈ? ਵੀ ਅੰਦਰਲੇ ਭੇਤ ਖੁੱਲ ਜਾਣਗੇ। ਲੀਡਰਾਂ ਦੀ ਮਿਲੀ ਭੁਗਤ ਹੈ, ਜਿਹੜੇ ਸਰੂਪ ਗਾਇਬ ਹੋਏ ਆ। ਅਗਲਾ ਪੁਆਇੰਟ, ਜਥੇਦਾਰ ਕਹਿੰਦਾ ਸਰੂਪ ਛਪੇ ਹੀ ਨਹੀਂ ਸੀ। ਇਹ ਵੀ ਸਟੇਟਮੈਂਟ ਦਿੱਤੀ ਹੈ। ਕਦੇ ਕਹਿੰਦੇ ਆ 328 ਨਹੀਂ ਜੀ, 258 ਨਹੀਂ, 67 ਨਹੀਂ, ਇਹ ਸਰੂਪ 300 ਤੋਂ ਵੀ ਜ਼ਿਆਦਾ ਨੇ। ਦੋ ਸਟੇਟਮੈਂਟਾਂ। ਤੀਜੀ ਸਟੇਟਮੈਂਟ ਆਈ, ਕਹਿੰਦੇ ਛਪੇ ਹੀ ਨਹੀਂ। ਤੇ ਚੌਥੀ ਸਟੇਟਮੈਂਟ ਆ ਗਈ, ਕਹਿੰਦੇ ਜੀ ਹੇਰਾ ਫੇਰੀ ਹੋਈ ਹੈ। ਇੱਕ ਸਟੇਟਮੈਂਟ ਦਿੱਤੀ ਹੈ ਇਹਨਾਂ ਨੇ? ਨਹੀਂ ਦਿੱਤੀ। ਗੋਲ ਮੋੜ ਪੜਦੇ ਪਾ ਰਹੇ ਨੇ। ਤੇ ਮਸਲਾ ਕਿਹਦਾ? ਇਹ ਪੈਸੇ ਦਾ ਹੈ, ਜ਼ਮੀਨ ਦਾ ਹੈ, ਪ੍ਰਾਪਰਟੀ ਦਾ ਹੈ, ਕਿ ਗੁਰੂ ਗ੍ਰੰਥ ਸਾਹਿਬ ਦਾ? ਸਰੂਪ ਨੇ ਨਾ ਗੁਰੂ ਗ੍ਰੰਥ ਸਾਹਿਬ ਦਾ। ਤੇ ਕਿਵੇਂ ਗੋਲ ਮੋੜ ਗੱਲਾਂ ਕਰਦੇ ਨੇ ਸਾਰੇ। ਸ਼ਰੇਆਮ ਦੱਸਣ ਉਹ ਜਿਹੜੇ ਸਰੂਪ ਗਏ ਨੇ ਮੁਲਾਜ਼ਮਾਂ ਤੋਂ ਰਿਕਾਰਡ ਕਢਾਉਣ, ਕਿੱਥੇ ਕਿਹੜੇ ਕਿਹੜੇ ਪਿੰਡਾਂ 'ਚ ਗਏ ਨੇ। ਕੀ ਪਤਾ ਪਰਚੀ ਹੋਵੇ ਅਗਲਿਆਂ ਦੇ ਕੋਲ, ਪਿੰਡ ਵਾਲਿਆਂ ਕੋਲ ਰਿਕਾਰਡ ਵਾਲੀ, ਦੱਸਣ ਕਿਹੜੇ ਕਿਹੜੇ ਪਿੰਡ 'ਚ ਸਰੂਪ ਗਏ ਸੀ। ਹੋ ਸਕਦਾ ਅਗਲੇ ਨੇ ਪਰਚੀ ਸਾਂਭ ਕੇ ਰੱਖੀ ਹੋਵੇ, ਵੀ ਸ਼੍ਰੋਮਣੀ ਕਮੇਟੀ ਦੀ ਪਰਚੀ ਵੀ ਦਿੰਦੇ ਨੇ ਨਾ ਵੀ ਇਹ ਪਿੰਡ 'ਚੋਂ ਸਰੂਪ ਚੱਲਿਆ, ਅਗਲੇ ਕੋਲੇ ਸਾਂਭੀ ਹੋਵੇ ਵੀ ਇੰਨੇ ਮੈਂ ਪੈਸੇ ਜਮ੍ਹਾਂ ਕਰਾਏ ਸੀ, ਭੇਟਾ 1500 2000 ਜਿਹੜੀ ਵੀ ਅਗਲੇ ਨੇ ਪਰਚੀ ਦਿੱਤੀ ਹੋਵੇ, ਪਰਚੀ ਅਸਲੀ ਹੋਵੇ, ਬਾਹਰ ਦੀ ਬਾਹਰ ਨਾ ਹੋਇਆ ਹੋਵੇ। ਦੱਸੋ ਕਿਹੜੇ ਕਿਹੜੇ ਪਿੰਡ 'ਚ ਗਏ ਯਾਰ, ਰਿਕਾਰਡ ਦਿਓ ਸਾਹਮਣੇ। ਇੱਕ ਗੱਲ ਕਹਿ ਦਿਆਂ, ਸਣੇ ਗੋਬਿੰਦ ਸਿੰਘ ਲੌਂਗੋਵਾਲ, ਸਣੇ ਜਥੇਦਾਰਾਂ ਤੇ ਸਣੇ ਸ਼੍ਰੋਮਣੀ ਕਮੇਟੀ ਨੂੰ, ਸਣੇ ਇਹਨਾਂ ਦੇ ਵੱਡੇ ਲੀਡਰਾਂ ਨੂੰ, ਗੁਰੂ ਗ੍ਰੰਥ ਸਾਹਿਬ ਕਰਕੇ ਇੱਥੇ ਗਏ ਹੋ, ਇੱਥੇ ਵਰਤ ਕੇ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਤੱਕ ਗਏ ਹੋ। ਲਿਖ ਲਓ ਮੇਰੀ ਗੱਲ, ਢੱਡਰੀਆਂ ਵਾਲੇ ਦਾ ਬਿਆਨ ਪਰਮੇਸ਼ਰ ਦੁਆਰ ਤੋਂ ਬੋਲਿਆ, ਤੁਹਾਡੀਆਂ ਜੜ੍ਹਾਂ 'ਚ ਬਹਿਣਗੇ ਗੁਰੂ ਗ੍ਰੰਥ ਸਾਹਿਬ। ਸੱਚੀ ਇਹ ਮਸਲਾ ਹੈ ਨਾ ਜਿਹੜਾ, ਤੁਹਾਥੋਂ ਹੱਲ ਨਹੀਂ ਹੋਣਾ, ਉਲਝ ਜਾਣਾ ਇਹ ਮਸਲਾ। ਝੂਠ ਬੋਲੇ ਨੇ 4 ਵਾਰ, ਤੁਸੀਂ ਝੂਠ ਬੋਲੇ ਨੇ। कदे कुछ कहने हो, कदे कुछ कहने हो, कदे कुछ कहने हो। या खुदाया, हवश के बंदे वफा को बेच देते हैं, खुदा के घर की क्या बात है, वो तो खुदा को बेच देते हैं। रब दे घर दी किहड़ी गल है ते रब नूं बेच दिंदे ने। सानू कहंदे ने सत्कार नहीं करदे। अच्छा दमदमी टकसाल गुरु ग्रंथ साहब दी पहरेदार है, क्यों नहीं बोलदी हुण? लावे पहरा। कहंदे दमदमी टकसाल नूं फिकर बहुत है, दमदमी टकसाल राखी करदी है। दमदमी टकसाल हुण किथे है? किथे है बाबा हरनाम सिंह धुम्मा? क्यों नहीं लाउंदा जाके पहरा? वो ते मंजी साहब कथा करके श्रोमणी कमेटी प्रधान जी ते नाम लेके गुण गा रहा सी सवेरे। क्यों नहीं कहता भी गुरु ग्रंथ साहब नूं किधर गए गुरु ग्रंथ साहब? दसो। रिकॉर्ड च हेरा फेरी सी, जहेदार कहंदा छपे ही नहीं सी। कदे कहंदे छपे ही नहीं, कदे कहंदे रिकॉर्ड च हेरा फेरी है। मतलब तुसीं बुद्धू समझदे आ सारे कमली है इत्थे कौम। जेड़े जेड़े बंदे बोलते ने गल घुट दिओ, खत्म कर दिओ, चुप करा दिओ। ये की तरीका? तुसी सारी दुनिया तो सवाल पुछ, तुहाडे तो नहीं कोई पुछ सकदा। गुरु ग्रंथ साहब नूं छापण दे हक राखवे ने। हक राखवे होण नाल गुरु ग्रंथ साहब ते हक नहीं हो जांदा तुहाडा कल्लियां दा। हक छापण दे राखवे ने, पर गुरु ग्रंथ साहब तुहाडे कल्लियां दे नहीं। ते जे साडे वर्गे तो इहो जिहा कुछ होया हुंदा करदे की? एक स्वरूप किते गायब हो जाए, बनाउंदे की? इन्हां ने घर दी खेती बनाई पई है यार। सच्ची लोकी अगला कहंदा खोती वाह, ते ये लोग वो ने जिहड़े पोथी वाहन वाले ने। इन्हां लोकां ने पैसा खादा गुरु ग्रंथ साहब दे नां दे उत्ते।
ਇਹ ਲੋਕਾਂ ਨੇ ਵਰਤਿਆ ਗੁਰੂ ਗ੍ਰੰਥ ਸਾਹਿਬ ਨੂੰ, ਸਿਰਫ ਜੂਝ ਕੀਤਾ। ਜਦੋਂ ਜੀ ਕਰਦਾ ਰੱਖ ਲੈਂਦੇ ਨੇ, ਪੈਸਾ ਇਕੱਠਾ ਕਰ ਜਿਵੇਂ ਮਰਜ਼ੀ ਦੇ ਦਿੰਦੇ ਨੇ। ਸਾਰਾ ਇੱਕ ਢਾਂਚਾ ਬਣਾਇਆ ਹੋਇਆ ਪੁਜਾਰੀ ਸਿਸਟਮ। ਤੇ ਜਿਹੜਾ ਇਹਨਾਂ ਬਾਰੇ ਗੱਲ ਕਰੇਗਾ ਚੱਕ ਕੇ ਬਾਹਰ ਸਿੱਟਣਗੇ। ਕਹਿੰਦੇ ਜਥੇਦਾਰ ਕਹਿੰਦਾ ਆਪਣਾ ਗੋਬਿੰਦ ਸਿੰਘ ਲੌਂਗੋਵਾਲ, ਨਿਰਪੱਖ ਜਾਂਚ ਕਰਾਈ ਹੈ ਜਥੇਦਾਰ ਜੀ, ਫਤਵਾ ਜਥੇਦਾਰ ਦਾ। ਉਹ ਜਦੋਂ ਕਾਜੀ ਨੇ ਸਜ਼ਾ ਦੇਣੀ ਹੋਣੀ ਹੈ ਨਾ, ਵਜੀਦੇ ਨੇ, ਵਜੀਦਾ ਕਹਿੰਦਾ ਹੁਣ ਮੈਂ ਥੋੜਾ ਕੁਝ ਕਿਹਾ, ਇਹਦੇ ਕਾਜੀ ਸਾਹਿਬ ਨੇ ਫਤਵਾ ਸੁਣਾਇਆ। ਕਿਆ ਹੋਣਾ ਨਾ, ਫਤਵਾ ਕਿਹਨੇ ਸੁਣਾਇਆ ਸੀ? ਕਾਜੀ ਨੇ, ਵੀ ਬੱਚਿਆਂ ਨੂੰ ਨੀਹਾਂ 'ਚ ਚਿਣ ਦਿੱਤਾ ਜਾਵੇ। ਇਹ ਕਿਆ ਹੋਣਾ? ਬੱਚਿਆਂ ਦਾ ਕਾਜੀ ਦਾ ਨਾਂ ਲਿਆ ਹੋਣਾ। ਮੈਂ ਨਹੀਂ ਕਹਿੰਦਾ ਇਹ ਤੇ ਧਾਰਮਿਕ ਮਸਲਾ ਹੈ, ਮੈਂ ਤੇ ਸਜ਼ਾ ਦੇਣ ਵਾਲਾ, ਕੰਮ ਤੇ ਧਾਰਮਿਕ। ਇਹ ਤੇ ਨਿਰਪੱਖ ਜਾਂਚ ਹੋਈ ਹੈ, ਨਿਰਪੱਖ। ਤੇ ਕਾਜੀ ਕਿਹਨਾਂ ਦਾ ਸੀ? ਉਹ ਵੀ ਉਹਨਾਂ ਦਾ ਆਪਣਾ ਹੀ ਬੰਦਾ ਸੀ। ਕਾਜੀ ਕਿਤੇ ਵਜੀਦੇ ਤੋਂ ਬਾਹਰ ਸੀ? ਵਜੀਦੇ ਸੂਬੇਦਾਰ ਦਾ ਹੀ ਬੰਦਾ ਸੀ ਕਾਜੀ। ਤੇ ਕਹਿੰਦਾ ਹੁਣ ਮੇਰਾ ਕੀ ਕਸੂਰ ਹੈ, ਨਿਰਪੱਖ ਜਾਂਚ ਹੋਈ ਹੈ ਜੀ। ਇਹ ਤਾਂ ਇਦਾਂ ਹੀ ਇਹ ਕਹਿੰਦੇ ਨੇ। ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਸੀ, ਅਸੀਂ ਤੇ ਜਥੇਦਾਰ ਜੀ ਨੂੰ ਕਹਿਤਾ ਸੀ, ਸਾਰਾ ਰਿਕਾਰਡ ਜਥੇਦਾਰ ਜੀ ਨੂੰ ਦੇ ਦਿੱਤਾ। ਪਤਾ ਵੀ ਜਥੇਦਾਰ ਵੀ ਸਾਡਾ, ਜੋ ਮਰਜ਼ੀ ਕਹਿ ਲਾਂਗੇ, ਜਿੱਦਾਂ ਮਰਜ਼ੀ ਕੁੰਡੀ ਮਰੋੜ ਦੇ। ਪਰ ਮੈਂ ਕਹਿੰਦਾ ਜੜਾਂ 'ਚ ਬਹੂ ਇਹ ਮਸਲਾ, ਜੜਾਂ 'ਚ ਬੈਠੂ। ਇਹ ਮੈਂ ਕਹਿੰਦਾ ਇੱਕ ਗੱਲ ਤੇ ਵੈਸੇ ਸਦਾ ਹੀ ਹੈ, ਦੇਖੋ ਗ੍ਰੰਥ ਚਾਹੇ ਕੋਈ ਵੀ ਹੈ, ਬੇਅਦਬੀ ਨਹੀਂ ਹੋਣੀ ਚਾਹੀਦੀ। ਮੈਂ ਤੇ ਇੱਥੇ ਤੱਕ ਵੀ ਕਹਿੰਦਾ ਵੀ ਜਿਹੜੇ ਦਰਖਤ ਨਾਲ ਵੀ ਅਗਲੇ ਦੀ ਭਾਵਨਾ ਜੁੜੀ ਹੈ, ਉਹ ਦਰਖਤ ਵੀ ਕੱਟਣਾ ਨਹੀਂ ਚਾਹੀਦਾ ਧੱਕੇ ਨਾਲ। ਤੁਸੀਂ ਕਹਿ ਸਕਦੇ ਹੋ ਮੈਂ ਦਰਖਤ ਨੂੰ ਨਹੀਂ ਮੰਨਦਾ, ਪਰ ਦਰਖਤ ਨੂੰ ਕੱਟਣ ਦਾ ਹੱਕ ਨਹੀਂ। ਧਾਰਮਿਕ ਗ੍ਰੰਥ ਚਾਹੇ ਉਹ ਕੁਰਾਨ ਹੈ, ਚਾਹੇ ਉਹ ਗੀਤਾ ਹੈ, ਚਾਹੇ ਉਹ ਰਮਾਇਣ ਹੈ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਹੈ, ਬੇਅਦਬੀ ਨਹੀਂ ਹੋਣੀ ਚਾਹੀਦੀ, ਕੋਈ ਵੀ ਹੈ ਭਾਵੇਂ। ਕਿਉਂਕਿ ਜਿਹੜੀ ਨਾ ਰਿਸਪੈਕਟ ਹੈ, ਅਗਲੇ ਦੀ ਭਾਵਨਾ ਜੁੜੀ ਹੈ ਤੇ ਜੁੜੀ ਰਹੇ। ਮਤਲਬ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਲੋਕਾਂ ਨੂੰ ਇਹ ਕੁਝ ਹੋਰ ਕਹਿੰਦੇ ਆ, ਤੇ ਆਪਣੀ ਇਹਨਾਂ ਦੀ ਘਰ ਦੀ ਗੱਲਬਾਤ ਹੀ ਹੈ, ਜੋ ਮਰਜ਼ੀ ਕਰ ਲੈਣ, ਆਪੇ ਹੀ ਹੈ। ਤੇ ਅੱਜ ਫੈਡਰੇਸ਼ਨ ਵਾਲੇ ਗਰੇਵਾਲ ਨੇ ਕਿਹਾ, ਕਹਿੰਦਾ ਜੀ ਅਸੀਂ ਜਥੇਦਾਰ ਜੀ ਨੂੰ ਅਕਾਲੀ ਫੂਲਾ ਸਿੰਘ ਅਵਾਰਡ ਦੇਣਾ, ਕਿਉਂਕਿ ਫੈਸਲੇ ਬਹੁਤ ਵਧੀਆ ਕੀਤੇ ਨੇ, ਕਿਉਂਕਿ ਤੁਹਾਡੇ ਹੱਕ 'ਚ ਜਾਂਦੇ ਨੇ, ਤੁਹਾਡੇ ਫਾਇਦੇ ਦੇ। ਅੰਨਾ ਵੰਡੇ ਰਿਉੜੀਆਂ ਹੈ ਬਈ, ਅੰਨਾ ਵੰਡੇ ਰਿਉੜੀਆਂ ਮੁੜ ਆਪਣਿਆਂ ਨੂੰ ਦੇ, ਇਹੀ ਕੋਈ ਚੱਲਦਾ ਹੈ। ਹਾਲ ਹੀ ਇਹ ਹੈ ਨਾ ਸਾਰੇ ਬਸ, ਤਾਂ ਕਰਕੇ ਸਮਝੀਏ, ਦਿਮਾਗ ਚਲਾ ਲਈਏ ਮਾੜਾ ਜਿਹਾ। ਅਗਲੇ ਵੀਕਐਂਡ ਤੇ ਮਿਲੀਏ। ਅੱਜ ਚੀਟ ਡੇ ਵੀ ਹੈ, ਚੇਤਾ ਹੈ? ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਸਾਹਿਬ ਜੀ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਪਿਆਰੇ ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ, ਧਨ ਹੈ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ। ਗੁਰੂ ਅਰਜਨ ਪਾਤਸ਼ਾਹ ਧਨ ਹੈ, ਧਨ ਹੈ, ਧਨ ਹੈ, ਧਨ ਹੈ
ਸਾਹਿਬ ਜੀ ਧਨ ਹੈ ਭਗਤ ਪਿਆਰੇ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਅੰਤ ਖਾਲਸਾ ਧਨ ਹੈ ਮੇਰੀ ਸਾਧ ਸੰਗਤ ਜੀ ਧਨ ਹੈ ਖਾਲਸਾ ਧਨ ਹੈ ਮੇਰੀ ਸਾਧ ਸੰਗਤ ਜੀ ਧਨ ਹੈ ਵਾਹਿਗੁਰੂ ਬੋਲ ਪਿਆਰਿਆ ਸਤਿਨਾਮ ਵਾਹਿਗੁਰੂ ਬੋਲ ਪਿਆਰਿਆ ਸਤਿਨਾਮ ਵਾਹਿਗੁਰੂ ਬੋਲ ਪਿਆਰਿਆ ਸਤਿਨਾਮ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਸਤਿਨਾਮ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਸਤਿਨਾਮ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਰਹਿਣਾ ਹਰ ਦਮ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਸਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਵਿਸ਼ਵਾਸ ਮੇਰੇ ਸਾਈ ਲਾਇਆ ਇਹ ਨਾ ਸੰਗ ਰੱਬ ਤੇ ਜਗਿਆਈਆਂ ਮਰਿਆਈਆਂ ਵਾਜੇ ਧਰਮ ਕਰਨੀ ਆਪੋ ਆਪਣੀ ਇਹ ਨੇੜੇ ਤੇ ਦੂਰ ਜਿਨੀ ਨਾਮ ਪਿਆਰਿਆ ਗਏ
ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇ ਬਹਾਦਰ ਸਿਮਰ